ਅੱਤਵਾਦ ਅਤੇ ਦਹਿਸ਼ਤਗਰਦੀ ਵਾਲੀ ਵਿਚਾਰਧਾਰਾ ਮੰਨਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਹਰਮੇਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਅੱਜ ਖੁਦ ਸਾਡੇ ਸਟੂਡੀਓ ਤਸ਼ਰੀਫ ਲਿਆਏ। ਕਾਫੀ ਦੇਰ ਬਾਅਦ ਉਹਨਾਂ ਦਾ ਆਉਣਾ ਹੋਇਆ, ਹਾਲਾਂਕਿ ਉਹ ਸਾਡੇ ਮੁੱਢਲੇ ਸਪੋਰਟ ਬੇਸ 'ਚੋਂ ਨੇ। ਔਰ ਸਰਦਾਰ ਹਰਮੇਲ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਰੈਵੋਲੂਸ਼ਨਰੀ ਦੀ ਲਾਈਫ ਹੈ। ਉਹਨਾਂ ਨੇ ਉੱਚ ਤਾਲੀਮ ਲਈ ਹੋਈ ਹੈ, ਕਾਲਜ ਐਜੂਕੇਸ਼ਨ, ਔਰ ਇਹ ਉਹ ਪੀਰੀਅਡ ਸੀ ਅਰਲੀ 70s ਲੇਟ 60s ਦਾ, ਜਦੋਂ ਪੰਜਾਬ ਦੇ ਵਿੱਚ ਬਰਾਬਰੀ ਦੇ ਹੱਕਾਂ ਦੇ ਲਈ ਜਾਂ ਅਮੀਰ ਗਰੀਬ 'ਚ ਪਾੜਾ ਮਿਟਾਉਣ ਦੇ ਲਈ, ਜਿਵੇਂ ਉਸ ਵੇਲੇ ਇਸ ਥੀਮ ਨੂੰ ਵੇਚਿਆ ਜਾਂਦਾ ਸੀ ਜਿਹਨੂੰ ਨਕਸਲਾਈਟ ਮੂਵਮੈਂਟ ਕਿਹਾ ਗਿਆ, ਸੋ ਉਸ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਉਹਨਾਂ ਹਾਲਾਤਾਂ 'ਚ ਜਿਵੇਂ ਅੱਜ ਬਹੁਤ ਸਾਰੇ 80s ਔਰ 90s ਦੇ ਵਿੱਚ ਸਾਡੇ ਖਾਲਿਸਤਾਨੀ ਨੌਜਵਾਨ ਆਪਣੀ ਧਰਤੀ ਛੱਡਣ 'ਤੇ ਮਜਬੂਰ ਹੋਏ, ਇਹੀ ਹਾਲ। ਔਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰਨ ਦਾ ਸਿਲਸਿਲਾ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਨੇ 69-70 ਦੇ ਵਿੱਚ ਜਦੋਂ ਚੀਫ ਮਿਨਿਸਟਰ ਸੀ ਪੰਜਾਬ ਸ਼ੁਰੂ ਕੀਤਾ ਸੀ। ਔਰ ਇੱਕ ਅੰਦਾਜ਼ੇ ਮੁਤਾਬਕ 200 ਤੋਂ ਜ਼ਿਆਦਾ ਸਿੱਖ ਨੌਜਵਾਨ, ਔਰ ਈਵਨ ਉਹਨਾਂ ਦੇ ਵਿੱਚ ਸਰਦਾਰ ਬੂਝਾ ਸਿੰਘ ਜਾਂ ਕਾਮਰੇਡ ਬੂਝਾ ਸਿੰਘ ਕਰਕੇ 85 ਸਾਲ ਦੇ ਬਜ਼ੁਰਗ ਵੀ ਸਨ, ਜਿਨ੍ਹਾਂ ਨੇ ਗਦਰ ਪਾਰਟੀ ਦੇ ਵਿੱਚ ਵੀ ਹਿੱਸਾ ਲਿਆ ਹੋਇਆ ਸੀ। ਸੋ ਇਹ ਜਦੋਂ ਅਸੀਂ ਇਸ ਬਾਦਲ ਕੋੜਮੇ ਦਾ ਔਰ ਬਾਦਲ ਟੱਬਰ ਦਾ ਜੋ ਅੱਜ ਪੰਥ ਦੇ ਨਾਲ ਇਹ ਕਰ ਰਹੇ ਨੇ, ਔਰ ਇਹਨਾਂ 3 ਦਹਾਕਿਆਂ 'ਚ ਇਹਨਾਂ ਨੇ ਕੀਤਾ 5 ਵਾਰ ਮੁੱਖ ਮੰਤਰੀ ਬਣ ਕੇ, ਸੋ ਉਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ। ਔਰ ਇਹ ਗੱਲ ਮਹਿਜ਼ ਇੱਕ ਕਹਾਣੀ ਨਹੀਂ ਹੈ। ਈਵਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਇੰਸਪੈਕਟਰ ਜਨਰਲ ਪੁਲਿਸ ਉਹਨੇ ਬਣਾਇਆ ਸੀ ਭਗਵੰਤ ਸਿੰਘ ਦਾਨੇਵਾਲੀਆ, ਉਹਨੇ ਹੁਣ ਤਾਂ ਉਹ ਵੀ ਮਰ ਗਿਆ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਸੀ ਪੁਲਿਸ ਇਨ 20th ਸੈਂਚੁਰੀ ਪੰਜਾਬ, ਔਰ ਉਸ ਉਹਨੇ ਮੰਨਿਆ ਸੀ ਕਿ ਭਾਈ ਅਸੀਂ ਕਿਵੇਂ ਪੁਲਿਸ ਮੁਕਾਬਲੇ ਬਣਾਏ। ਸੋ ਜੋ ਕੁਛ 80s ਜਾਂ 90s ਦੇ ਵਿੱਚ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਬੁੱਚੜ ਬੇਅੰਤੇ ਤੱਕ ਨੇ ਕੀਤਾ, ਇਸ ਦੀਆਂ ਫਾਊਂਡੇਸ਼ਨਸ ਵੀ ਜਿਹੜੀਆਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਰੱਖੀਆਂ ਸੀ। ਸੋ ਉਹਨਾਂ ਜ਼ਮਾਨਿਆਂ 'ਚ ਫਿਰ ਸਰ ਹਰਮੇਲ ਸਿੰਘ ਪੰਜਾਬ ਛੱਡ ਕੇ, ਜਿਵੇਂ ਅੱਜ ਵੀ ਉਹਨਾਂ ਨੇ ਆਪਣੀ ਵੇਰਵੇ ਦੇ ਨਾਲ ਗੱਲ ਦੱਸੀ ਕਿ ਜਰਮਨ ਆਏ, ਜਰਮਨ ਤੋਂ ਫਿਰ ਉਹ ਅਮਰੀਕਾ ਪਹੁੰਚੇ 82-83 ਪੀਰੀਅਡ 'ਚ, ਔਰ ਜੂਨ 84 ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਵੀ ਉਹਦੇ 'ਚ ਉਹਨਾਂ ਦੀ ਫਿਰ ਵਿਚਾਰਧਾਰਾ 'ਚ ਮੁਕੰਮਲ ਚੇਂਜ ਹੋਈ ਕਿ ਉਹ ਪੰਥਕ ਵਿਚਾਰਧਾਰਾ ਖਾਲਿਸਤਾਨ ਦੀ ਕਾਇਮੀ ਵੱਲ ਤੁਰੇ। ਔਰ ਇਹ ਉਹਨਾਂ ਮੁੱਢਲੇ ਗੁਰਸਿੱਖਾਂ 'ਚੋਂ ਨੇ ਜਿਨ੍ਹਾਂ ਨੇ ਜਦੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਥੇ ਇੰਡੀਆ ਡੇ ਪੈਰੇਡ ਹੋਈ, ਆਲਮੋਸਟ 2-2.5 ਮਹੀਨੇ, 15 ਅਗਸਤ ਜਿਹੜਾ ਹੈ ਉਹ ਬਿਲਕੁਲ ਜੁਲਾਈ ਅਗਸਤ 6 ਹਫ਼ਤੇ ਬਾਅਦ ਹੀ ਸੀ। ਸੋ ਉਦੋਂ ਗੁਰਪ੍ਰਤਾਪ ਸਿੰਘ ਵਿਰਕ ਤੇ ਹੋਰ ਬਹੁਤ ਸਾਰੇ ਨੌਜਵਾਨ, ਜਿਨ੍ਹਾਂ 'ਚ ਸਾਡੇ ਵੀਰ ਕੁਲਵੰਤ ਸਿੰਘ ਵੀ ਸ਼ਾਮਲ ਨੇ, ਕੁਲਵੰਤ ਸਿੰਘ ਮਿਆਣੀ ਜਿਹੜੇ ਸਾਡੇ ਖੈਰ ਖੁਆਹ ਨੇ, ਇਹ ਸਾਰੇ ਯੰਗ ਨੌਜਵਾਨ ਸਨ। ਸੋ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਹੋਰ ਤਾਂ ਕੁਛ ਇੱਥੇ ਕਰ ਨਹੀਂ ਸਕਦੇ, ਇਹ ਮੈਸੇਜ ਇੰਡੀਅਨ ਗਵਰਨਮੈਂਟ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਿ ਭਾਈ ਇਹ ਤੁਹਾਡਾ ਜ਼ੁਲਮ ਜੋ ਤੁਸੀਂ ਘੱਲੂਘਾਰਾ ਕਰਕੇ ਵਰਤਾਇਆ, ਇਹਨੂੰ ਅਸੀਂ ਚੱਲਣ ਨਹੀਂ ਦਿਆਂਗੇ। ਸੋ ਇੱਕ ਬੜਾ ਜ਼ਬਰਦਸਤ ਐਕਸ਼ਨ ਇਹਨਾਂ ਨੌਜਵਾਨਾਂ ਨੇ ਕੀਤਾ, ਔਰ ਉਹ ਸੀ ਕਿ 15 ਅਗਸਤ ਦੀ ਜਿਹੜੀ ਭਾਰਤ ਡੇ ਪੈਰੇਡ ਸੀ ਉਸ ਨੂੰ ਇਹਨਾਂ ਨੇ ਉਲਟਾ ਦਿੱਤਾ। ਉਹਨਾਂ ਦੇ ਸਾਰੇ ਔਰ ਇਹਨਾਂ ਗੁਪਤ ਢੰਗ ਦੇ ਨਾਲ ਇਹ ਉਹਨਾਂ ਨੇ, ਅੱਜ ਮੈਂ ਪੁੱਛ ਰਿਹਾ ਸੀ ਵੀ ਕਿੰਨੇ ਕੁ ਸੀ ਨੌਜਵਾਨ, ਕਹਿੰਦੇ ਜੀ ਸਾਡੇ ਤਾਂ ਅਜੇ ਕੇਸ ਵੀ ਨਹੀਂ ਸੀਗੇ ਔਰ ਕੱਚੇ ਸੀ ਅਸੀਂ ਸਾਰੇ, ਔਰ ਸਿੱਖੀ ਸਰੂਪ ਵੀ ਨਹੀਂ ਸੀ, ਤੇ ਅਸੀਂ ਇਹ ਫੈਸਲਾ ਕੀਤਾ ਵੀ ਹੁਣ ਜੋ ਮਰਜ਼ੀ ਹੋ ਜਾਏ, ਭਾਵੇਂ ਕੱਢ ਦੇਣ ਸਾਨੂੰ, ਕਹਿੰਦੇ ਵੀ ਅਸੀਂ ਜਿਹੜਾ ਆਪਣਾ ਕੰਮ ਕਰ ਦਿੱਤਾ। ਔਰ ਉਦੋਂ ਹੈਲੀਕਾਪਟਰਸ ਦੇ ਉੱਤੇ ਪੁਲਿਸ ਦੂਜੀ ਤੀਜੀ ਘੁੰਮਦੀ ਰਹੀ ਉੱਤੇ, ਔਰ ਫੜੀ ਔਰ ਸਭ ਛੱਡ ਕੇ ਦੌੜ ਗਏ ਨਾ, ਭਾਰਤ ਮਾਤਾ ਦੇ ਫਲੋਟ ਲੱਭੇ ਨਾ ਦੂਜੇ, ਤੈਸ ਨੇ ਸਾਰਾ ਕਰਕੇ ਰੱਖ ਦਿੱਤਾ। ਔਰ ਇਹ ਬਹੁਤ ਵੱਡੀ ਗੱਲ ਸੀ ਉਦੋਂ। ਔਰ ਉਦੋਂ ਮੈਨੂੰ ਯਾਦ ਹੈ ਕਿ ਵੀ ਪੰਜਾਬ ਦੇ ਵਿੱਚ ਵੀ ਇਹ ਬਹੁਤ ਵੱਡੀ ਖਬਰ ਬਣੀ ਸੀ ਕਿ ਨਿਊਯਾਰਕ ਦੇ ਸਿੱਖ ਨੌਜਵਾਨਾਂ ਨੇ ਇੰਡੀਆ ਡੇ ਪਰੇਡ ਹੀ ਉਲਟਾ ਦਿੱਤੀ, ਸਭ ਛੱਡ ਕੇ ਦੌੜ ਗਏ, ਕਿਸੇ ਨੂੰ ਕੋਈ ਭਾਰਤ ਮਾਤਾ ਦੇ ਚਿੱਤਰ ਦਾ ਫਿਕਰ ਨਹੀਂ ਸੀ, ਦੂਜਾ ਨਹੀਂ ਸੀ। ਹਾਲਾਂ ਉਸ ਦੇ ਤੋਂ ਜਿਹੜਾ ਉਹ ਕਈਆਂ ਨੇ ਜਿਹੜਾ ਉਹ ਸਜ਼ਾ ਵੀ ਮਿਲੀ। ਫਿਰ
ਉਸੇ ਪੀਰੀਅਡ ਦੇ ਵਿੱਚ ਹੀ, ਕਿਉਂਕਿ ਜਜ਼ਬਾਤੀ ਨੌਜਵਾਨ ਸੀ ਇਹਨਾਂ ਸਾਰਿਆਂ ਦੇ ਲੀਡਰ, ਗੁਰਪ੍ਰਤਾਪ ਸਿੰਘ ਵਿਰਕ ਜਿਹੜਾ, ਇਹਨਾਂ ਤੋਂ ਹੀ ਅੱਜ ਮੈਨੂੰ ਪਤਾ ਲੱਗਾ ਵੀ ਉਹਨਾਂ ਦਾ ਸੰਬੰਧ ਵੀ ਦੋਸਾਂਝ, ਜਿਵੇਂ ਇਹਨਾਂ ਦਾ ਪਿੰਡ ਹੈ ਹਰਮੇਲ ਸਿੰਘ ਦੋਸਾਂਝ ਲਿਖਦੇ ਨੇ, ਉਹਦੇ ਨਾਲ ਹੀ ਵਿਰਕਾਂ ਪਿੰਡ ਹੈ, ਉਹਨਾਂ ਨਾਲ ਹੀ ਸੰਬੰਧਿਤ ਸੀ। ਕੰਪਿਊਟਰ ਇੰਜੀਨੀਅਰ ਸੀ ਔਰ ਇਹ ਕਹਿੰਦੇ ਨੇ ਵੀ ਇੱਥੇ ਬਹੁਤ ਵੱਡੇ $1 ਲੱਖ ਤੋਂ ਜ਼ਿਆਦਾ ਦਾ ਉਹਨਾਂ ਕੋਲ ਜੌਬ ਸੀ। ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਕੁਛ ਨਾ ਕੁਛ ਸਾਨੂੰ ਹੋਰ ਵੀ ਕਰਨਾ ਚਾਹੀਦਾ। ਸੋ ਉਹਨਾਂ ਦਿਨਾਂ 'ਚ 85 ਤੱਕ ਪਹੁੰਚਦੇ ਆ, ਭਜਨ ਲਾਲ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਔਰ ਜਿਹਨੇ ਸਿੱਖਾਂ ਨੂੰ ਬਹੁਤ ਕੋਹ ਕੇ ਮਾਰਿਆ ਸੀ, ਜਲੀਲ ਵੀ ਕੀਤਾ ਸੀ, ਉਹਨੇ ਇੱਥੇ ਨਿਊ ਆਰਲੀਨਸ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਦੇ ਲਈ ਆਉਣਾ ਸੀ। ਫਿਰ ਇੱਥੇ ਨੌਜਵਾਨਾਂ ਨੇ ਉਸ ਕਿਸਮ ਦੀ ਪਲੈਨਿੰਗ ਕੀਤੀ ਜਿਹੜੀ ਸਿਰੇ ਨਾ ਚੜੀ, ਕਿਉਂਕਿ FBI ਦਾ ਕਵਰ ਏਜੰਟ ਇਹਨਾਂ ਦੇ ਵਿੱਚ ਸੀ। ਸੋ ਜਦੋਂ ਤੱਕ ਉਹ ਭਜਨ ਲਾਲ ਤੱਕ ਪਹੁੰਚ ਕੇ ਉਹਨੂੰ ਸਜ਼ਾ ਯਾਫਤਾ ਕਰਨਾ ਚਾਹੁੰਦੇ ਸੀ, ਉਦੋਂ ਤੱਕ ਉਹ ਸਾਰੇ ਫੜੇ ਗਏ ਔਰ ਕੈਦ ਹੋਈ। ਗੁਰਪ੍ਰਤਾਪ ਸਿੰਘ ਵਿਰਕ ਉਹ ਬ੍ਰਿਟਿਸ਼ ਸਿਟੀਜ਼ਨ ਸਨ, ਉਹਨਾਂ ਦੇ ਪਿਤਾ ਜੀ ਕਾਫੀ ਦੇਰ ਪਹਿਲਾਂ ਬ੍ਰਿਟਨ ਆਏ, 7-8 ਸਾਲ ਉਹਨਾਂ ਨੂੰ ਕੈਦ ਦੀ ਸਜ਼ਾ ਹੋਈ। ਹੋਰ ਵੀ 2-3 ਜਸਬੀਰ ਸਿੰਘ ਦੂਜੇ ਜਿਹੜੇ ਪਿਛਲੇ ਦਿਨਾਂ ਚੜ੍ਹਾਈ ਕਰ ਗਏ। ਸੋ ਇਹ ਉਹਨਾਂ ਯੋਧਿਆਂ ਚੋਂ ਨੇ ਔਰ ਇਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਵੀ ਉਹਦਾ ਖਾਲਿਸਤਾਨੀ ਰੂਪ ਰੰਗ ਰੱਖਣ ਦੇ ਲਈ ਹਮੇਸ਼ਾ ਹੀ ਪੇਸ਼ਕਦਮੀ ਕਰਦੇ ਨੇ। ਹਮੇਸ਼ਾ ਹੀ ਪੰਥਕ ਏਜੰਡੇ ਦੇ ਉੱਤੇ ਖਾਲਿਸਤਾਨ ਦੇ ਨਾਲ ਕੋਈ ਸਮਝੌਤੇ ਦੀ ਲਾਈਨ ਨਹੀਂ ਹੈ। ਔਰ ਡਾਕਟਰ ਰਣਜੀਤ ਸਿੰਘ ਹਮੇਸ਼ਾ ਹੀ ਇਹ ਕਹਿੰਦੇ ਸੀ ਵੀ ਜਿਹੜੇ ਕੁਝ ਬੰਦੇ ਇੱਥੇ ਸੋਲਿਡ ਨੇ, ਉਹਨਾਂ ਨੇ ਮੈਨੂੰ ਕਿਹਾ, ਜਿਨ੍ਹਾਂ ਤੇ ਟਰਸਟ ਕੀਤਾ ਜਾ ਸਕਦਾ ਹੈ, ਪੰਥ ਨੂੰ ਸਮਰਪਿਤ ਨੇ, ਉਹਨਾਂ ਚੋਂ ਸਰ ਹਰਮੇਲ ਸਿੰਘ ਜਿਹੜੇ ਹੈ ਉਹ ਸਰੇ ਫਰਿਸ਼ਤ ਸਨ। ਸੋ ਅੱਜ ਵੀ ਬੇਸ਼ੱਕ ਉਹ ਸਫਲ ਕਾਰੋਬਾਰੀ ਵੀ ਨੇ, ਲੇਕਿਨ ਉਹਨਾਂ ਦੀ ਕਮਿਟਮੈਂਟ ਪੰਥ ਨਾਲ ਔਰ ਕਾਨਸੈਪਟ ਬਿਲਕੁਲ ਕਲੀਅਰ ਹੈ। ਔਰ ਬਹੁਤ ਸਾਰੇ ਜਿਹੜੇ ਕਈ ਭੇਖਾਂ ਦੇ ਵਿੱਚ ਤੁਰੇ ਫਿਰਦੇ ਨੇ ਔਰ ਪੰਥਕ ਹੋਣ ਦਾ ਦਾਅਵਾ ਕਰਦੇ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੇ ਨੇ, ਕਿਉਂਕਿ ਆਲਮੋਸਟ ਜੇ ਅਸੀਂ 70ਵਿਆਂ ਤੋਂ ਉਹਨਾਂ ਦਾ ਇਸ ਰੈਵੋਲੂਸ਼ਨ ਦੇ ਪੀੜ ਦੇ ਵਿੱਚ ਸਫ਼ਰ ਦੇਖੀਏ ਤਾਂ ਫਿਰ ਅੱਧੀ ਸਦੀ ਤੋਂ ਜ਼ਿਆਦਾ ਜਦੋਂ ਤੁਸੀਂ ਵਿਚਰ ਲੈਂਦੇ ਹੋ, ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਭਾਈ ਕੌਣ ਕਿੱਥੇ ਖੜਾ ਹੈ। ਸੋ TV 84 ਦੇ ਵਿਊਅਰ ਵੀ ਨੇ, ਐਡਮਾਇਰ ਵੀ ਕਰਦੇ ਨੇ ਔਰ ਉਹ ਖੁਦ ਆਏ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੁੰਭ ਦੇ ਮੇਲੇ ਦੀ ਗੱਲ ਕੀਤੀ ਸੀ ਕੱਲ ਕਿ ਮਹਾਕੁੰਭ, ਔਰ ਮਹਾਕੁੰਭ ਨੇ ਆਪਣੀ ਬਲੀ ਵੀ ਲੈ ਲਈ ਹੈ। ਵੈਸੇ ਪਸ਼ੂਆਂ ਦੀ ਬਲੀ ਤਾਂ ਇਹ ਕਰਦੇ ਨੇ, ਨਰ ਬਲੀ ਵੀ ਲੈਂਦੇ ਰਹੇ ਨੇ। ਹੁਣ ਗੰਗਾ, ਵੈਸੇ ਤਾਂ ਗੰਗਾ ਤੇ ਜਮਨਾ ਬੜੀਆਂ ਦੇਵੀਆਂ ਨੇ, ਪਰ ਹੁਣ ਉਹ ਇੰਨੇ ਸ਼ਰਧਾਲੂਆਂ ਦੀ ਉਹਨੇ ਬਲੀ ਲੈ ਲਈ, ਹਾਲਤ 30-40 ਮਰ ਗਏ, ਕਿੰਨੇ ਜ਼ਖਮੀ ਨੇ, ਕਿੰਨੇ ਗਾਇਬ ਨੇ। ਔਰ ਜਿਸ ਲੈਵਲ ਦੀ ਭਗਦੜ ਮਚੀ, ਜਿਹਨੂੰ ਅੰਗਰੇਜ਼ੀ 'ਚ ਸਟੈਂਪੀਡ ਕਹਿੰਦੇ ਨੇ, ਇਹ ਸੈਂਕੜਿਆਂ ਦੇ ਵਿੱਚ ਕੈਜੂਅਲਟੀਜ਼ ਹੋਣਗੀਆਂ। ਇਹ ਉੱਥੋਂ ਦਾ ਇੱਕ ਹਮੇਸ਼ਾ ਹੀ ਡਰਾਮਾ ਹੁੰਦਾ ਹੈ, ਉਹਨੂੰ ਘਟਾ ਕੇ ਦੱਸਣਾ। ਹੁਣ ਜੁਡੀਸ਼ੀਅਲ ਇਨਕੁਆਇਰੀ ਤੇ ਦੂਜਾ ਤੀਜਾ। ਸੋ ਕੱਲ੍ਹ ਹੀ ਅਸੀਂ ਗੱਲ ਕੀਤੀ ਸੀ ਕਿ ਵੀ ਯੂਕਰੇਨ ਦੇ ਐਂਬੈਸਡਰ ਨੇ ਇਹ ਕਿਹਾ ਕਿ ਵੀ ਮੈਂ ਤਾਂ ਰੂਸ ਦੇ ਐਂਬੈਸਡਰ ਨਾਲ ਨਹੀਂ ਜਾਣਾ ਡੁਬਕੀ ਲਾਉਣ, ਉਹ ਤਾਂ ਉਹਦੇ ਹੱਥ ਹਜ਼ਾਰਾਂ ਯੂਕਰੇਨੀਅਨਸ ਦੇ ਖੂਨ ਨਾਲ ਜਿਹੜੇ ਨੇ ਉਹ ਲੱਥਪੱਥ ਨੇ, ਰੰਗੇ ਹੋਏ ਨੇ। ਲੇਕਿਨ ਹੁਣ ਅਸੀਂ ਸਮਝਦੇ ਹਾਂ ਕਿ ਵੀ ਇਸ ਗੱਲ ਦਾ ਇਹਨਾਂ ਜਿਹੜੇ 70-75 ਐਂਬੈਸਡਰ ਵੀ ਪੈਕ ਕਰਕੇ 1 ਫਰਵਰੀ ਨੂੰ ਲਿਜਾਣੇ ਸੀ, ਉਹਨਾਂ ਨੂੰ ਵੀ ਰੀਕਨਸੀਡਰ ਕਰਨਾ ਚਾਹੀਦਾ ਹੈ ਕਿ ਉੱਥੇ ਜਿਹੜਾ ਹੈ ਮਾਤਾ ਦੇ ਸ਼ਰਧਾਲੂ ਗੰਗਾ ਮਈਆ, ਔਰ ਹਾਲਾਤ ਇਹ ਨੇ, ਤੁਸੀਂ ਕੱਚ ਕਰੜ ਕਿਸਮ ਦੇ ਸਿੱਖ ਵੀ ਜਿਹੜੇ ਜਿਨ੍ਹਾਂ ਦੇ ਵਿੱਚੋਂ ਗੁਰੂ ਰੰਧਾਵਾ ਨਾਂ ਦਾ ਐਕਟਰ ਹੈ ਤੇ ਕੌਣ ਹੈ, ਉਹ ਵੀ ਡੁਬਕੀ ਲਗਾ ਮਾਤਾ ਗੰਗਾ ਕੀ ਜੈ, ਬਹੁਤ ਸ਼ਾਂਤੀ ਮਿਲੀ। ਇੱਕ ਹੋਰ ਡਰਾਮਾ ਹਰਿੰਦਰ ਸਿੰਘ ਸਿੱਕਾ, ਜਿਹਨੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਮੇਜ ਦਿਖਾ ਕੇ ਪਿਕਚਰ ਬਣਾਈ, ਹਾਲਾਂ ਉਹ ਚੱਲਣ ਨਹੀਂ ਸੀ ਦਿੱਤੀ ਸਿੱਖਾਂ ਨੇ, ਸ਼੍ਰੋਮਣੀ ਕਮੇਟੀ ਨੇ ਵੀ ਉਹਦੇ ਤੇ ਇਤਰਾਜ਼ ਕੀਤਾ ਸੀ। ਉਹਨੇ ਪੂਰਾ ਲੰਬਾ ਚੌੜਾ 2 ਪੈਰਾਗ੍ਰਾਫ ਦਾ ਜਿਹੜੀ ਹੈ ਟ੍ਰਿਬਿਊਟ ਦਿੱਤੀ ਹੈ ਤੇ ਨੱਕ ਫੜ ਕੇ ਖੜਾ ਹੈ ਗੰਗਾ 'ਚ ਡੁਬਕੀ ਲਾਉਣ ਦੇ ਲਈ। ਸੋ ਇਹ ਆਪਣੇ ਆਪ ਦੇ ਵਿੱਚ ਨਾਮਧਾਰੀਏ, ਔਰ ਉਹ ਦੂਜਾ ਤਾਂ ਸਾਰੇ ਟੋਲੇ ਚੱਲੇ ਹੀ ਹੋਏ ਨੇ। ਪਰ ਅਸੀਂ ਜਦੋਂ ਹਿਊਮਨ ਟ੍ਰੈਜਡੀ ਦੀ ਗੱਲ ਕਰਦੇ ਹਾਂ, ਕੋਈ ਇਹਨੂੰ ਅਸੀਂ ਸੈਲੀਬ੍ਰੇਟ ਦੂਰ ਦੀ ਗੱਲ, ਵਿਚਾਰੇ ਆਮ ਲੋਕ ਜਿਹੜੇ ਇਹਨਾਂ ਦੇ ਜਿਹੜੇ ਨੈਗੇਟਿਵ ਔਰ ਰਿਚੁਅਲਿਸਟਿਕ ਔਰ ਝੂਠੇ ਪ੍ਰਚਾਰ ਦਾ ਸ਼ਿਕਾਰ ਹੋ ਕੇ, ਔਰ ਸਵੇਰ ਦੇ 1-1:30 ਵਜੇ ਕਿ ਜੀ ਕਾਲੀ ਅਮਾਵਸ ਹੈ ਤੇ ਬ੍ਰਹਮ ਮੁਹੂਰਤ ਹੈ ਤੇ ਉਹਦੇ 'ਚ ਜਦੋਂ ਡੁਬਕੀ ਲਾਈ ਤੇ ਸਾਰੇ ਪਾਪ ਧੁੱਪ ਜਾਣੇ ਨੇ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਦੱਸਦੀ ਹੈ ਕਿ ਵੀ ਬਹੁਤ ਵਾਰ ਕਈ ਕਹਿਣਗੇ ਕਿ ਜੀ ਐਸਾ ਕੀ ਕਾਰਨ ਸੀ ਕਿ
ਹਰ ਥਾਂ ਜਦੋਂ ਕੋਈ ਹਮਲਾਵਰ ਆਏ ਜਾਂ ਕਿਸੇ ਨੇ ਕਬਜ਼ਾ ਕੀਤਾ ਤੇ ਲੋਕ ਖਲੋਤੇ, ਕੋਈ 100 ਸਾਲ ਬਾਅਦ, ਕੋਈ 200 ਸਾਲ ਬਾਅਦ ਲਿਬਰੇਟ ਹੋਏ, ਵੀ ਇਹ 1000 ਸਾਲ ਜੁੱਤੀਆਂ ਖਾਂਦੇ ਰਹੇ ਔਰ ਕੋਈ ਮੂਵਮੈਂਟ ਉਸ ਲੈਵਲ ਦੀ ਕਦੇ ਵੀ ਨਹੀਂ ਬਿਲਟ ਹੋਈ। ਹਾਲਾਂ ਜਿਹੜੇ ਇਹਨਾਂ ਤੇ ਹਮਲਾ ਕਰਕੇ ਰਾਜ ਕਰਨ ਵਾਲੇ ਸੀ ਉਹ ਤਾਂ few hundred ਸੀ ਜਾਂ few thousand ਸੀ, ਇਹ ਕਰੋੜਾਂ 'ਚ ਸੀ। ਸੋ ਮੈਂ ਕਿਹਾ ਕਿ ਵੀ ਇਹ ਜਿਹੜੀ ਜਿਸ ਨੂੰ ਅਲਾਮਾ ਇਕਬਾਲ ਨੇ ਜਦੋਂ ਬੁੱਧ ਦੇ ਥਾਟ ਦੀ ਗੱਲ ਵੀ ਕੀਤੀ, ਉਹਨਾਂ ਨੇ ਕਿਹਾ ਕਿ ਵੀ ਬੁੱਧ ਨੇ ਜੋ ਥਾਟ ਦਿੱਤਾ ਉਸ ਦੇ ਵਿੱਚ ਤਾਂ ਬੜਾ ਮਰਮ ਸੀ, ਬੜੀ ਸੀਕ੍ਰੇਟ ਸੀ। ਆਸ਼ਕਾਰ ਉਸਨੇ ਕੀਆ जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। ਹੁਣ ਜੇ ਜ਼ਮੀਨ ਹੀ ਕਾਬਲ ਨਹੀਂ ਹੈ, ਰੇਤੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਮੀਂਹ ਸਾਰੇ ਸਾਵਣ ਦੇ ਫਰਾਟੇ ਉੱਤੇ ਆ ਜਾਣ, ਉਹ ਟਿਕਣਾ ਹੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਖਿਆਲੀ ਫਲਸਫਾ, ਹੁਣ ਖਿਆਲੀ ਫਲਸਫਾ ਕੀ ਹੈ? ਜ਼ੁਬਾਨੀ ਕਲਾਮੀ, ਤੁਸੀਂ ਅਗਲੇ ਲੋਕ ਪਹੁੰਚਾ ਦਿਓ, ਸਵਰਗ ਪਹੁੰਚਾ ਦਿਓ, ਦੂਜਾ ਕਰ ਦਿਓ, ਪਾਪ ਧੋਣਾ, ਇਹ ਹੈ। ਔਰ ਐਸਾ ਬ੍ਰਾਹਮਣਾਂ ਨੇ ਰਚਿਆ ਹੋਇਆ ਖਿਆਲੀ ਫਲਸਫਾ, ਔਰ 3000 ਸਾਲ ਤੋਂ ਜਿਹੜਾ ਹੈ ਉਹਨਾਂ ਨੂੰ ਫਸਾਇਆ ਹੋਇਆ ਲੋਕਾਂ ਨੂੰ, ਔਰ ਉਹਦੇ 'ਚ ਹੀ ਖਿਆਲੀ ਉਹਦੇ ਤੇ ਵੀ ਫਿਰ ਨਾਜ਼ ਕਰਨਾ ਕਿ ਜੀ ਸਾਡੀ ਸੱਭਿਅਤਾ ਪ੍ਰਾਚੀਨ, ਔਰ ਦੂਜਾ ਗਮਲਿਆਂ ਦੇ ਵਿੱਚ ਜਿਹੜਾ ਉਹ ਬੱਚੇ ਜਮਾ ਦਿੰਦੇ ਨੇ, ਔਰ ਹਾਥੀ ਦੀ ਸੁੰਡ ਜਿਹੜੀ ਹੈ ਉਹ ਬੰਦੇ ਨੂੰ ਲਾ ਦਿੰਦੇ ਨੇ, ਇੱਦਾਂ ਦੇ ਪਲਾਸਟਿਕ ਸਰਜਨ ਸਾਡੇ, ਤੇ ਇਸ ਕਿਸਮ ਦਾ। ਸੋ ਇਹੀ ਅਲਾਮਾ ਇਕਬਾਲ ਨੇ ਕਿਵੇਂ ਠੀਕ ਬੁੱਝਿਆ ਸੀ ਕਿ ਵੀ ਇਸ ਧਰਤੀ ਦੀ ਜਿਹੜੀ ਹੈ ਖਸਲਤ, ਉਹ ਜਿਹੜੀ ਹੈ ਉਹ ਉਸ ਬਾਰਿਸ਼ੇ ਰਹਿਮਤ ਦਾ ਵੀ ਕਿ ਕੋਈ ਆਇਆ ਵੀ, ਕੋਈ ਥਾਟ ਵੀ, ਲੇਕਿਨ ਔਰ ਇਹੀ ਮੈਂ ਦੇਖਦਾ ਵੀ ਬੇਸ਼ੱਕ। ਔਰ ਅਲਾਮਾ ਨੇ ਉਸ ਤੋਂ ਬਾਅਦ, ਬੁੱਧ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ ਕਿ ਵੀ ਬੁੱਤ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੌਸ਼ਨ ਹੁਆ। ਇਹ ਬੁੱਤ ਪ੍ਰਸਤਾਂ ਦਾ ਮੁਲਕ 1000 ਸਾਲ ਬਾਅਦ, ਜੇ ਹੁਣ ਬੁੱਧ ਜੀਸਸ ਦੇ ਜਨਮ ਤੋਂ 400-500 ਸਾਲ ਪਹਿਲਾਂ ਨੇ ਤੇ ਗੁਰੂ ਨਾਨਕ ਸਾਹਿਬ 15ਵੀਂ ਸਦੀ ਦੇ ਵਿੱਚ ਹੁੰਦੇ ਨੇ, ਸੋ ਆਲਮੋਸਟ 2000 ਸਾਲ ਦਾ ਫਰਕ ਹੈ। ਔਰ ਵਹਾਦਤ ਔਰ ਤੌਹੀਦ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਔਰ ਅਸੀਂ ਇਹ ਦੇਖਦੇ ਹਾਂ ਵੀ ਇਹਦੇ ਬਾਵਜੂਦ ਕਿ ਵੀ 10 ਗੁਰੂ ਸਾਹਿਬਾਨ ਨੇ 230 ਸਾਲ ਲੇਬਰ ਕੀਤੀ। ਜਦੋਂ ਅਸੀਂ ਲੇਬਰ ਕਹਿੰਦੇ ਹਾਂ, ਇਹਦਾ ਮਤਲਬ ਉੱਥੇ ਘੜਿਆ, ਉਸ ਇਨਸਾਨ ਨੂੰ ਚਿਜ਼ਲ ਕੀਤਾ, ਉਸ ਦੇ ਵਿੱਚ ਰੈਵੋਲੂਸ਼ਨ ਵੀ, ਸਮਾਜਿਕ, ਆਰਥਿਕ, ਸਿਆਸੀ, ਧਾਰਮਿਕ, ਰੂਹਾਨੀਅਤ ਪਰਫੈਕਟ, ਔਰ ਉਹਦੇ ਚੋਂ ਇੱਕ ਪੰਜ ਕਕਾਰੀ ਰੂਪ ਵਾਲਾ ਜਿਹੜਾ ਖਾਲਸਾ ਕੀਤਾ ਪੈਦਾ। ਲੇਕਿਨ ਤੁਸੀਂ ਇੰਪੈਕਟ ਦੇਖੋ ਇਸ ਖਿਆਲੀ ਫਲਸਫਾ ਵਾਲਿਆਂ ਦੀ ਤਹਿਜ਼ੀਬ ਦਾ, ਕਿ ਅੱਜ ਸਾਡਾ ਇੱਕ ਵੱਡਾ ਹਿੱਸਾ ਵੀ ਉਸ ਕਿਸਮ ਦੇ ਹੀ ਜਿਹੜਾ ਹੈ ਉਹ ਸੁਪਰਸਟੀਸ਼ਨ ਦੇ ਵਿੱਚ, ਰਿਚੁਅਲਿਜ਼ਮ ਦੇ ਵਿੱਚ, ਉਸ ਕਿਸਮ ਦੀਆਂ ਮਿਥਿਹਾਸਕ ਕਹਾਣੀਆਂ ਦੇ ਵਿੱਚ ਕਿਵੇਂ ਗਵਾਚਿਆ ਹੋਇਆ, ਕਿਵੇਂ ਉਲਝਿਆ ਹੋਇਆ। ਔਰ ਇਹ ਸਾਡੇ ਲਈ ਇੱਕ ਸ਼ਰਮ ਦਾ ਵਾਇਸ ਵੀ ਹੈ। ਔਰ ਅਸੀਂ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਕਿ ਜਦੋਂ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਕਿ ਵੀ ਜੇ ਉੱਥੇ ਉਹਨਾਂ ਦੇ ਕਹਿਣ ਮੁਤਾਬਕ 100 ਮਿਲੀਅਨ ਆ ਗਿਆ ਕਿ 200, ਜੋ ਮਰਜ਼ੀ ਕਹੀ ਜਾਣ ਉਹਨਾਂ ਦਾ ਹੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਕਿਸਮ ਦੇ ਪ੍ਰਚਾਰ ਦਾ ਸ਼ਿਕਾਰ ਕਿ ਇਹ ਮਹਾਕੁੰਭ ਹੈ, ਇਹ ਗ੍ਰਹਿ ਇੱਥੇ ਆ ਗਏ, ਇਹ ਬ੍ਰਹਮ ਮਹੂਰਤ ਹੈ, ਜੇ ਹੁਣ ਸਵੇਰ ਦੇ 1:30 ਵਜੇ ਡੁਬਕੀ ਲਾਈ ਤੇ ਸਾਰੇ ਜਿਹੜੇ ਨੇ ਉਹ ਕਲਪ ਬ੍ਰਿਕਸ਼ ਵੀ ਮਿਲ ਜਾਏਗਾ, ਤੇ ਮਾਂ ਲక్ష్ਮੀ ਵੀ ਜਿਹੜੀ ਹੈ ਨਿਹਾਲ ਹੋ ਜਾਏਗੀ, ਔਰ ਫਲਾਣਾ ਵੀ ਹੋ ਜਾਏਗਾ। ਤੇ ਹੁਣ ਇਹ ਵਿਚਾਰਿਆਂ ਦਾ ਜੇ ਫੇਟ ਇਸ ਕਿਸਮ ਦਾ ਹੀ ਆ, ਔਰ ਉਹ ਜਿਹੜੀਆਂ ਪਿਕਚਰ ਸਾਹਮਣੇ ਆਈਆਂ ਉਹੀ ਸਧਾਰਨ ਗਰੀਬੀ ਦੇ ਮਾਰੇ ਹੋਏ ਲੋਕ ਜਿਹੜੇ ਵਿਚਾਰੇ ਉਹ ਸਾਰੇ ਨੂੰ ਸਫਰ ਕਰਦੇ ਨੇ। ਅੱਜ ਕੱਲ ਰਿਪੋਰਟਾਂ ਤੇ ਰਿਪੋਰਟਾਂ ਠਹਿਰ ਰਿਪੋਰਟਾਂ ਵੱਜ ਰਹੀਆਂ। ਅਸੀਂ ਕੱਲ ਗੱਲ ਕੀਤੀ ਸੀ ਕਿ ਕੈਨੇਡਾ ਦੇ ਹੇਗ ਕਮਿਸ਼ਨ ਜਿਹੜਾ ਖਾਸ ਤੌਰ ਤੇ ਜਿਸ ਨੇ 123 ਸਫ਼ਿਆਂ ਦੀ ਆਪਣੀ ਰਿਪੋਰਟ ਰਿਲੀਜ਼ ਕੀਤੀ, ਜਿਹੜੀ ਆਲਮੋਸਟ 18 ਮਹੀਨੇ ਪਹਿਲਾਂ ਇੱਕ ਮਿਸ਼ਨ ਹੋਣ ਦੇ ਵਿੱਚ ਆਇਆ ਸੀ, ਫੋਰਨ ਇੰਟਰਫੀਅਰੈਂਸ, ਖਾਸ ਤੌਰ ਤੇ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ। ਹਾਲਾਂਕਿ ਕੱਲ੍ਹ ਇਹ ਖਬਰ ਵੀ ਸਾਡੇ ਕੋਲ ਸੀ, ਪਰ ਅਸੀਂ ਇਸ ਨੂੰ ਜਿਹੜਾ ਅੱਜ ਡਿਸਕਸ ਕਰ ਰਹੇ ਕਿ ਠੀਕ ਅੱਜ ਤੋਂ 2 ਦਿਨ ਪਹਿਲਾਂ ਇੱਕ ਹੋਰ ਕਮਿਸ਼ਨ, ਜਿਹੜਾ ਕਿ ਸ਼ਾਇਦ ਬਹੁਤਿਆਂ ਨੂੰ ਯਾਦ ਹੋਏਗਾ ਕਿ ਇੱਕ ਸਟੇਜ ਤੇ ਜਿਹੜਾ UK ਦੇ ਵਿੱਚ ਜਿਹੜੀ ਨਸਲੀ ਨਫ਼ਰਤ ਨਾਲ ਜੁੜੇ ਹੋਏ ਵੀ, ਫਿਰ ਲੈਸਟਰ ਸ਼ਹਿਰ ਦੇ ਵਿੱਚ
ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਾਲੇ ਫਸਾਦ ਵੀ, ਔਰ ਜਿਹੜਾ ਵੱਧ ਰਹੀ ਨਫ਼ਰਤ ਉਹ ਭਾਵੇਂ ਰਾਈਟ ਵਿੰਗ ਰੇਸਿਜ਼ਮ ਦੀ ਹੈ ਜਾਂ ਔਰਤਾਂ ਦੇ ਖਿਲਾਫ ਜਿਹਨੂੰ ਮਿਸੋਜਨੀ ਕਿਹਾ ਜਾਂਦਾ ਹੈ, ਉਹ ਇੱਕ ਨਫ਼ਰਤ ਦਾ ਮਾਹੌਲ ਇੱਕ ਪਾਸੇ ਇੱਕ ਜ਼ਮਾਨੇ ਦੇ ਵਿੱਚ ਫੈਮਿਨਿਸਟ ਮੂਵਮੈਂਟ ਸੀ, ਉਹਨੂੰ ਉਹਦੇ ਆਪੋਜ਼ਿਟ ਮਿਸੋਜਨੀ ਔਰ ਇਸ ਕਿਸਮ ਦੇ ਗਰੁੱਪ, ਔਰ ਇੰਟਰਨੈਟ ਦੇ ਉੱਤੇ ਇਸ ਕਿਸਮ ਦੇ ਰੈਡੀਕਲਾਈਜ਼ ਕਰਨ ਵਾਲੇ ਗਰੁੱਪ। ਸੋ ਯੂਕੇ ਦੇ ਵਿੱਚ ਕਿਉਂਕਿ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਥੱਲੇ ਜਿਹੜੇ ਮੁਲਕ ਰਹੇ ਵੱਡੀ, ਹਾਲਾਂ ਅਮਰੀਕਾ ਦੇ ਵਿੱਚ ਵੀ 200 ਤੋਂ ਜ਼ਿਆਦਾ ਐਥਨੀਸਿਟੀਜ਼ ਦੇ ਔਰ ਦੂਸਰੇ ਲੋਕ ਰਹਿੰਦੇ ਨੇ, ਪਰ ਇੱਕ ਵਿਸ਼ਾਲ ਮੁਲਕ ਹੈ, ਸਿਸਟਮ ਮੋਰ ਪਲੇਸਡ ਹੈ, ਔਰ ਇੱਥੇ ਜਦੋਂ ਵੀ ਕੋਈ ਹੇਟਰੇਡ ਜਾਂ ਨਫ਼ਰਤ ਜਾਂ ਕੋਈ ਟਕਰਾਅ ਹੁੰਦਾ ਹੈ ਤੇ ਉਹ ਫਿਰ ਰੇਸਿਜ਼ਮ ਦੇ ਥੱਲੇ ਤਾਂ ਆਉਂਦਾ ਹੈ। ਉਹਦੇ 'ਚ ਕਈ ਵਾਰੀ ਰਿਵਰਸ ਰੇਸਿਜ਼ਮ ਵੀ ਹੋ ਸਕਦਾ, ਅਫਰੀਕਨ ਅਮਰੀਕਨਸ ਉਹਦੇ 'ਚ ਇਨਵੋਲਵ ਹੋ ਸਕਦੇ ਨੇ, ਪਰ ਇੱਥੇ ਅਸੀਂ ਉਸ ਲੈਵਲ ਦੀ ਜਿਹੜੀ ਹੈ ਐਥਨਿਕ ਵਾਇਲੈਂਸ ਜਾਂ ਇੱਕ ਦੂਸਰੇ ਪ੍ਰਤੀ ਹੇਟਰੇਡ ਜਾਂ ਉਸ ਕਿਸਮ ਦਾ ਪਾਰਟ ਘੱਟ ਹੈ। ਹਾਲਾਂ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਵੀ ਇਸ ਵੇਲੇ ਜੋ ਬਦਲਿਆ ਹੋਇਆ ਮਾਹੌਲ ਹੈ ਔਰ ਜਿਸ ਕਿਸਮ ਦੀ ਅਫਰਾ ਤਫਰੀ, ਉਹਦੇ ਰੀਜ਼ਨ ਵੀ ਅਸੀਂ ਡਿਸਕਸ ਕਰਦੇ ਹਾਂ, ਉਹ ਕਿਸੇ ਹੋਰ ਪਾਸੇ ਲੈ ਜਾਏ ਤਾਂ ਪਤਾ ਨਹੀਂ, ਪਰ ਫਿਰ ਵੀ ਅਮਰੀਕਨ ਸਿਸਟਮ ਜਿਹੜਾ ਹੈ ਵੈਲ ਇਨ ਪਲੇਸ ਹੈ। ਇੱਥੇ ਕੁਛ ਇਸ ਕਿਸਮ ਦਾ ਹੋ ਜਾਏ ਕਿ ਜੀ ਪੁਲਿਸ ਨੇ ਕੋਈ ਜ਼ਿਆਦਤੀ ਕੀਤੀ ਤੇ ਬਲੈਕ ਲਾਈਵਜ਼ ਮੈਟਰ ਮੂਵਮੈਂਟ ਖੜੀ ਹੋ ਗਈ, ਜਾਂ ਕਈ ਵਾਰ ਜਿਹੜੇ ਰਾਈਟ ਵਿੰਗਰ ਨੇ ਉਹ ਆਪਣਾ ਕੰਮ ਕਰਦੇ ਨੇ। ਸੋ ਇਸ ਗੱਲ ਦੇ ਮੱਦੇ ਨਜ਼ਰ ਲਗਭਗ 2 ਸਾਲ ਪਹਿਲਾਂ ਪਿਛਲੀ ਸਰਕਾਰ ਦੇ ਵੇਲੇ ਹੀ ਇੱਕ ਕਮਿਸ਼ਨ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਗਿਆ ਸੀ, ਔਰ ਉਸ ਦੀ ਰਿਪੋਰਟ ਜਿਹੜੀ ਹੈ ਉਹਦਾ ਇੱਕ ਹਿੱਸਾ ਲੀਕ ਹੋਇਆ। ਹਾਲਾਂ ਇਹ ਰਿਪੋਰਟ ਪਿਛਲੇ ਸਾਲ ਰਿਸ਼ੀ ਸੁਨਕ ਦੀ ਹਕੂਮਤ ਸੀ ਉਸ ਵੇਲੇ ਜਿਹੜਾ ਸਾਹਮਣੇ ਆਈ ਸੀ, ਲੇਕਿਨ ਉਹਦੇ ਇੱਕ ਹਿੱਸੇ ਦੇ ਵਿੱਚ ਹਿੰਦੂਤਵਾ ਔਰ ਹਿੰਦੂ ਨੈਸ਼ਨਲਿਜ਼ਮ ਦਾ ਜ਼ਿਕਰ ਨਹੀਂ ਸੀ। ਔਰ ਹੁਣ ਪਾਲਿਸੀ ਐਕਸਚੇਂਜ ਥਿੰਕ ਟੈਂਕ ਹੈ, ਉਸ ਨੇ ਇਸ ਦੀ ਰਿਪੋਰਟ ਦਾ ਇੱਕ ਜਿਹੜਾ ਹਿੱਸਾ ਇੱਕ ਰਿਲੀਜ਼ ਕੀਤਾ ਹੈ। ਸਾਡੇ ਸਾਹਮਣੇ ਦੋਨੋਂ ਹੀ ਜਿਹੜੇ ਬ੍ਰਿਟਨ ਦੇ ਪ੍ਰੋਮੀਨੈਂਟ ਅਖਬਾਰ ਨੇ, ਇੰਡੀਪੈਂਡੈਂਟ ਔਰ ਗਾਰਡੀਅਨ, ਉਹਨਾਂ ਦੇ ਪ੍ਰਿੰਟ ਆਊਟਸ ਨੇ, ਔਰ ਉਹਦੇ 'ਚ ਜਿਹੜੇ ਉਹਨਾਂ ਨੇ ਹੈਡਲਾਈਨਸ ਦਿੱਤੀਆਂ ਨੇ, ਉਹਨਾਂ 'ਚ ਜਿਹੜੀ ਖਾਸ ਇੰਡੀਪੈਂਡੈਂਟ ਦੀ ਹੈਡਲਾਈਨ ਹੈ, ਮਿਸੋਜਨੀ ਐਂਡ ਵਾਇਲੈਂਸ ਅਗੇਂਸਟ ਵਿਮਨ ਆਈਡੈਂਟੀਫਾਈਡ ਐਜ਼ ਗੇਟਵੇਜ਼ ਟੂ ਐਕਸਟ੍ਰੀਮਿਜ਼ਮ ਲੀਕਡ ਹਿਊਮਨ ਆਫਿਸ ਰਿਪੋਰਟ ਸੇਜ਼। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਮਿਸੋਜਨੀ ਹੁੰਦਾ ਜਦੋਂ ਤੁਸੀਂ ਔਰਤਾਂ ਦੇ ਖਿਲਾਫ ਇੱਕ ਤੁਹਾਡਾ ਬਣਿਆ ਰਵੱਈਆ ਹੁੰਦਾ, ਤੁਸੀਂ ਹਰ ਚੀਜ਼ ਜਿਹੜੀ ਆ ਉਹ ਨੈਗੇਟਿਵਿਟੀ ਦੇ ਤੌਰ ਦੇ ਉੱਤੇ ਦੇਖਣੀ ਹੈ। ਔਰ ਜਿਹੜੀ ਦੂਸਰੀ ਗਾਰਡੀਅਨ ਨੇ ਇਸ ਦੇ ਵਿੱਚ ਈਵਨ misogyny identified as breeding ground for extremism in UK, says leaked report. The manosphere and Hindu nationalism were also identified by report commissioned after last summer's riots. ਪਿਛਲੀ ਸਮਰ ਦੇ ਵਿੱਚ ਯਾਨੀ 2024 ਦੇ ਵਿੱਚ ਜਦੋਂ ਇਹ ਹੋਏ ਨੇ ਉੱਥੇ ਦੰਗੇ, ਉਸ ਤੋਂ ਬਾਅਦ ਇਹ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਅਸੀਂ ਦੇਖਾਂਗੇ ਕਿ ਮਿਸੋਜਨੀ ਕੀ ਹੁੰਦੀ ਹੈ, ਜਦੋਂ ਤੁਸੀਂ ਇਸ ਦੀ ਡਿਕਸ਼ਨਰੀ ਡੈਫੀਨੇਸ਼ਨ ਦੇਖਦੇ ਹੋ ਤੇ ਫਿਰ ਇਸ ਦੇ ਵਿੱਚ ਹੈ ਕਿ ਮਿਸੋਜਨੀ ਇਹ ਹੈ ਕੰਟੈਂਪਟ ਅਗੇਂਸਟ ਵਿਮਨ, ਕਿ ਔਰਤਾਂ ਦੇ ਖਿਲਾਫ ਇੱਕ ਨਫ਼ਰਤ ਭਰਿਆ ਵਰਤਾਰਾ। ਦੂਸਰਾ ਲਫ਼ਜ਼ ਜਿਹੜਾ ਇੰਡੀਪੈਂਡੈਂਟ ਨੇ ਹੈਡਲਾਈਨ 'ਚ ਵਰਤਿਆ, ਔਰ ਉਹ ਲਫ਼ਜ਼ ਜਿਹੜਾ ਮੈਨੋਸਫੀਅਰ। ਹੁਣ ਮੈਨੋਸਫੀਅਰ ਨੂੰ ਇਹ ਕਹਿੰਦੇ ਨੇ ਵੈਬਸਾਈਟਸ, ਬਲੌਗਸ, ਆਨਲਾਈਨ ਫੋਰਮਸ, ਮੈਸਕੁਲਿਨਿਟੀ, ਮਿਸੋਜਨੀ ਐਂਡ ਆਪੋਜੀਸ਼ਨ ਟੂ ਫੈਮਿਨਿਜ਼ਮ। ਇਹ ਸਾਰੇ ਹੀ ਕਿ ਵੀ ਇਹ ਜਿਹੜੇ ਸਾਰੇ ਹੀ ਆਨਲਾਈਨ ਬਲੌਗਰਸ ਨੇ, ਵੈਬਸਾਈਟਸ ਨੇ, ਉਹ ਫੋਰਮਸ ਨੇ ਜਿਹੜੇ ਮਰਦਾਊਪਣੇ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਦੇ ਨੇ, ਪ੍ਰਮੋਟਿੰਗ ਮੈਸਕੁਲਿਜ਼ਮ ਔਰ ਔਰਤਾਂ ਪ੍ਰਤੀ ਨੈਗੇਟਿਵਿਟੀ, ਮਿਸੋਜਨੀ ਜਿਹੜਾ ਇੱਕ ਪੂਰਾ ਹੁੰਦਾ ਹੈ, ਔਰ ਆਪੋਜੀਸ਼ਨ ਟੂ ਫੈਮਿਨਿਜ਼ਮ। ਸੋ ਇਹ ਵੀ ਅਲਟੀਮੇਟਲੀ ਮਿਸੋਜਨੀ ਦੇ ਨਾਲ ਆਪਣੀ ਮੈਸਕੁਲਿਨਿਟੀ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਦੇ ਨੇ। ਸੋ ਇਹਦੇ 'ਚ ਮੈਂ ਜਿਹੜਾ ਉਹ ਗਾਰਡੀਅਨ ਨੂੰ ਚੁਣਦਾ ਇਹ ਦੱਸਣ ਦੇ ਲਈ, ਕਿਉਂਕਿ ਬਾਕੀ ਤਾਂ ਮਿਸੋਜਨੀ ਕੀ ਹੈ ਜਾਂ ਉਹਦੇ 'ਚ ਕੀ ਉਹਦੇ
ਐਂਗਲ ਨੇ ਉਸ ਦੀ ਥਾਂ ਤੇ ਮੈਂ ਉਹਨੇ ਹਿੱਸੇ ਤੇ ਹੀ ਫੋਕਸ ਕਰਨਾ ਚਾਹਾਂਗਾ ਅੱਛਾ ਜਿਹਦੇ ਚ ਪਹਿਲੀ ਵਾਰ ਹੈ ਕਿ ਵੀ ਯੂਕੇ ਦੇ ਵਿੱਚ ਹਿੰਦੂ ਨੈਸ਼ਨਲਿਜ਼ਮ ਨੂੰ ਔਰ ਹਿੰਦੂਤਵਾ ਨੂੰ ਐਜ਼ ਏ ਗੇਟਵੇ ਟੂ ਐਕਸਟ੍ਰੀਮਿਜ਼ਮ ਕਿ ਵੀ ਇਹ ਅੱਤਵਾਦ ਔਰ ਦਹਿਸ਼ਤਗਰਦੀ ਵੱਲ ਲੀਡ ਕਰਨ ਵਾਲੀਆਂ ਵਿਚਾਰਧਾਰਾਵਾਂ ਨੇ ਕਿਉਂਕਿ ਲੈਸਟਰ ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਜਿਹੜਾ ਮੁਸਲਮਾਨਾਂ ਦੇ ਖਿਲਾਫ ਬਿਲਕੁਲ ਸੇਧਤ ਸਨ ਮਸੀਤਾਂ ਤੇ ਹਮਲੇ ਸੀ ਮੁਸਲਮਾਨ ਨੇਬਰਹੁੱਡ ਦੇ ਉੱਤੇ ਸੀ ਉਹਦੇ 'ਚ ਹਿੰਦੂ ਤਵੀਆਂ ਨੇ ਪੂਰਾ ਆਪਣਾ ਜਿਹੜਾ ਦੰਗਈਆਂ ਵਾਲਾ ਰੋਲ ਜੋ ਉੱਥੇ ਕਰਦੇ ਨੇ ਉਹ ਅਦਾ ਕੀਤਾ ਸੀ ਔਰ ਇਸ ਰਿਪੋਰਟ ਦੇ ਵਿੱਚ ਜਿਹੜਾ ਹਿੰਦੂ ਨੈਸ਼ਨਲਿਜ਼ਮ ਨਾਲ ਸੰਬੰਧਿਤ ਸ਼ਬਦ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਕੂਪਰ ਕਮਿਸ਼ਨਡ the rapid review in August. For the first time, it identifies Hindu nationalist extremism and Hindutva as ideology of concerns after unrest in Leicester in 2022. Leicester ਦੇ ਵਿੱਚ 2022 ਦੰਗੇ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੇ ਮੰਨ ਲਿਆ ਸੀ ਲੇਕਿਨ ਪਿਛਲੇ ਕਿਉਂਕਿ ਰਿਸ਼ੀ ਸੁਨਕ ਦੀ ਹਕੂਮਤ ਸੀ ਉਹਨਾਂ ਨੇ ਇਹਨੂੰ ਡਿਕਲੇਅਰ ਨਹੀਂ ਸੀ ਕੀਤਾ ਕਿ ਹਿੰਦੂਤਵਾ ਔਰ ਹਿੰਦੂ ਨੈਸ਼ਨਲਿਜ਼ਮ ਜਿਹੜਾ ਹੈ ਇਹ ਐਕਸਟ੍ਰੀਮਿਸਟ ਨੇ ਔਰ ਹੁਣ ਇਸ ਰਿਪੋਰਟ 'ਚ ਹੈ ਹਿੰਦੂ ਨੈਸ਼ਨਲਿਸਟ ਐਕਸਟ੍ਰੀਮਿਜ਼ਮ ਇਜ਼ ਐਨ ਐਕਸਟ੍ਰੀਮਿਸਟ ਆਈਡੀਓਲੋਜੀ that advocates for Hindu supremacy and seeks to transform India into an ethno-religious Hindu state. ਇਹ ਉਹਨਾਂ ਨੇ ਡਿਫਾਈਨ ਕੀਤਾ ਕਿ ਹਿੰਦੂ ਨੈਸ਼ਨਲਿਸਟ ਐਕਸਟ੍ਰੀਮਿਜ਼ਮ ਜਿਹੜਾ ਹੈ ਇਹ ਇੱਕ ਐਕਸਟ੍ਰੀਮਿਸਟ ਅੱਤਵਾਦੀ ਵਿਚਾਰਧਾਰਾ ਹੈ ਜਿਹੜੀ ਇਸ ਗੱਲ ਦੀ ਵਜ਼ਾਹਤ ਕਰਦੀ ਹੈ ਕਿ ਹਿੰਦੂ ਸੁਪਰਾਮੇਸੀ ਹੋਣੀ ਚਾਹੀਦੀ ਹੈ ਔਰ ਉਹ ਜਿਹੜਾ ਅੱਜ ਦਾ ਇੰਡੀਆ ਉਸ ਨੂੰ ਐਥਨੋ ਰਿਲੀਜੀਅਸ ਹਿੰਦੂ ਸਟੇਟ ਕਿ ਵੀ ਇੱਥੇ ਸਿਰਫ ਹਿੰਦੂਆਂ ਦਾ ਬੋਲਬਾਲਾ ਹੋਏਗਾ ਬਾਕੀਆਂ ਦਾ ਕੋਈ ਮੁਕਾਮ ਟਿਕਾਣਾ ਜਾਂ ਹਕੂਕ ਨਹੀਂ ਹੋਣਗੇ ਉਸ ਦੀ ਐਡਵੋਕੇਸੀ ਕਰਦੇ ਨੇ ਫਿਰ ਇਹ ਕਿ ਹਿੰਦੂਤਵਾ ਇਜ਼ ਏ ਪੋਲੀਟੀਕਲ ਮੂਵਮੈਂਟ ਡਿਸਟਿੰਕਟ ਫਰੋਮ ਹਿੰਦੂਇਜ਼ਮ which advocates for the hegemony of Indian Hindus and the establishment of a monolithic Hindu Rashtra or state in India, the report said. ਉਹਨਾਂ ਨੇ ਬਿਲਕੁਲ ਕਲੀਅਰਲੀ ਡਿਫਾਈਨ ਕੀਤਾ ਕਿ ਹਿੰਦੂਤਵਾ ਇੱਕ ਸਿਆਸੀ ਵਿਚਾਰਧਾਰਾ ਹੈ ਜਿਹੜੀ ਹਿੰਦੂਇਜ਼ਮ ਤੋਂ ਵੱਖਰੀ ਹੈ ਔਰ ਇਹ ਜਿਹੜੀ ਹੈ ਇਹ ਇਸ ਗੱਲ ਦੀ ਐਡਵੋਕੇਸੀ ਵਜ਼ਾਹਤ ਕਰਦੀ ਹੈ ਕਿ ਭਾਰਤ ਜਿਹੜਾ ਸਿਰਫ ਹਿੰਦੂਆਂ ਲਈ ਹੈ ਔਰ ਸਿਰਫ ਹਿੰਦੂਆਂ ਦੇ ਲਈ ਹੀ ਇਸ ਦੇਸ਼ ਦਾ ਹਿੰਦੂ ਰਾਸ਼ਟਰ ਬਣਾਇਆ ਜਾਏਗਾ ਔਰ ਬਾਕੀਆਂ ਦੇ ਲਈ ਕੋਈ ਥਾਂ ਨਹੀਂ ਹੋਏਗੀ ਫਿਰ ਉਹਨਾਂ ਨੇ ਕਿਹਾ ਵੀ ਟੈਂਸ਼ਨਸ ਬਿਟਵੀਨ ਹਿੰਦੂ ਐਂਡ ਮੁਸਲਿਮ ਕਮਿਊਨਿਟੀਜ਼ ਇਨ ਦਾ ਯੂਕੇ ਆਰ ਸਟਿਲ ਐਵੀਡੈਂਟ ਐਂਡ ਦਾ ਇਵੈਂਟਸ ਇਨ ਲੈਸਟਰ ਸ਼ੋ ਹਾਊ ਡਿਸਇਨਫੋਰਮੇਸ਼ਨ ਕੈਨ ਪਲੇ ਏ ਰੋਲ ਇਨ ਆਫਲਾਈਨ ਐਕਸ਼ਨ ਕਿਉਂਕਿ ਇੱਥੇ ਲੈਸਟਰ 'ਚ ਹਿੰਦੂ ਤਵੀਆਂ ਨੇ ਬਹੁਤ ਗਲਤ ਢੰਗ ਦੇ ਨਾਲ ਅਫਵਾਹਾਂ ਫੈਲਾਈਆਂ ਹਿੰਦੂ ਕਰਾਊਡਸ ਇਕੱਠੇ ਕਰਕੇ ਮੁਸਲਮਾਨਾਂ ਦੇ ਨੇਬਰਹੁੱਡ ਤੇ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਕਿਵੇਂ ਲੈਸਟਰ ਦੇ ਵਿੱਚ ਹਿੰਦੂਆਂ ਮੁਸਲਮਾਨਾਂ 'ਚ ਟੈਂਸ਼ਨ ਵਧੀ ਔਰ ਉਹਦੇ 'ਚ ਡਿਸਇਨਫੋਰਮੇਸ਼ਨ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ ਇਹ ਆਪਣੇ ਆਪ 'ਚ ਹੈ ਔਰ ਅਸੀਂ ਇਹ ਯਾਦ ਦਹਾਨੀ ਕਰਵਾ ਦਈਏ ਕਿ ਈਵਨ ਬਰੈਂਪਟਨ ਦੇ ਵਿੱਚ ਕਿਵੇਂ ਜਦੋਂ ਕਿ ਇੰਡੀਅਨ ਕੌਂਸੂਲੇਟ ਕੈਂਪ ਲਾਉਣ ਦੇ ਨਾਂ ਥੱਲੇ ਮੰਦਿਰ ਦੇ ਵਿੱਚ ਜਾਂਦਾ ਔਰ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹ ਬਾਹਰ ਉਹਦੇ ਪਾਰਕ ਹੈ ਉਹਦੇ 'ਚ ਪ੍ਰੋਟੈਸਟ ਕਰਦੇ ਨੇ ਤੇ ਕਿਵੇਂ ਡਿਸਇਨਫੋਰਮੇਸ਼ਨ ਬਣਾ ਕੇ ਕਿ ਜੀ ਸਿੱਖਾਂ ਨੇ ਹਿੰਦੂਆਂ ਦੇ ਮੰਦਿਰ ਤੇ ਹਮਲਾ ਕਰ ਦਿੱਤਾ ਉਸ ਖਬਰ ਨੂੰ ਪ੍ਰਕਾਸ਼ਿਤ ਹੀ ਨਹੀਂ ਕੀਤਾ ਗਿਆ ਮੋਦੀ ਨੇ ਵੀ ਟਵੀਟ ਕੀਤਾ ਦੂਜਾ ਔਰ ਕਿਵੇਂ ਫਿਰ ਹਿੰਦੂ ਤਵੀਆਂ ਦੀ ਇੱਕ ਭੀੜ ਇਕੱਠੀ ਹੋ ਕੇ ਮਾਲਟਨ ਗੁਰਦੁਆਰੇ ਦੇ ਉੱਤੇ ਹਮਲਾਵਰ ਹੋਈ ਹੁਣ ਇਹ ਹੈ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਔਰ ਕੱਲ੍ਹ ਦੀ ਕੈਨੇਡੀਅਨ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਵੀ ਬੜਾ ਕਲੀਅਰਲੀ ਇਸ ਗੱਲ ਨੂੰ ਮੈਂਸ਼ਨ ਕੀਤਾ ਗਿਆ ਕਿ ਵੀ ਇਕੱਲਾ ਇਹੀ ਨਹੀਂ ਕਿ ਵਿਦਨ ਕੈਨੇਡਾ ਇੰਡੀਅਨ ਏਜੰਸੀਆਂ ਜਾਂ ਉਹਨਾਂ ਦੀਆਂ ਪ੍ਰੋਕਸੀਜ਼ ਉਹਨਾਂ ਨੇ ਵਾਇਲੈਂਸ ਔਰ ਦੂਜਾ ਮਿਸਇਨਫੋਰਮੇਸ਼ਨ ਕਿਵੇਂ ਇੱਕ ਪਾਸੇ ਪ੍ਰੋ ਖਾਲਿਸਤਾਨ ਸਿੱਖਾਂ ਨੂੰ ਬਦਨਾਮ ਕਰਨਾ ਜਾਂ ਈਵਨ ਜਸਟਿਨ ਟਰੂਡੋ ਦੇ ਖਿਲਾਫ ਔਰ ਥਰਡ ਕਿਵੇਂ ਉਹਨਾਂ ਨੇ ਈਵਨ ਟੈਕਨੋਲੋਜੀ ਦੇ ਵਿੱਚ ਵੀ ਹੈਕਿੰਗ ਔਰ ਦੂਸਰੀ ਲਾਈਨ ਨੂੰ ਲਿਆਂਦਾ ਹੁਣ ਇਹ ਬਹੁਤ ਮੈਂ ਸਮਝਦਾ ਕਿ ਵੀ ਪੋਜ਼ਿਟਿਵ ਡਿਵੈਲਪਮੈਂਟ ਹੋਈ ਹੈ ਕਿ ਯੂਕੇ ਦੇ ਹੋਮ ਆਫਿਸ ਨੇ ਆਪਣੀ ਰਿਪੋਰਟ 'ਚ ਇਹਨਾਂ ਦੋਨਾਂ ਨੂੰ ਹੀ ਹਿੰਦੂਤਵਾ ਔਰ ਇਹਨਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਹੀ ਹਿੰਦੂ ਨੈਸ਼ਨਲ ਥੀਓਕ੍ਰੈਟਿਕ ਜਾਂ
ਐਥਨੋ ਰਿਲੀਜੀਅਸ ਹਿੰਦੂ ਰਾਸ਼ਟਰ ਇਹਨਾਂ ਨੂੰ ਉਹਨਾਂ ਨੇ ਗੇਟਵੇ ਟੂ ਐਕਸਟ੍ਰੀਮਿਜ਼ਮ ਮੰਨਿਆ। ਇਹ ਸਾਰਾ ਜਿਹੜਾ ਹਿੰਦੂਤਵਾਦ ਦੀ ਆਈਡੀਓਲੋਜੀ ਜਿਹਨੂੰ ਭਾਰਤੀ ਸੁਪਰੀਮ ਕੋਰਟ ਨੇ ਤਾਂ ਇਸ ਨੂੰ ਵੇ ਆਫ ਲਾਈਫ ਕਹਿ ਕੇ ਉੱਥੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਤੁਸੀਂ ਜੋ ਮਰਜ਼ੀ ਕਰੋ, ਪਰ ਇਹ ਕਿਸ ਕਿਸਮ ਦੀ ਖਤਰਨਾਕ ਆਈਡੀਓਲੋਜੀ ਹੈ। ਪਿਛਲੇ ਦਿਨਾਂ 'ਚ ਅਜੇ ਕੱਲ ਮੈਂ ਦੇਖ ਰਿਹਾ ਸੀ ਕਿ ਉਹਨੇ ਕਰਨ ਥਾਪਰ, ਉਹਨੇ ਅਰੁਣ ਸ਼ੌਰੀ, ਸਿੱਖਾਂ ਦੇ ਖਿਲਾਫ ਵੀ ਉਹਨੇ ਨਫ਼ਰਤ ਭਰੇ ਲੇਖ ਇੱਕ ਜ਼ਮਾਨੇ 'ਚ ਇੰਡੀਅਨ ਐਕਸਪ੍ਰੈਸ ਦਾ ਉਹ ਐਡੀਟਰ ਸੀ ਜਾਂ ਕਾਲਮਨਿਸਟ ਸੀ, ਕੀ ਸੀ, ਲਿਖੇ ਸੀ। ਲੇਕਿਨ ਅਰੁਣ ਸ਼ੌਰੀ ਨੇ ਸਾਵਰਕਰ ਜਿਹੜਾ ਕਿ ਹਿੰਦੂਤਵਾਦ ਦੀ ਟਰਮ ਨੂੰ ਘੜਨ ਵਾਲਾ ਹੈ ਜਾਂ ਉਸ ਦਾ ਜਨਮਦਾਤਾ ਹੈ, ਉਸ ਦੀ ਲਾਈਫ ਦੇ ਉੱਤੇ ਉਹਨੇ ਕਿਤਾਬ ਲਿਖੀ ਅਰੁਣ ਸ਼ੌਰੀ ਨੇ। ਔਰ ਜਿਹੜੇ ਉਹ ਇਨਕਸ਼ਾਫ ਕਰ ਰਿਹਾ ਸੀ ਉਸ ਇੰਟਰਵਿਊ ਦੇ ਵਿੱਚ ਕਿ ਭਾਈ ਉਹ ਤਾਂ ਨਾ ਗਾਂ ਨੂੰ ਪਵਿੱਤਰ ਮੰਨਦਾ ਸੀ, ਉਹ ਕਹਿੰਦਾ ਸੀ ਵੀ ਜੇ ਗਾਂ ਮਾਤਾ ਤੇ ਬੈਲ ਪਿਓ ਹੈ ਤੇ ਇਹ ਤਾਂ ਆਰਡੀਨਰੀ ਜਾਨਵਰ ਨੇ, ਵੀ ਇਹ ਤਾਂ ਮੂਰਖਾਂ ਨੂੰ ਵੀ ਸਮਝ ਆ ਸਕਦੇ। ਉਹਨੇ ਫਿਰ ਕਿਹਾ ਵੀ ਜੇ ਗਾਂ ਮਾਤਾ ਹੈ ਤੇ ਤੁਸੀਂ ਆਪਣੀ ਮਾਂ ਦਾ ਮੂਤਰ ਤਾਂ ਨਹੀਂ ਪੀਂਦੇ ਜਾਂ ਉਹਦਾ ਗੋਹਾ ਤਾਂ ਨਹੀਂ ਖਾਂਦੇ, ਔਰ ਇਹ ਕਰਨਾ ਇਹ ਕਿੱਥੋਂ ਦਾ। ਹਾਲਾਂਕਿ ਇੱਕ ਪਾਸੇ ਇਹ ਵਿਚਾਰਧਾਰਾ ਹੈ, ਲੇਕਿਨ ਦੂਸਰੇ ਪਾਸੇ ਉਹਨੇ ਕਿਹਾ ਕਿ ਵੀ ਉਹ ਜਿਹੜਾ ਸਾਵਰਕਰ ਹੈ ਉਹ ਹਾਈਲੀ ਇੰਪ੍ਰੈਸਡ ਸੀ ਨਾਜ਼ੀਆਂ ਦੀ ਵਿਚਾਰਧਾਰਾ ਤੋਂ, ਫਾਸ਼ੀਵਾਦ ਮੁਸੋਲਿਨੀ ਦਾ, ਔਰ ਉਸ ਨੇ ਇਹ ਬੜਾ ਕਲੀਅਰ ਕਿਹਾ ਸੀ ਕਿ ਭਾਈ ਉਹਨੇ ਕਿਹਾ ਸੀ ਵੀ ਹਿੰਦੂਆਂ ਨੂੰ ਬਿਲਕੁਲ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮੁਸਲਮਾਨਾਂ ਦਾ, ਈਸਾਈਆਂ, ਪਾਰਸੀਆਂ ਦਾ ਐਂਡ ਕਰ ਦੇਣਾ ਚਾਹੀਦਾ ਹੈ। ਇਹਨਾਂ ਦੀਆਂ ਔਰਤਾਂ ਨੂੰ ਰੇਪ ਕਰਨਾ ਚਾਹੀਦਾ ਹੈ, ਇਹਨਾਂ ਦਾ ਸਭ ਡਿਸਟਰੋਏ ਕਰ ਦੇਣਾ ਚਾਹੀਦਾ। ਔਰ ਉਹਨੇ ਕਿਹਾ ਕਿ ਵੀ ਜਿਹੜਾ ਬਰੂਟਲ ਤਰੀਕੇ ਦੇ ਨਾਲ ਸਾਨੂੰ ਆਪਣਾ ਹਿੰਦੂ ਰਾਸ਼ਟਰ ਬਣਾਉਣਾ ਚਾਹੀਦਾ। ਸੋ ਇਹ ਜਿਹੜੀ ਸਾਵਰਕਰ ਦੀ ਰੂਹ ਹੈ, ਇਹੀ RSS ਦੇ ਨੇ ਜਦੋਂ ਹਿੰਦੁਸਤਾਨ ਦਿੱਤਾ ਤੇ ਇਹਦੀ ਕੰਟੀਨਿਊਟੀ ਹੈ। ਔਰ ਹੁਣ ਜਦੋਂ ਕਿ UK 'ਚ ਇਸ ਲੈਵਲ ਦੇ ਕਮਿਸ਼ਨ ਦੇ ਸਾਹਮਣੇ ਇਸ ਨੂੰ ਇੱਕ ਗੇਟਵੇ ਟੂ ਐਕਸਟ੍ਰੀਮਿਜ਼ਮ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ, ਔਰ ਮੇਰਾ ਖਿਆਲ ਹੈ ਕਿ ਇਹਦੀ ਜਦੋਂ ਫੁੱਲ ਰਿਪੋਰਟ ਸਾਹਮਣੇ ਆਉਂਦੀ ਹੈ, ਕਿਉਂਕਿ ਅਜੇ ਤਾਂ ਲੀਕਡ ਪੋਰਸ਼ਨ ਹੈ, ਇਸ ਨੂੰ ਆਧਾਰ ਬਣਾ ਕੇ ਇਨਫੈਕਟ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅੱਡ-ਅੱਡ ਥਾਵਾਂ ਦੇ ਉੱਤੇ ਵੀ ਜਿਹੜਾ ਇਹਨਾਂ ਦੀਆਂ ਜਮਾਤਾਂ ਨੂੰ, ਕਿਉਂਕਿ RSS ਹਿੰਦੂਤਵਾਦੀ ਆਈਡੀਓਲੋਜੀ ਨੂੰ ਹੀ ਅੱਗੇ ਇੰਪਲੀਮੈਂਟ ਕਰ ਰਿਹਾ ਹੈ, ਔਰ ਉਸ ਦੀਆਂ ਜਿਹੜੀਆਂ ਬ੍ਰਾਂਚਿਸ ਇੱਥੇ ਵੀ ਜਿਵੇਂ ਉਹਨੂੰ HSS ਕਹਿ ਕੇ ਹਿੰਦੂ ਸਵੈਮ ਸੇਵਕ ਸੰਘ ਅਮਰੀਕਾ 'ਚ ਹੈ, ਜਾਂ ਇਹਨਾਂ ਦੀਆਂ ਯੂਨੀਵਰਸਿਟੀਆਂ ਔਰ ਦੂਸਰਿਆਂ 'ਚ ਜਿਹੜੀਆਂ ਈਵਨ ਸਟੂਡੈਂਟ ਵਿੰਗ ਜਾਂ ਦੂਜੇ ਨੇ, ਉਹਨਾਂ ਸਾਰਿਆਂ ਨੂੰ ਸਾਨੂੰ ਐਜ਼ ਏ ਦਹਿਸ਼ਤਗਰਦ ਜਥੇਬੰਦੀਆਂ ਲੇਬਲ ਕਰਵਾਉਣਾ ਚਾਹੀਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਇਹਨਾਂ ਨਾਲ ਜੁੜਨ ਲਈ 855-878-6333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ।
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਸਰਕਾਰ ਵੱਲੋਂ ਬਣਾਈ ਜਸਟਿਸ ਹੇਗ ਕਮਿਸ਼ਨ ਨੇ ਕੱਲ ਜਾਰੀ ਆਪਣੀ 123 ਸਫ਼ਿਆਂ ਦੀ ਰਿਪੋਰਟ ਵਿੱਚ ਭਾਰਤ ਨੂੰ ਕੈਨੇਡਾ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ੀ ਐਲਾਨਿਆ ਸੀ ਔਰ ਭਾਰਤ ਨੇ ਇਸ ਤੇ ਉਲਟ ਕੈਨੇਡਾ ਦੇ ਸਿਰ ਦੋਸ਼ ਮੜਦਿਆਂ ਪੂਰੇ ਘਟੀਆਪਨ ਦਾ ਜਿਹੜਾ ਸਬੂਤ ਹੈ ਉਹ ਦਿੱਤਾ ਸੀ। ਪਰ ਭਾਰਤੀ ਏਜੰਸੀਆਂ ਵੱਲੋਂ ਕੈਨੇਡਾ ਅਤੇ ਸਿੱਖਾਂ ਦੇ ਖਿਲਾਫ ਗੁੰਮਰਾਹਕੁਨ ਜਿਹੜੇ ਪ੍ਰਚਾਰ ਲਗਾਤਾਰ ਜਾਰੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਜਿਹੜਾ ਸਾਡਾ ਲੀਡ ਸੈਗਮੈਂਟ ਸੀ ਉਹ 123 ਸਫ਼ਿਆਂ ਦੀ ਰਿਪੋਰਟ ਸੀ ਜਿਹੜੀ 18 ਮਹੀਨੇ ਦੀ ਫੁੱਲ ਇਨਵੈਸਟੀਗੇਸ਼ਨ ਤੋਂ ਬਾਅਦ ਜਿਸ ਦੇ ਵਿੱਚ RCMP ਤੋਂ ਲੈ ਕੇ ਜਸਟਿਨ ਟਰੂਡੋ, ਕਲਾਸੀਫਾਈਡ ਇਨਫੋਰਮੇਸ਼ਨ ਔਰ ਅੱਡ ਜਿਹੜੀਆਂ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਸੀ ਉਹਨਾਂ ਨੇ ਟੈਸਟੀਫਾਈ ਕੀਤਾ ਔਰ ਉਸ 'ਚ ਬੜਾ ਕਲੀਅਰਲੀ ਇਹ ਮੈਂਸ਼ਨ ਕੀਤਾ ਗਿਆ ਸੀ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਵੇਲੇ ਸਭ ਤੋਂ ਜ਼ਿਆਦਾ ਇੰਟਰਫੀਅਰੈਂਸ ਜਿਹੜੀ ਮਾਮਲਿਆਂ 'ਚ ਕੀਤੀ ਉਹ ਚਾਈਨਾ ਨੇ ਕੀਤੀ ਔਰ ਭਾਰਤ ਨੇ ਕੀਤੀ ਔਰ ਉਸ ਦੇ ਬੜੇ ਵੇਰਵੇ ਨਾਲ ਉਸ ਦਾ ਜ਼ਿਕਰ ਸੀ। ਹਾਲਾਂ ਜਿਵੇਂ ਅਸੀਂ ਕਿਹਾ ਕਿ ਕਮਿਸ਼ਨ ਦੀ ਹੈਡ ਬੀਬੀ ਨੇ, ਜਸਟਿਸ ਹੌਗ ਨੇ ਕਿਹਾ ਕਿ ਕਿਉਂਕਿ ਸਾਡੇ ਇਹ ਜਿਹੜੀ ਜੂਰਿਸਡਿਕਸ਼ਨ ਹੈ ਉਹ ਸਿਰਫ ਫੈਡਰਲ ਇਲੈਕਸ਼ਨਸ ਤੱਕ ਹੀ ਹੈ ਹੁਣ 2019 ਔਰ 2021 ਦੀ, ਇਸ ਲਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਹੀ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਕਿ ਉਹ ਸਾਡੇ ਪਰਵਿਊ 'ਚ ਜਾਂ ਸਾਡੀ ਜੂਰਿਸਡਿਕਸ਼ਨ 'ਚ ਨਹੀਂ ਹੈ, ਅਸੀਂ ਸਿਰਫ ਸਕ੍ਰੈਚ ਹੀ ਕੀਤਾ ਔਰ ਇਸ ਦੇ ਉੱਤੇ ਹੀ ਫਿਰ ਸਿੱਖ ਜਥੇਬੰਦੀਆਂ ਨੇ ਇਹ ਆਪਣੀ ਮੰਗ ਵੀ ਕੀਤੀ ਹੈ ਕਿ ਇੱਕ ਇੰਡੀਪੈਂਡੈਂਟ ਇਨਕੁਆਇਰੀ ਕਮਿਸ਼ਨ ਜਿਹਦੇ 'ਚ ਇੰਡੀਆ ਦਾ ਰੋਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਕੀ ਹੈ ਇਸ ਦੇ ਉੱਤੇ ਫੋਕਸ ਹੋਏ ਜੀ। ਔਰ ਅਜੇ ਉਹ ਰਿਪੋਰਟ ਜਾਰੀ ਹੋਈ ਸੀ ਕਿ ਇੰਡੀਆ ਦੀ ਫੋਰਨ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਫੌਰਨ ਉਸ ਦਾ ਰੀਜੋਇੰਡਰ ਦਿੰਦਿਆਂ ਰਾਦਰ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਂਗ ਕੈਨੇਡਾ ਨੂੰ ਦੋਸ਼ ਦਿੱਤਾ ਸੀ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਉਹ ਜਿਹੜੇ ਨੇ ਉਹਨਾਂ ਦੇ ਮਾਰਚ ਨਿਕਲਦੇ ਨੇ, ਖਾਲਿਸਤਾਨ ਦੇ ਝੰਡੇ ਫਹਰਾਏ ਜਾਂਦੇ ਨੇ, ਜਸਟਿਨ ਟਰੂਡੋ ਉਹਦੇ 'ਚ ਸ਼ਾਮਲ ਹੁੰਦਾ ਹੈ। ਅਸੀਂ 28 ਜਿਹੜੀਆਂ ਨੇ ਲੋਕਾਂ ਦੀਆਂ ਐਕਸਟ੍ਰੈਡੀਸ਼ਨਸ ਮੰਗੀਆਂ ਕੈਨੇਡਾ ਤੋਂ ਜਿਹੜੇ ਖਾਲਿਸਤਾਨੀ ਨੇ ਉਹ ਨਹੀਂ ਦਿੱਤੀ ਗਈ, ਇਹ ਉਹ ਸਾਰਾ। ਸੋ ਉਹਨਾਂ ਨੇ ਰਾਦਰ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਵੀ ਇਹੀ ਨਹੀਂ ਵੀ ਉਹਨਾਂ ਨੇ ਆਪਣੇ ਦੇ ਵਾਸ਼ ਦੇਅਰ ਹੈਂਡਸ ਆਫ ਐਨੀ ਸਿਨ, ਲੇਕਿਨ ਉਹਨਾਂ ਨੇ ਸਾਰਾ ਦੋਸ਼ ਕੈਨੇਡਾ ਦੇ ਸਿਰ ਤੇ ਮੜਿਆ। ਲੇਕਿਨ ਦੂਸਰੇ ਪਾਸੇ ਤੁਸੀਂ ਭਾਰਤੀ ਮੀਡੀਆ ਦਾ ਜਦੋਂ ਅਸੀਂ ਇਹ ਕਿਹਾ ਕਿ ਜਿਹੜਾ ਡਿਸਇਨਫੋਰਮੇਸ਼ਨ ਟਾਇਰੇਡ ਹੈ, ਇਹ ਟਾਇਰੇਡ ਦਾ ਮਤਲਬ ਇੱਕ ਜਿਹਾਦ ਵਾਂਗ ਹੁੰਦਾ ਕਿ ਜਿਹਦੀ ਤੁਸੀਂ ਹਟ ਹੀ ਨਹੀਂ ਰਹੇ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਹਾਡਾ ਝੂਠ ਫੜਿਆ ਗਿਆ, ਐਕਸਪੋਜ਼ ਹੋਇਆ, ਤੁਸੀਂ ਲਗਾਤਾਰਤਾ ਦੇ ਨਾਲ ਝੂਠ ਬੋਲੀ ਜਾ ਰਹੇ ਹੋ। ਤੁਸੀਂ ਮੰਨਦੇ ਹੋ ਵੀ ਜੇ 2-4 ਨੂੰ ਪਤਾ ਵੀ ਲੱਗ ਗਿਆ ਵੀ ਅਸੀਂ ਗਲਤ ਜਾਣਕਾਰੀ ਮੈਜੋਰਿਟੀ, ਫਿਰ ਵੀ ਜਿਹੜਾ ਔਰ ਇਹ ਇਹਨਾਂ ਦਾ ਹਮੇਸ਼ਾ ਫਾਰਮੂਲਾ ਰਿਹਾ ਕਿ ਜਦੋਂ ਤੁਸੀਂ ਝੂਠ ਨੂੰ ਬਾਰ-ਬਾਰ ਬੋਲਦੇ ਹੋ, 100 ਵਾਰ ਬੋਲਦੇ ਹੋ ਤੇ ਉਹ ਝੂਠ ਸੱਚ ਵਾਂਗ ਬਣ ਜਾਂਦਾ ਹੈ, ਲੋਕ ਉਹਦੇ ਤੇ ਯਕੀਨ ਕਰਨ ਲੱਗ ਜਾਂਦੇ ਨੇ। ਹੁਣ ਇੱਕ ਪਾਸੇ ਤੇ ਰਿਪੋਰਟ ਇਹ ਕਿ ਭਾਈ ਕੈਨੇਡਾ ਦੇ ਕਮਿਸ਼ਨ ਨੇ ਆਪਣੀ 123 ਸਫ਼ਿਆਂ ਦੀ ਰਿਪੋਰਟ 'ਚ ਭਾਰਤ ਨੂੰ ਦੋਸ਼ੀ ਮੰਨਿਆ ਹੈ ਕੈਨੇਡਾ ਦੇ ਮਾਮਲੇ 'ਚ ਦਖਲਅੰਦਾਜ਼ੀ ਦੀ। ਪਰ ਹੁਣ ਤੁਸੀਂ
ਜੇ ਮਿਸਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਦੇਖਣਾ ਹੈ, ਜਾਗਰਣ ਬਹੁਤ ਵੱਡਾ ਅਖਬਾਰ ਹੈ ਭਾਰਤ ਦਾ, ਹਿੰਦੀ ਦੇ ਵਿੱਚ ਹੈ ਔਰ ਲੱਖਾਂ ਦੀ ਗਿਣਤੀ 'ਚ ਦੇ ਸਬਸਕ੍ਰਾਈਬਰ ਨੇ। ਅੱਛਾ, ਹੁਣ ਉਹਦੇ 'ਚ ਤੁਸੀਂ ਦੇਖੋ ਕਿ ਵੀ ਇਸ ਰਿਪੋर्ट ਤੇ ਆਧਾਰਿਤ ਉਹਨਾਂ ਨੇ ਨਿਊਜ਼ ਕੀ ਦਿੱਤੀ ਹੈ। कनाडा ने कबूला सच, हाँ हमारे देश से भारत में आतंकवाद फैलाया जाता है और आतंकियों की होती है फंडिंग। ये खबर वो लग रही है कि कनाडा ने, फिर उन्होंने कहा कि भी कनाडा सरकार की तरफ से उसके देश में विदेशी हस्तक्षेप आयोग फॉरेन इंटरफेरेंस कमीशन का गठन किया गया है। कनाडा सरकार को सौंपी गई 7 वॉल्यूम की रिपोर्ट के चौथे वॉल्यूम के पेज 98 और 99 पर भारत से जुड़ी जानकारी मौजूद है। वहीं सीसस कैनेडियन सिक्योरिटी इंटेलिजेंस सर्विस के मुताबिक कुछ खालिस्तानी आतंकी कनाडा में बैठकर भारत के खिलाफ साजिश रच रहे हैं। ये तुसी अंदाजा लाओ भी इस तो वड्डी, फिर ये कला जागरण नहीं है, ABBP सांझा ਜਿਹੜਾ ਬਹੁਤ ਵੱਡਾ ਚੈਨਲ ਹੈ, TV ਚੈਨਲ ਹੈ, ਉਹ ਪੰਜਾਬੀ ਦੇ ਵਿੱਚ ਉਹਨਾਂ ਦਾ, ਉਹਦੇ 'ਚ ਉਹਨੇ ਹੈਡਲਾਈਨ ਲਾਈ ਹੈ, ਕੈਨੇਡਾ ਨੇ ਕਬੂਲਿਆ ਸੱਚ, ਹਾਂ ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ। ਖੁਲਾਸੇ ਤੋਂ ਬਾਅਦ ਮੱਚੀ ਤਰਤਲੀ, ਲਿੰਕ ਕਾਮੈਂਟ ਬਾਕਸ। ਹੁਣ ਇਹ ਤੁਸੀਂ ਦੇਖੋ ਕਿ ਉੱਥੇ ਜਿਹਨੇ ਇਹ ਹੈਡਲਾਈਨਸ ਪੜ੍ਹਨੀਆਂ ਉਹਨੇ ਕਹਿਣਾ ਵਾਹ, ਇਹ ਤਾਂ ਕੈਨੇਡਾ ਵੀ ਮੰਨ ਗਿਆ ਕਿ ਵੀ ਭਾਰਤ ਦੇ ਵਿੱਚ ਉਹ ਗੜਬੜ ਕਰਵਾ ਰਿਹਾ। ਹੁਣ ਇੱਕ ਪਾਸੇ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜੀ ਹੈ ਉਹ ਆਪਣੀ ਸਟੇਟਮੈਂਟ ਉਸੇ ਲਾਈਨ ਤੇ ਦਿੰਦੀ ਹੈ, ਤੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਜਾਂ ਉਹਨਾਂ ਦੇ ਲੈਪਟਾਪ ਡੌਗਸ ਨੇ, ਉਹ ਨਾਲ ਦੀ ਨਾਲ ਬਾਰਕਿੰਗ ਸ਼ੁਰੂ ਕਰ ਦਿੰਦੇ ਨੇ ਜੀ, ਮੰਨ ਲਿਆ ਕੈਨੇਡਾ ਨੇ, ਮੰਨ ਲਿਆ ਵੀ ਅਸੀਂ ਭਾਰਤ ਦੇ ਵਿੱਚ ਗੜਬੜ ਕਰ ਰਹੇ। ਹੁਣ ਜਿਹੜਾ ਦੂਸਰੇ ਪਾਸੇ ਅੱਜ 2-3 ਖਬਰਾਂ ਜਦੋਂ ਮੈਂ ਇਸ ਹਵਾਲੇ ਨਾਲ ਦੇਖੀਆਂ, ਮੈਂ ਕਿਹਾ ਵੀ ਇਹ ਕਿਸ ਲੈ, ਉਹਨਾਂ ਨੂੰ ਇਹ ਪਤਾ ਹੈ ਵੀ ਇਸ ਰਿਪੋਰਟ ਤੋਂ ਬਾਅਦ ਜਾਂ ਜਿਹੜੀ UK ਦੀ ਰਿਪੋਰਟ ਅਸੀਂ ਡਿਸਕਸ ਕੀਤੀ ਹੈ ਕਿ ਵੀ ਜਿਹਦੇ 'ਚ ਹਿੰਦੂਤਵਾ ਔਰ ਹਿੰਦੂ ਨੇਸ਼ਨਹੁੱਡ ਗੇਟਵੇ ਟੂ ਐਕਸਟ੍ਰੀਮਿਜ਼ਮ ਲੇਬਲ ਹੋਇਆ, ਤੇ ਉਹਨਾਂ ਨੇ ਨਾਲ ਦੀ ਨਾਲ ਇੱਕ ਖਬਰ ਇਹ ਲਾਈ, ਗੁਰਪਤਵੰਤ ਸਿੰਘ ਪੰਨੂਜ਼ ਸਿੱਖਸ ਫਾਰ ਜਸਟਿਸ ਇਨਸਾਈਟਿੰਗ ਸਿੱਖਸ ਇਨ ਆਰਮੀ ਐਂਡ ਪੁਲਿਸ to desert, government tells UAPA tribunal। ਹੁਣ ਇੰਡੀਅਨ ਗਵਰਨਮੈਂਟ ਨੇ ਜਿੱਥੇ ਸਿੱਖਸ ਫਾਰ ਜਸਟਿਸ ਦੇ ਉੱਤੇ 5 ਸਾਲ ਦੀ ਪਾਬੰਦੀ ਹੋਰ ਵਧਾਈ ਹੈ, ਉੱਥੇ ਉਹਨਾਂ ਨੇ UAPA ਟ੍ਰਿਬਿਊਨਲ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਪੰਨੂ ਨੇ ਵੌਇਸ ਨੋਟ ਭੇਜੇ ਇੰਡੀਅਨ ਪਾਰਲੀਮੈਂਟ ਨੂੰ ਔਰ ਰੈੱਡ ਫੋਰਟ ਏਰੀਏ ਔਰ 2 CPIM ਦੇ MPs ਨੂੰ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਪਿਛਲੇ ਵਰੇ ਕਿ ਭਾਈ ਅਸੀਂ ਜਿਹੜਾ ਉਡਾ ਦਿਆਂਗੇ ਸਭ ਕੁਝ। ਫਿਰ ਉਹਨੇ 2 ਇਨਸੀਡੈਂਟਸ ਰੇਲਵੇ ਸੈਬੋਟਾਜ ਦੀਆਂ 2023 'ਚ, ਇਹ ਸਾਰੇ ਦੇ ਉੱਤੇ ਉਹਨਾਂ ਨੇ UAPA ਕਮਿਸ਼ਨ ਦੇ ਸਾਹਮਣੇ ਕਿਹਾ ਕਿ ਬਈ ਇਹ ਦਹਿਸ਼ਤਗਰਦੀ ਫੈਲਾ ਰਹੇ ਨੇ ਔਰ ਇਹ ਪਤਾ ਨਹੀਂ ਕਿੰਨੇ 173 ਕੇ ਕਿੰਨੇ ਕੇਸ ਆਲਰੇਡੀ ਰਜਿਸਟਰ ਕੀਤੇ ਹੋਏ ਨੇ ਪੰਨੂ ਦੇ ਖਿਲਾਫ। ਉਹਨਾਂ ਦਾ ਗਵਰਨਮੈਂਟ ਇਨਫੋਰਮਡ ਦਾ tribunal that SFJ was inciting Christian community in Manipur to raise their voice for a separate country, ਕਿ ਉਹ ਮਨੀਪੁਰ ਦੇ ਕ੍ਰਿਸਚਨਾਂ ਨੂੰ ਭੜਕਾ ਰਹੇ ਨੇ, and also accused pro-Khalistan group of inciting the people of Tamil Nadu to raise flags of Dravidistan and stoking Muslim sentiments by raising the bogey of minority persecution। ਕਿ ਜੇ ਮਨੀਪੁਰ ਜਾਂ ਨਾਗਾਲੈਂਡ ਜਾਂ ਭਾਰਤ ਦੇ ਜਿਹੜੇ ਪਰਸੀਕਿਊਟਡ ਮੁਸਲਿਮ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਸਿੱਖਸ ਫਾਰ ਜਸਟਿਸ ਨੇ ਚੁੱਕੀ ਹੈ, ਤੇ ਇਹਨੂੰ UAPA ਟ੍ਰਿਬਿਊਨਲ ਦੇ ਸਾਹਮਣੇ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਦੇਖੋ ਜੀ ਪੰਨੂ ਬਾਹਰ ਬੈਠ ਕੇ ਦਹਿਸ਼ਤਗਰਦੀ ਫੈਲਾ ਰਿਹਾ ਹੈ, ਇਹਨਾਂ ਨੂੰ ਚੁੱਕ ਰਿਹਾ ਹੈ। ਔਰ ਇਹ ਕਿਉਂਕਿ ਪਹਿਲਾਂ ਹੀ ਜਿਹੜਾ ਉਹ ਪਾਬੰਦੀ ਲਾਈ ਹੋਈ ਹੈ 5 ਸਾਲ ਦੀ 2019 'ਚ, ਤੇ ਹੁਣ 2024 'ਚ ਖਤਮ ਹੋ ਗਈ ਸੀ, 5 ਸਾਲ ਹੋ ਗਏ। ਉਹਨਾਂ ਨੇ ਅੱਗੋਂ ਜਿਹੜਾ ਫਿਰ 5 ਸਾਲ ਦਾ ਐਲਾਨ, 122 ਕੇਸ ਜਿਹੜੇ ਨੇ ਉਹ ਸਿੱਖਸ ਫਾਰ ਜਸਟਿਸ ਦੇ ਅਗੇਂਸਟ ਭਾਰਤ ਦੇ ਅੱਡ ਪੁਲਿਸ ਥਾਣਿਆਂ ਦੇ ਵਿੱਚ ਰਜਿਸਟਰ ਕੀਤੇ ਹੋਏ ਨੇ। ਔਰ ਇਹ ਸਾਰੇ ਦੇ ਵਿੱਚ 105 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੋਇਆ। ਸੋ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜੀ SFJ ਹੈ ਇਹ ਸੋਸ਼ਲ ਮੀਡੀਆ ਤੇ ਪ੍ਰੋਵੋਕੇਸ਼ਨ ਪੈਦਾ ਕਰਦੀ ਹੈ। ਇੰਡੀਅਨ ਆਰਮੀ ਦੇ ਫੌਜੀਆਂ ਨੂੰ ਕਿਹਾ ਜਾ ਰਿਹਾ ਕਿ ਉਹ ਬਗਾਵਤ ਕਰਨ। ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਜਿੰਨੀ ਤਨਖਾਹ ਮਿਲਦੀ ਹੈ ਉਸ ਤੋਂ 5000 ਰੁਪਈਆ ਜ਼ਿਆਦਾ ਮਿਲੇਗਾ। ਔਰ ਇਹ ਸਾਰੇ ਸਿੱਖ
ਜਿਹੜੇ ਲਦਾਖ ਦੇ ਵਿੱਚ ਸਿੱਖ ਫੌਜੀ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਚੀਨ ਨਾਲ ਰਲ ਜਾਓ। ਔਰ ਦੂਸਰਾ ਸੋ ਮਤਲਬ ਇਹ ਤੁਸੀਂ ਇਸ ਖਬਰ ਨੂੰ ਫੁੱਲ ਸਕੇਲ ਔਰ ਇਸ ਨੂੰ ਵਿਜੇਤਾ ਸਿੰਘ ਨਾਂ ਦੀ ਜਰਨਲਿਸਟ ਨੇ ਪੂਰਾ ਉਹਦੀ ਫੋਟੋ ਲਾ ਕੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਇਵੇਂ ਪ੍ਰਚਾਰਿਆ ਜਿਵੇਂ ਕਿ ਬਹੁਤ ਵੱਡੀ ਬਗਾਵਤ ਇੰਡੀਅਨ ਆਰਮੀ 'ਚ ਕਰਵਾਉਣ ਦੀ ਜਾਂ ਮਨੀਪੁਰ ਜਾਂ ਦੂਜੇ ਤੀਜੇ। ਫਿਰ ਉਹਨਾਂ ਨੂੰ ਜਿਹੜੀ ਇੱਕ ਗੱਲ ਅਮਰੀਕਾ ਦੇ ਹਵਾਲੇ ਨਾਲ ਬਹੁਤ ਤਕਲੀਫ ਦੇ ਰਹੀ ਹੈ ਉਹ ਅਡਾਨੀ ਦੇ ਖਿਲਾਫ ਜਿਹੜਾ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੈ ਸੋ ਉਹਦੇ ਨਾਲ ਲੱਗਦੀ ਵੀ ਜਿਹੜੀ ਹੈ ਇੱਕ IANS ਇਹਨਾਂ ਦੀ ਹੀ ANI ਤੋਂ ਬਾਅਦ ਰਾਹ ਦੀ ਆਊਟਫਿਟ ਹੈ ਨਿਊਜ਼ ਏਜੰਸੀ ਉਹਦੇ ਰਾਹੀਂ ਖਬਰ ਲਵਾਈ ਹੈ ਕਿ ਵੀ ਇਹ ਜਿਹੜਾ ਬਹੁਤ ਵੱਡੀ ਗਲਤੀ ਕੀਤੀ ਹੈ ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਕਟਮੈਂਟ ਇੰਡੀਅਨ ਬਿਲੀਅਨਰ ਦੇ ਖਿਲਾਫ ਕਰਕੇ। ਔਰ ਇਹਦੇ 'ਚ ਉਹਨਾਂ ਨੇ ਕੋਈ ਆਰਟੀਕਲ ਲਿਖਵਾਇਆ ਕਿਸੇ ਆਪਣੇ ਹੀ ਮਲਿਕ ਕਲਿਆਣ ਤੋਂ ਜਿਹੜਾ ਹੈ ਕਿ ਦਾ US ਹਾਰਮਸ ਦਾ ਵੈਸਟ ਅਲਾਇੰਸ ਵਿਦ ਏ ਫਾਰ ਫਲੰਗ ਇੰਡਾਇਕਟਮੈਂਟ ਆਫ ਇੰਡੀਆ ਕਿ ਜੀ ਇਹ ਮਲਿਕ ਕਲਿਆਣ ਕਹਿੰਦਾ ਹੈ ਆਪਣੇ ਇਸ ਆਰਟੀਕਲ ਦੇ ਵੀ ਜਿਹਨੂੰ ਪੂਰੀ ਖਬਰ ਉਹਨਾਂ ਨੇ ਬਣਾਇਆ ਕਿ ਜੀ ਇਹ ਜਿਹੜੀ ਬ੍ਰਾਈਬਰੀ ਔਰ ਫਾਈਨੈਂਸ਼ੀਅਲ ਮਿਸਰਿਪਰੈਜ਼ੈਂਟੇਸ਼ਨ ਦੇ ਕੇਸ ਅਡਾਨੀ ਦੇ ਖਿਲਾਫ ਲਿਖੇ ਇਹਦੇ ਨਾਲ ਇੰਡੋ US ਰਿਲੇਸ਼ਨਸ਼ਿਪ ਪ੍ਰਭਾਵਿਤ ਹੋਏਗੀ। ਵਾਸ਼ਿੰਗਟਨ ਨੇ ਬੜਾ ਕਾਹਲੀ ਦੇ ਨਾਲ ਕੀਤਾ ਔਰ ਹੁਣ ਇਸ ਆਰਟੀਕਲ 'ਚ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਤਾਂ ਪਾਰਟਨਰ ਹੈ ਵੈਸਟ ਦਾ ਖਾਸ ਤੌਰ ਤੇ ਹੁਣ ਜੇ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਬਣਾਉਣਾ ਤੇ ਉਹਦੇ 'ਚ ਅਡਾਨੀ ਵਰਗਾ ਬੰਦਾ ਤਾਂ ਕੰਮ ਦਾ ਬੰਦਾ ਹੈ ਜਿਹੜਾ ਕਿ ਇਹ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਇੱਕ ਬਦਲ ਹੈ ਜਿਹੜਾ ਇਹ ਨਵਾਂ ਕੋਰੀਡੋਰ ਦੀ ਗੱਲ G20 'ਚ ਕੀਤੀ ਸੀ। ਔਰ ਉਹਨੇ ਕਿਹਾ ਜੀ ਦਾ ਡਿਪਾਰਟਮੈਂਟ ਆਫ ਜਸਟਿਸ ਐਕਸ਼ਨ ਹਾਊਐਵਰ ਅੰਡਰਮਾਈਨਸ ਇਕਨੋਮਿਕ ਕੋਲੈਬੋਰੇਸ਼ਨ ਐਂਡ ਟਰਸਟ at a critical juncture potentially pushing India closer to Russia and China ਕਿ ਜੀ ਜੇ ਇੰਡਾਇਕਟਮੈਂਟ ਵਾਪਸ ਨਹੀਂ ਹੁੰਦੀ ਤੇ ਫਿਰ ਇਹ ਹੈ ਵੀ ਇੰਡੀਆ ਜਿਹੜਾ ਉਹ ਚੀਨ ਔਰ ਰੂਸ ਦੇ ਨੇੜੇ ਚਲਾ ਜਾਏਗਾ। In doing so the US inadvertently weakens its own geopolitical positioning allowing its rivals to strengthen their influence according to Forbes। ਇਹ ਆਰਟੀਕਲ ਇਹਨਾਂ ਨੇ Forbes ਦੇ ਵਿੱਚ ਆਪਣੇ ਇੱਕ ਹਿੰਦੂ ਜਰਨਲਿਸਟ ਤੋਂ ਲਿਖਾਇਆ ਕਿ ਜੀ ਇਹਦੇ ਨਾਲ ਤਾਂ ਇਹ ਸੰਬੰਧ ਬਹੁਤ ਵਿਗੜ ਗਏ ਔਰ ਇਹ ਤਾਂ ਇੰਡੀਆ ਚਲਾ ਜਾਏਗਾ ਰੂਸ ਚੀਨ ਦੇ। ਅਡਾਨੀ ਨੇ ਤਾਂ ਬਹੁਤ ਇਨਵੈਸਟਮੈਂਟ ਕਰਨੀ ਸੀ ਇੱਥੇ ਇੰਨੇ ਬਿਲੀਅਨ ਅਮਰੀਕਾ 'ਚ ਇਨਵੈਸਟ ਕਰਨੇ ਸੀ ਇੰਨੀਆਂ ਜੌਬਸ ਕ੍ਰੀਏਟ ਹੋਣੀਆਂ। ਸੋ ਉਹ ਕੰਸਿਸਟੈਂਟਲੀ ਔਰ ਜਿਵੇਂ ਕੱਲ ਰਿਪੋਰਟ ਦਾ ਅਸੀਂ ਹਵਾਲਾ ਦੇ ਕੇ ਕਿਹਾ ਸੀ ਕਿ ਵੀ ਇੰਡੀਆ ਕੋਈ ਪਿੱਛੇ ਨਹੀਂ ਹਟਿਆ ਜਾਂ ਜਿਵੇਂ ਭਾਈ ਮਨਿੰਦਰ ਸਿੰਘ ਉਹਨਾਂ ਨੇ ਇਹ ਕਿਹਾ ਸੀ ਵੀ ਅੱਜ ਵੀ ਉਸੇ ਤਰ੍ਹਾਂ ਹੀ ਖਤਰਾ ਹੈ ਔਰ ਇਹ ਬਰਾਬਰ ਉਹਨਾਂ ਦੀਆਂ ਐਕਟੀਵਿਟੀਜ਼ ਜਾਰੀ ਨੇ। ਔਰ ਤੁਸੀਂ ਇਹ ਦੇਖੋ ਕਿ ਕਿਸ ਬੇਹਯਾਈ ਦੇ ਨਾਲ ਉਹ ਨਿਊਜ਼ 18 ਹੋਏ ਉਹ ਉਹਨਾਂ ਦਾ ਜਾਗਰਣ ਹੋਏ ਜਾਂ ਭਾਸਕਰ ਹੋਏ ਕਿਸ ਕਿਸਮ ਦੀਆਂ ਖਬਰਾਂ ਪਲੱਸ ਅਮਰੀਕਾ ਦੇ ਵਿੱਚ ਫੋਰਬਸ ਔਰ ਦੂਸਰੇ ਦੇ ਵਿੱਚ ਵੀ ਇਸ ਕਿਸਮ ਦੇ ਆਰਟੀਕਲ ਪਲਾਂਟ ਕਰਾ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਇਨਵੈਸਟਮੈਂਟ ਮੰਗਦਾ ਉਹਨੂੰ ਕਹੋ ਜੀ ਅਡਾਨੀ ਦੇ ਖਿਲਾਫ ਜੋ ਹੈ ਉਹਨੂੰ ਵਾਪਸ ਲਓ ਦੇਖੋ ਔਰ ਤੁਹਾਡਾ ਇਕਨੋਮਿਕਲ ਕੋਰੀਡੋਰ ਜੇ ਤੁਸੀਂ ਚਾਈਨਾ ਦੇ ਅਗੇਂਸਟ ਵਨ ਬੈਲਟ ਵਨ ਰੋਡ ਦੇ ਬਰਾਬਰ ਕਰਨਾ ਤੇ ਇਹੀ ਤਰੀਕਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਦਾ ਇਹ ਡਿਸਇਨਫੋਰਮੇਸ਼ਨ ਟਾਇਰੇਡ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ। ਅਮਰੀਕਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਮੁਹਿੰਮ ਬੜੀ ਬੇਤਰਸ ਹੁੰਦੀ ਜਾ ਰਹੀ ਹੈ ਔਰ ਆਈਸ ਵੱਲੋਂ ਅਪਾਰਟਮੈਂਟਸ ਦੇ ਉੱਤੇ ਜਿਹੜੇ ਆ ਅੱਧੀ ਰਾਤ ਨੂੰ ਛਾਪੇ ਮਾਰੇ ਜਾ ਰਹੇ ਨੇ ਔਰ ਆਈਸ ਅਫਸਰਾਂ ਨੂੰ ਪ੍ਰਵਾਸੀਆਂ ਨੂੰ ਫੜਨ ਦਾ ਕੋਟਾ ਦਿੱਤਾ ਜਾ ਰਿਹਾ ਹੈ ਔਰ ਟਰੰਪ ਨੇ ਐਲਾਨ ਕੀਤਾ ਹੈ ਕਿ ਗੁਆਨਾ ਕਾਟਮਾਰੂ ਡਿਟੈਂਸ਼ਨ ਸੈਂਟਰ ਵਿੱਚ 30,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਔਰ 4 ਚੁਫੇਰੇ ਇੱਕ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰ ਰਹੇ ਸੀ ਤੇ ਇਲੀਗਲ ਇਮੀਗ੍ਰੈਂਟਸ ਦਾ ਇਸ਼ੂ ਉਹਨਾਂ ਦੀ ਪਹਿਲੀ ਟਰਮ ਵੇਲੇ ਵੀ ਜਿਹੜਾ ਅਹਿਮੀਅਤ ਵਾਲਾ ਸੀ, ਉਹਨਾਂ ਨੇ ਉਦੋਂ ਵੀ ਫੌਜ ਭੇਜ ਕੇ ਕੰਧ ਬਣਾਉਣ ਦੀ ਗੱਲ ਜਿਹੜੀ ਹੈ ਔਰ ਪੈਟਰੋਲਿੰਗ ਆਰਮੀ ਦੀ ਉਹ ਕਰਵਾਈ। ਹਾਲਾਂ ਉਹ ਕੋਈ ਬਹੁਤਾ ਸਕਸੈਸਫੁਲ ਨਹੀਂ ਸੀ ਰਿਹਾ ਜਿਹੜਾ ਉਹ ਸਾਰੀ ਮੁਹਿੰਮ ਸੀ। ਹੁਣ ਇਸ ਵਾਰ ਇਵੇਂ ਲੱਗਦਾ ਹੈ ਜਿਵੇਂ ਇੱਕ ਲੈਵਲ ਤੇ ਤਰਥਲੀ ਨਹੀਂ ਹੈ। ਕੁੱਲ ਮਿਲਾ ਕੇ ਇੱਕ ਤਾਂ ਰਿਕਾਰਡ ਮੇਰਾ ਖਿਆਲ ਹੈ ਅਮਰੀਕਾ ਦੇ 47ਵੇਂ ਪ੍ਰੈਜ਼ੀਡੈਂਟ ਨੇ ਪਿਛਲੇ ਸਾਰੇ ਪ੍ਰੈਜ਼ੀਡੈਂਟਸ ਦਾ ਰਿਕਾਰਡ ਤੋੜਿਆ। ਪਹਿਲੇ ਦਿਨ ਹੀ ਐਗਜ਼ੈਕਟਿਵ ਆਰਡਰ 200 ਤੋਂ ਜ਼ਿਆਦਾ ਕੱਢੇ। ਚਲੋ ਉਹ ਵੀ ਅੰਡਰਸਟੈਂਡੇਬਲ ਸੀ ਕਿਉਂਕਿ ਤੁਸੀਂ ਜੋ ਕਿਹਾ ਹੁੰਦਾ ਉਹਦੇ ਤੇ ਤੁਸੀਂ ਡਿਲੀਵਰ ਕਰਨਾ ਚਾਹੁੰਦੇ ਹੋ। ਪਰ ਜਿਵੇਂ ਧੜਾ ਧੜ ਐਗਜ਼ੈਕਟਿਵ ਆਰਡਰਸ ਦੇ ਨਾਲ ਸਾਰੇ ਪਾਸਿਆਂ ਨੂੰ ਹੀ ਰੈਟਲ ਕੀਤਾ ਜਾ ਰਿਹਾ ਹੈ। ਹੁਣ ਜਿਵੇਂ ਅੱਜ ਇੱਕ ਆਰਡਰ ਦੇ ਥੱਲੇ ਜਿਹੜਾ ਉਹ ਫੈਡਰਲ EMPLOYEE 2 ਮਿਲੀਅਨ 20 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਸਤੰਬਰ ਤੱਕ ਤੁਹਾਡੀ ਫੁੱਲ ਪੇ ਹੋਏਗੀ। 10% ਤੁਸੀਂ ਜਿਹੜਾ ਆਪਣੀ ਵਲੰਟਰੀ ਰਿਟਾਇਰਮੈਂਟ ਲੈ ਲਓ, ਨਹੀਂ ਤਾਂ ਫਿਰ ਅਸੀਂ ਕੱਢਣ ਦਾ ਸਿਲਸਿਲਾ ਹੋਏਗਾ। ਔਰ ਹੁਣ ਮਤਲਬ ਇੱਕ ਅਫਰਾ ਤਫਰੀ ਮਚੀ ਹੋਈ ਹੈ ਇਸ ਪੱਖ ਤੋਂ, ਇੱਕ ਆਪਣਾ ਪਾਰਟ ਚੱਲ ਰਿਹਾ। ਔਰ ਇਹ ਜਿਹੜੀ ਜਦੋਂ ਅਸੀਂ ਇੱਕ ਪਾਸੇ ਤਾਂ ਉਹਨਾਂ ਨੇ ਉਹਨਾਂ ਨੂੰ ਆਈਸ ਨੂੰ ਜਿਹੜੀ ਇਮੀਗ੍ਰੇਸ਼ਨ ਐਂਡ ਇਹ ਸਾਰਾ ਇਹਨਾਂ ਦੀ ਪੂਰੀ ਬ੍ਰਾਂਚ ਹੈ ਜਿਹੜੀ ਕਿ ਰੇਡ ਕਰਦੀ ਹੈ ਔਰ ਐਨਫੋਰਸਮੈਂਟ ਹੈ ਉਹਨਾਂ ਦੀ ਕਸਟਮਸ ਦੇ ਨਾਲ, ਇਹਦੇ 'ਚ ਦੋਨੋਂ ਮਹਿਕਮੇ ਮਿਲਾਏ ਹੋਏ ਨੇ। ਉਹਦੇ ਲਈ ਆਈਸ ਐਬਰੀਵੇਸ਼ਨ ਇਹ ਦਿੰਦੇ ਨੇ ਕਿ ਬਈ ਹੁਣ ਜਿਸ ਅੰਦਾਜ਼ ਪਹਿਲਾਂ ਦੱਸੀ ਕਿ ਸਕੂਲ, ਹਸਪੀਟਲ ਔਰ ਚਰਚ ਉਹਨਾਂ ਨੂੰ ਵੀ ਐਗਜ਼ੈਂਪਟ ਕਰ ਦਿੱਤਾ ਵੀ ਤੁਸੀਂ ਉੱਥੇ ਜਾ ਸਕਦੇ ਹੋ। ਕੁਝ ਸਕੂਲਾਂ ਦੇ ਵਿੱਚ ਵੀ ਜਾ ਧਮਕਣ ਦੀਆਂ ਖਬਰਾਂ ਆਈਆਂ ਔਰ ਇੰਡੀਅਨ ਸਿਸਟਮ ਨੇ ਤਾਂ ਮਿਸ ਇਨਫੋਰਮੇਸ਼ਨ ਪਲਾਂਟ ਕੀਤੀ ਕਿ ਜੀ ਗੁਰਦੁਆਰਿਆਂ 'ਚ ਵੀ ਜਿਹੜੀ ਠੀਕ ਨਹੀਂ ਸੀ। ਹਾਲਾਂ ਅਸੀਂ ਕਿਹਾ ਵੀ ਉਹ ਸਿਲਸਿਲਾ ਸ਼ੁਰੂ ਹੋ ਸਕਦਾ ਹੈ, ਭਾਵੇਂ ਉਹ ਦੱਸ ਕੇ ਹੀ ਆਉਣ ਜਾਂ ਉਹਨਾਂ ਦੀ ਉਹ ਆਪਣੇ ਨੋਰਮ ਦੇ ਮੁਤਾਬਕ ਉਸ ਨੂੰ ਫਾਈਂਡ ਆਊਟ ਕਰਨ। ਪਰ ਜਿੰਨੀਆਂ ਖਬਰਾਂ ਹੋਰ ਸੋਰਸਿਸ ਤੋਂ ਆ ਰਹੀਆਂ ਨੇ ਉਹਨਾਂ 'ਚ ਇਹ ਹੈ ਕਿ ਵੀ ਜਿਵੇਂ ਫੇਅਰਫੈਕਸ ਵਰਜੀਨੀਆ ਦੇ ਵਿੱਚ ਸਵੇਰ ਦੇ 5 ਵਜੇ ਜਿਹੜਾ ਹੈ ਉਹ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਆ ਕੇ ਦਰਵਾਜ਼ੇ ਖੜਕਾ ਕੇ ਜਿਹੜਾ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਔਰ ਕਿਤੇ ਕੋਈ ਬੱਚੇ ਰੋ ਰਹੇ ਨੇ, ਕਿਤੇ ਕੋਈ ਬੰਦਾ ਹੈ ਔਰ ਇਸ ਕਿਸਮ ਦਾ ਚੁੱਕੇ ਜਾ ਰਹੇ ਨੇ। ਫਿਰ ਜਿਹੜੀਆਂ ਜਦੋਂ ਅਸੀਂ ਇੱਥੇ ਕਈ ਵਾਰੀ ਜਿਨ੍ਹਾਂ ਨੂੰ ਟ੍ਰੈਫਿਕ ਵਾਇਓਲੇਸ਼ਨ ਦੀ ਟਿਕਟ ਮਿਲਦੀ ਹੈ ਜਾਂ ਟਿਕਟਾਂ ਵੰਡਣ ਵਾਲੇ ਹੁੰਦੇ ਨੇ ਤਾਂ ਇਹ ਅਕਸਰ ਸੁਣਨ 'ਚ ਇੱਥੇ ਆਇਆ ਹੁੰਦਾ ਸੀ ਕਿ ਵੀ ਉਹਨਾਂ ਨੂੰ ਕਈ ਵਾਰੀ ਮੰਥ ਐਂਡ ਤੋਂ ਪਹਿਲਾਂ ਟਾਰਗੇਟ ਦੇ ਦਿੱਤਾ ਜਾਂਦਾ ਵੀ ਇੰਨੇ ਤੁਸੀਂ ਜਿਹੜੀਆਂ ਨੇ ਉਹ ਟਿਕਟਾਂ ਦੇਣੀਆਂ ਹੀ ਦੇਣੀਆਂ। ਉਦੋਂ ਉਹ ਬਹੁਤ ਚਕੰਨੇ ਹੋ ਜਾਂਦੇ ਨੇ ਔਰ ਫਿਰ ਨਿੱਕੀ ਮੋਟੀ ਵਾਇਓਲੇਸ਼ਨ ਲਈ ਵੀ ਫੜਦੇ ਨੇ। ਹੁਣ ਇਹ ਜਿਹੜੀ ਖਬਰ ਸਾਹਮਣੇ ਆਈ ਕਿ ਵੀ ਇਹ ਗੌਥਮਿਸਟ ਦੀ ਖਬਰ ਹੈ। ਨਿਊਯਾਰਕ, ਨਿਊ ਜਰਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਿਸ now have quotas. It is 75 arrests a day or else, report says. ਇਹ ਜਿਹੜੀ ਰਿਪੋਰਟ ਹੈ ਉਸਨੇ ਕਿਹਾ ਕਿ ਵੀ ਉਹਨਾਂ ਨੂੰ ਕੋਟਾ ਦਿੱਤਾ ਗਿਆ ਵੀ ਘੱਟੋ ਘੱਟ ਤੁਸੀਂ ਉਹਨਾਂ ਨੇ ਮਾਸ ਡਿਪੋਰਟੇਸ਼ਨ ਇਨੀਸ਼ੀਏਟਿਵ ਜਿਹੜਾ ਜਸਟਿਸ ਆਪਣੇ ਪ੍ਰੈਜ਼ੀਡੈਂਟ ਟਰੰਪ ਦਾ ਉਹਨੂੰ ਅੱਗੇ ਤੋਰਨ ਦੇ ਲਈ
ਨਿਊਯਾਰਕ ਮੈਟਰੋਪੋਲੀਟਨ ਏਰੀਆ ਦੇ ਵਿੱਚ ਉਹਨਾਂ ਨੇ ਨਵੇਂ ਕੋਟੇ ਜਿਹੜੇ ਨੇ ਦਿੱਤੇ ਨੇ ਵੀਕਐਂਡ ਤੇ ਵਾਈਟ ਹਾਊਸ ਉਹਨਾਂ ਈਚ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਫੀਲਡ ਹਾਊਸ there are 25 scattered around the country including in New York and New Jersey would be requested to make 75 enforcement arrests daily under newly established quotas according to Washington Post report ਉਹਨਾਂ ਨੂੰ ਕਿਹਾ ਵੀ ਇੰਨੇ ਤੁਸੀਂ ਚੁੱਕਣੇ ਹੀ ਚੁੱਕਣੇ ਨੇ ਹੁਣ ਜਦੋਂ ਤੁਸੀਂ ਕੋਟਾ ਦਿੰਦੇ ਹੋ ਉਹਦੇ ਵਿੱਚ ਜਿਹੜੇ ਜੈਨੂਇਨ ਨੇ ਉਹਨਾਂ ਨੂੰ ਵੀ ਚੁੱਕੇ ਜਾਣਗੇ ਉਹਨਾਂ ਕਹਿਣਗੇ ਜਾ ਉੱਥੇ ਜਾ ਕੇ ਜੱਜ ਨੂੰ ਦੱਸੀ ਵੀ ਤੂੰ ਕੀ ਹੈ ਕੀ ਨਹੀਂ ਹੈਗਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਖੌਫ ਦਾ ਮਾਹੌਲ ਪੈਦਾ ਹੋਇਆ ਸਗੋਂ ਸਾਡੇ ਜਿਹੜੇ ਆਪਣੇ ਬੰਦੇ ਜਿਹੜੇ ਮਿਡਲ ਕਲਾਸ ਛੋਟੇ ਮੋਟੇ ਸਟੋਰ ਰਨ ਕਰਦੇ ਨੇ ਜਿਨ੍ਹਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਆ ਕੇ ਪਾਰਟ ਟਾਈਮ ਨਾਲੇ ਉਹ ਆਪਣੀ ਐਜੂਕੇਸ਼ਨ ਸਪੋਰਟ ਕਰ ਲੈਂਦੇ ਸੀ ਨਾਲ ਕੰਮ ਕਰ ਲੈਂਦੇ ਸੀ ਉਹ ਵੀ ਆਣੋਂ ਹਟ ਗਏ ਨੇ ਕਿਉਂਕਿ ਹਰ ਪਾਸੇ ਇੱਕ ਫੀਅਰ ਫੈਲਿਆ ਹੋਇਆ ਔਰ ਇਵੇਂ ਹੀ ਜਿਵੇਂ ਅਸੀਂ ਫੇਅਰਫੈਕਸ ਦੀ ਖਬਰ ਉਹਨਾਂ ਦੀ ਵਰਜੀਨੀਆ ਤੋਂ ਆਇਆ ਕਿ ਟਰਾਈਂਗ ਟੂ ਫੋਰਸ ਇਟ ਓਪਨ ਆਈਸ ਆਪਰੇਸ਼ਨ ਐਟ ਵਰਜੀਨੀਆ ਅਪਾਰਟਮੈਂਟਸ ਸਕੇਅਰਸ residents of Fairfax County apartment complex say agents banged on their doors before the sun rose, one of them saying the officers tried to force their ways in ਕਿ ਵੀ ਜ਼ਬਰਦਸਤੀ ਵੜਨ ਦੀ ਲਾਈਨ ਔਰ ਸਵੇਰ ਵੇਲੇ ਜਦੋਂ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਔਰ ਦੂਸਰਾ ਪਰ ਇਸ ਦੇ ਨਾਲ ਜਿਹੜਾ ਇੱਕ ਫੀਅਰ ਫੈਕਟਰ ਤਾਂ ਜੋ ਚੱਲ ਹੀ ਰਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਸਾਈਨ ਕੀਤਾ ਕਿ ਵੀ ਇਹ ਨਿਊ ਗੁਆਟਾਨਾਮਾ ਬੇ ਫੈਸਿਲਿਟੀ ਔਰ ਜਿਨ੍ਹਾਂ ਨੂੰ ਇਹ ਪਤਾ ਹੈ ਕਿ 9/11 ਤੋਂ ਬਾਅਦ ਕੀ ਹੋਇਆ ਜੂਨੀਅਰ ਬੁਸ਼ ਦੇ ਵੇਲੇ ਕਿਵੇਂ ਅਫਗਾਨਿਸਤਾਨ ਚੋਂ ਜਾਂ ਈਵਨ ਪਾਕਿਸਤਾਨ ਦੇ ਮੁਸ਼ਰਫ ਰਜੀਮ ਨੇ ਵੀ ਜਿਹੜੇ ਸ਼ੱਕੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਕਿਹਾ ਗਿਆ ਉਹ ਫੜ ਕੇ ਲਿਆਂਦੇ ਗੁਆਟਾਨਾਮਾ ਬੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹਾਲਾਂ ਉਸ ਦੇ ਉੱਤੇ ਕਿਊਬਾ ਆਪਣਾ ਦਾਅਵਾ ਮੰਨਦਾ ਹੈ ਕਿਵੇਂ ਉਹਨਾਂ ਨੂੰ ਉੱਥੇ ਟਾਰਚਰ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਗੁਆਟਾਨਾਮਾ ਜਾਂ ਦੂਜੇ 'ਚ ਰੱਖਦੇ ਹੋ ਫਿਰ ਅਮਰੀਕਨ ਸੋਇਲ ਦੇ ਲਾ ਐਪਲੀਕੇਬਲ ਨਹੀਂ ਹੁੰਦੇ ਇੱਥੇ ਤੁਸੀਂ ਟਾਰਚਰ ਨਹੀਂ ਕਰ ਸਕਦੇ ਦੂਸਰਾ ਨਹੀਂ ਕਰ ਸਕਦੇ ਔਰ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਐਲਾਨ ਕੀਤਾ ਕਿ ਗੁਆਟਾਨਾਮਾ ਬੇ ਦੇ ਵਿੱਚ 30,000 ਬੈੱਡਸ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਕਿ 30,000 ਉਹ ਬੰਦੇ ਹੁਣ ਇੱਕ ਪਾਸੇ ਤਾਂ ਸੀ ਵੀ ਜਿਨ੍ਹਾਂ ਮੁਲਕਾਂ ਦੇ ਇਲੀਗਲ ਆਏ ਲੋਕ ਨੇ ਉਹਨਾਂ ਨੂੰ ਉੱਥੇ ਵਾਪਸ ਭੇਜਿਆ ਜਾਏਗਾ ਪਰ ਟਰੰਪ ਨੇ ਕਿਹਾ ਕਿ ਜੀ ਉਹਨਾਂ 'ਚੋਂ ਜਿਹੜੇ ਕ੍ਰਿਮੀਨਲ ਜਾਂ ਦੂਜੇ ਨੇ ਅਸੀਂ ਉਹਨਾਂ ਨੂੰ ਵਾਪਸ ਨਹੀਂ ਭੇਜਾਂ ਉਹਨਾਂ ਨੂੰ ਅਸੀਂ ਗੁਆਟਾਨਾਮਾ ਬੇ 'ਚ ਰੱਖਾਂਗੇ ਔਰ 30,000 ਦਾ ਜਿਹੜਾ ਉੱਥੇ ਉਹਨਾਂ ਨੇ ਇਸ ਦਾ ਪ੍ਰਬੰਧ ਕਰਨ ਦੀ ਲਾਈਨ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਸ ਦੇ ਉੱਤੇ ਟਰੰਪ ਨੇ ਸਾਈਨ ਕੀਤੇ ਨੇ ਔਰ ਇਹ ਜਿਹੜਾ ਸਾਊਥ ਈਸਟਰਨ ਟਿਪ ਕਿਊਬਾ ਦੀ ਹੈ ਇਹ US ਦਾ ਮਿਲਟਰੀ ਬੇਸ ਹੈ 1898 ਤੋਂ ਲੈ ਕੇ ਔਰ ਇਹ ਸਪੈਨਿਸ਼ ਅਮਰੀਕਨ ਵਾਰ ਦੇ ਵੇਲੇ ਇਸ ਟੈਰੀਟਰੀ ਨੂੰ ਅਮਰੀਕਾ ਨੇ ਸੀਜ਼ ਕੀਤਾ ਸੀ ਔਰ ਇਹ ਜਿਹੜਾ ਪ੍ਰੋਮੀਨੈਂਟ ਰੋਲ ਪੋਸਟ 9/11 ਅਟੈਕਸ ਦੇ ਉੱਤੇ ਦੁਨੀਆ ਨੂੰ ਪਤਾ ਲੱਗਾ ਕੀ ਹੈ ਔਰ ਪ੍ਰਿਜ਼ਨ ਕੈਂਪ 2002 ਦੇ ਵਿੱਚ ਇੱਥੇ ਖੋਲ੍ਹਿਆ ਗਿਆ ਸੀ 800 ਬੰਦੇ ਜਿਹੜੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਦਹਿਸ਼ਤਗਰਦੀ ਦੇ ਸ਼ੱਕ ਥੱਲੇ ਇੱਥੇ ਰੱਖਿਆ ਔਰ ਇਹ ਇੱਥੇ ਉਹਨਾਂ ਨੂੰ ਬਹੁਤ ਸਾਰਾ ਟਾਰਚਰ ਵੀ ਕੀਤਾ ਗਿਆ ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਥੇ US ਸੋਇਲ ਦਾ ਜਿਹੜਾ ਹਾਲਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਪਹਿਲੀ ਟਰਮ ਵੇਲੇ ਬਣੇ ਉਹਨਾਂ ਦੇ ਕੈਂਪੇਨ 'ਚ ਸੀ ਕਿ ਗੁਆਟਾਨਾਮਾ ਬੇ ਨੂੰ ਬੰਦ ਕਰ ਦੇਣਗੇ ਸਭ ਨੂੰ ਪਰ ਉਹ ਕਰ ਨਹੀਂ ਸੀ ਸਕੇ ਕਿਉਂਕਿ ਅਗੇਨ ਡੀਪ ਸਟੇਟ ਇਨਵੋਲਵ ਹੁੰਦੀ ਹੈ ਔਰ ਇਹ ਅਜੇ ਤੱਕ ਵੀ ਉੱਥੇ US ਮੀਡੀਆ ਦੇ ਮੁਤਾਬਕ ਜਿਹੜੇ 15 ਬੰਦੇ ਉੱਥੇ ਡਿਟੇਨ ਕੀਤੇ ਹੋਏ ਨੇ ਪਰ ਹੁਣ ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ ਕਿ ਅਸੀਂ 30,000 ਦਾ ਉੱਥੇ ਰੱਖਾਂਗੇ ਔਰ ਇਸ ਦੇ ਉੱਤੇ ਕਿਊਬਾ ਨੇ ਫੌਰਨ ਜਿਹੜਾ ਆਬਜੈਕਟ ਕੀਤਾ ਔਰ ਕਿਉਂਕਿ ਅੱਜ ਦੀ ਮੇਨ ਖਬਰ ਹੀ ਹੈ ਕਿ ਟਰੰਪ ਸਾਈਨਸ ਗੁਆਟਾਨਾਮੋ ਬੇ ਮਾਈਗ੍ਰੈਂਟ ਡਿਟੈਂਸ਼ਨ ਆਰਡਰ Trump has now signed the memorandum calling on the heads of the Homeland Security and Defense to expand the migrant detention center at the US Naval Base at Guantanamo Bay, Cuba. ਇਹ ਕਿਊਬਾ ਦੀ jurisdiction ਪਰ ਇਹਨਾਂ ਦਾ ਅਮਰੀਕਾ ਦਾ ਕਬਜ਼ਾ ਹੈ The order directs the officials to bring the facility to full capacity to provide additional detention space for high priority criminal aliens unlawfully present in the United States and to address attendant immigration
enforcement needs identified by Department of Defense and Department of Homeland Security। और इस दे उत्ते जिहड़ा एक बड़ा खतरनाक इस नूं देखिया गया है। क्यूबा ने इस दे उत्ते फौरन इतराज़ किया है। उन्होंने कहा कि भी ये बिल्कुल क्यूबन प्रेजिडेंट calls Trump's Guantanamo Bay announcement an act of brutality। और उहदे च उन्होंने क्यूबन प्रेजिडेंट और उन्होंने फॉरेन मिनिस्टर जिहड़ा खुद है उन्हें he has reacted to Trump's announcement of a detention facility for undocumented migrants to Guantanamo Bay which is located in Cuba। और उन्होंने earlier President Trump said 30,000 person facility would house the worst criminal illegal alien। ਹੁਣ ਪ੍ਰੋਬਲਮ ਇਹ ਹੈ ਕਿ ਵੀ ਇਲੀਗਲ ਲੋਕ ਤਾਂ ਹੈਗੇ ਨੇ ਪਰ ਤੁਸੀਂ ਹੁਣ ਸਭ ਨੂੰ ਹੀ ਲੇਬਲ ਕਰੀ ਜਾਓ ਕਿ ਵੀ ਉਹ ਕ੍ਰਿਮੀਨਲ ਨੇ, ਉਹ ਮਰਡਰਰ ਨੇ, ਉਹ ਰੇਪਿਸਟ ਨੇ। ਇਵੇਂ ਨਹੀਂ ਹੈ। ਉਹਨਾਂ ਦੀ ਇੱਕ ਸਮਾਲ ਪਰਸੈਂਟੇਜ ਮੈਂ ਵੀ ਲੈਸ ਦੈਨ 1% ਵੀ ਹੋਏ। ਲੇਕਿਨ ਜੇ ਤੁਸੀਂ ਹੁਣ 30,000 ਬੰਦਿਆਂ ਨੂੰ ਚੁੱਕ ਕੇ ਉੱਥੇ ਕਿਹੜੇ ਵਕੀਲ ਜਾਂ ਕੌਣ, ਉੱਥੇ ਤਾਂ ਸੁਣਵਾਈ ਕੋਈ ਨਹੀਂ ਹੈ। ਗੁਆਂਟਾਨਾਮੋ ਬੇ ਦਾ ਮਤਲਬ ਹੈ ਵੀ ਕੱਟ ਆਫ। ਤੁਹਾਡੇ ਹੁਣ ਅਮਰੀਕਾ ਦੀ ਸੋਇਲ ਤੇ ਤੁਹਾਨੂੰ ਫੜਿਆ ਜਾਂਦਾ ਹੈ, ਤੁਹਾਡਾ ਰਾਈਟ ਟੂ ਡਿਫੈਂਸ ਹੈ, ਤੁਹਾਡਾ ਰਾਈਟ ਟੂ ਅਟਰਨੀ ਹੈ। ਜੇ ਤੁਹਾਡੇ ਕੋਲ ਨਹੀਂ ਹੈ ਕੋਰਟ ਤੁਹਾਨੂੰ ਪ੍ਰੋਵਾਈਡ ਕਰਦਾ। ਪਰ ਇਸ ਸਾਰੇ ਦੇ ਉੱਤੇ ਜਿਹੜਾ ਇਹ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਗਿਆ ਉਹਦੇ 'ਚ ਉਹਨਾਂ ਨੇ ਕਿਹਾ ਕਿਊਬਨ ਪ੍ਰੈਜ਼ੀਡੈਂਟ ਦਿਸ ਐਨ ਐਕਟ ਆਫ ਬਰੂਟੈਲਿਟੀ ਟੂ ਪਲੇਸ ਮਾਈਗ੍ਰੈਂਟਸ ਨੈਕਸਟ ਟੂ ਨੋਨ ਪ੍ਰਿਜ਼ਨਸ ਆਫ ਟਾਰਚਰ ਕਿ ਭਾਈ ਜਿੱਥੇ ਹੈ। ਔਰ ਉਹਨਾਂ ਦੇ ਫੋਰਨ ਮਿਨਿਸਟਰ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਬਿਆਨਬਾਜ਼ੀ ਕੀਤੀ ਹੈ। ਅਸੀਂ ਜਿਵੇਂ ਕਿਹਾ ਕਿ ਵੀ ਇਹ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਅਫਰਾ ਤਫਰੀ ਵਾਲਾ ਮਾਹੌਲ ਬਣਦਾ ਚਲਾ ਜਾ ਰਿਹਾ ਹੈ। ਇਕੱਲਾ ਇੱਕ ਲੈਵਲ ਤੇ ਨਹੀਂ। ਜੇ ਹੁਣ ਫੈਡਰਲ ਲੈਵਲ ਦੇ ਉੱਤੇ ਤੁਸੀਂ 2 ਮਿਲੀਅਨ EMPLOYEES ਨੂੰ ਜਿਹੜਾ ਉਹ ਨੋਟਿਸ ਦੇ ਦਿੰਦੇ ਹੋ, ਇੱਕ ਅਫਰਾ ਤਫਰੀ ਮਚੀ ਹੋਈ ਹੈ। ਸਭ ਕੁਝ ਤਾਂ ਪਹਿਲਾਂ ਹੀ ਜਿਹੜੀ ਏਡ ਪ੍ਰੋਗਰਾਮ ਬੰਦ ਕੀਤੇ ਨੇ, ਸਕੂਲਾਂ ਦੇ ਵਿੱਚ ਬੰਦ ਹੋ ਗਏ। ਦੂਜੇ ਜਿਹੜੇ ਮੁਲਕਾਂ ਦੇ ਵਿੱਚ ਕੋਈ ਮੈਡੀਕਲ ਜਾਂ ਦੂਜੇ ਤੀਜੇ ਸੀ ਫੋਰਨ ਏਡ ਵੀ ਬੰਦ ਕਰਤੀ ਸੀ। ਸਿਰਫ ਇਜਿਪਟ ਤੇ ਇਜ਼ਰਾਈਲ ਨੂੰ ਜਾਰੀ ਰਹੇਗੀ। ਇਹ ਐਜ਼ ਏ ਅਮਰੀਕਨ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਨਾਲ ਜਿਹੜਾ ਅਮਰੀਕਾ ਦਾ ਇੱਕ ਬਹੁਤ ਚੰਗਾ ਇਮੇਜ ਐਜ਼ ਏ ਹਿਊਮੈਨਿਟੇਰੀਅਨ ਅਪਰੋਚ ਇਸ਼ੂਜ਼ ਦੇ ਉੱਤੇ ਔਰ ਜਸਟਿਸ ਔਰ ਦੂਸਰਾ ਇਹ ਤਾਂ ਬਿਲਕੁਲ ਜਿਸ ਕਿਸਮ ਦਾ ਇਹ ਮਾਹੌਲ ਬਣਦਾ ਚਲਾ ਜਾ ਰਿਹਾ ਹੈ ਇਸ ਦੇ ਨਾਲ ਅਮਰੀਕਾ ਦਾ ਇਮੇਜ ਜਿਹੜਾ ਆਲਮੋਸਟ 2-2.5 ਸਦੀ ਤੋਂ ਬਣਿਆ ਹੋਇਆ ਇਹ ਬਿਲਕੁਲ ਜਿਲ੍ਹ 'ਚ ਹੋਏਗਾ। ਇਹ ਅਫਸੋਸ ਦਾ ਜੋ ਹੈ ਉਹ ਪ੍ਰਗਟਾਵਾ ਅਸੀਂ ਕਰਦੇ ਹਾਂ ਇਸ ਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਨ ਬ੍ਰੇਕਰ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਨੂੰ ਅਗਲੇ ਹਫਤੇ ਵਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ।
ਉਹ ਵਾਈਟ ਹਾਊਸ ਆਉਣ ਵਾਲੇ ਪਹਿਲੇ ਗੈਸਟ ਹੋਣਗੇ। ਹੁਣ ਵੇਖਣਾ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪ ਫਲਸਤੀਨ ਤੇ ਇਜ਼ਰਾਈਲ 2 ਸਟੇਟਾਂ ਦੀ ਹੋਂਦ ਕਾਇਮ ਕਰਨ ਵੱਲ ਵਧਣਗੇ ਜਾਂ ਨੇਤਨਯਾਹੂ ਨੂੰ ਖੁੱਲੀ ਛੁੱਟੀ ਦੇਣਗੇ ਕਿ ਉਹ ਸਭ ਕੁਝ ਮਲੀਆਮੇਟ ਕਰਕੇ ਗ੍ਰੇਟਰ ਇਜ਼ਰਾਈਲ ਬਣਾ ਲੈਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣੇ ਕੈਂਪੇਨ ਤੋਂ ਬਾਅਦ ਜੇਤੂ ਹੋਏ ਨਵੰਬਰ ਦੇ ਵਿੱਚ ਵੋਟਾਂ ਦੇ ਵਿੱਚ, ਔਰ ਇਹ ਉਹਨਾਂ ਨੇ ਬੜੇ ਫਖਰ ਦੇ ਨਾਲ ਔਰ ਜਿਹਨੂੰ ਡੈਫੀਨੇਟਲੀ ਅਸੀਂ ਕਹਿੰਦੇ ਕਿਹਾ ਕਿ ਮੇਰੀ ਓਥ ਟੇਕਿੰਗ ਤੋਂ ਪਹਿਲਾਂ ਜਿਹੜਾ ਹੈ ਉਹ ਮਿਡਲ ਈਸਟ ਦੇ ਵਿੱਚ ਸੀਜ਼ ਫਾਇਰ ਹੋਏਗਾ। ਹਮਾਸ ਨੂੰ ਵੀ ਉਹਨਾਂ ਨੇ ਤਾੜਨਾ ਵਾਂਗ ਕਿਹਾ ਕਿ ਇਸ ਜਿਹੜੇ ਆ ਉਹ ਰਿਲੀਜ਼ ਹੋਣੇ ਚਾਹੀਦੇ ਨੇ ਜਿਹੜੇ ਅਗਵਾ ਕੀਤੇ ਲੋਕ ਨੇ। ਲੇਕਿਨ ਇਸ ਨਾਲੋਂ ਵੀ ਜ਼ਿਆਦਾ ਜਿਹੜੀ ਸਖਤੀ ਉਹ ਨੇਤਨਯਾਹੂ ਤੇ ਵਰਤੀ, ਕਿਉਂਕਿ ਜਿਹੜਾ ਸਮਝੌਤਾ ਆਲਮੋਸਟ 6 ਮਹੀਨੇ ਪਹਿਲਾਂ ਮਈ ਦੇ ਮਹੀਨੇ 'ਚ ਐਂਟਨੀ ਬਲਿੰਕਨ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਫਰ ਕੀਤਾ ਸੀ, ਜਿਹਨੂੰ ਨੇਤਨਯਾਹੂ ਨੇ ਰਿਜੈਕਟ ਕਰ ਦਿੱਤਾ ਸੀ, ਉਹੀ ਪ੍ਰੈਜ਼ੀਡੈਂਟ ਟਰੰਪ ਦੇ ਦਬਾਅ ਥੱਲੇ ਉਹ ਸਮਝੌਤਾ ਮੰਨਿਆ ਗਿਆ। ਔਰ ਅਸੀਂ ਕਿਉਂਕਿ ਇਸ ਵਿਸ਼ੇ ਦੇ ਉੱਤੇ ਇਸ ਸੀਜ਼ ਫਾਇਰ ਤੋਂ ਬਾਅਦ ਜਾਂ ਜਿਹਦੇ 'ਚ ਐਕਸਚੇਂਜ ਹੋਇਆ, ਉਹਨਾਂ ਨੇ ਜਿਹੜੇ ਨੇ 4 ਪਹਿਲਾਂ ਫੌਜੀ ਬੀਬੀਆਂ ਇਜ਼ਰਾਈਲ ਦੀਆਂ ਜਿਹੜੀਆਂ ਉਹਨਾਂ ਦੇ ਕੋਲ ਸੀ ਹਮਾਸ ਕੋਲ, ਉਹਨਾਂ ਨੂੰ ਛੱਡਿਆ, ਫਿਰ ਹੋਰ ਹੋਇਆ, ਹੁਣ ਉਹ ਵਾਪਸੀ ਜਿਹੜਾ ਕੁਇਡ ਪ੍ਰੋ ਕਿਊ ਉਹਨਾਂ ਨੇ ਇਜ਼ਰਾਈਲ ਨੇ 500-600 ਫਲਸਤੀਨੀਆਂ ਨੂੰ ਛੱਡਿਆ। ਔਰ ਜਿਹੜਾ ਉਸ ਸੀਜ਼ ਫਾਇਰ ਦਾ ਪਹਿਲਾ ਪੜਾਅ ਸੀ ਉਹਦੇ ਥੱਲੇ ਭਾਵੇਂ ਉਹਨੂੰ ਇੱਕ ਖੰਡਰਾਤ ਬਣਾ ਦਿੱਤਾ ਹੋਇਆ ਗਜ਼ਾ ਨੂੰ, ਜਿਹੜੇ ਲੱਖਾਂ ਲੋਕ ਨੇ ਉਹ ਵਾਪਸ ਪਰਤੇ, ਉੱਥੇ ਤਾਂ ਕੁਝ ਵੀ ਨਹੀਂ ਹੈ। ਪਰ ਇਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਇਹ ਪਹਿਲਾ ਫੇਜ਼ ਔਰ ਐਕਸਚੇਂਜ ਆਫ ਪ੍ਰਿਜ਼ਨਰਸ ਔਰ ਟੈਰੀਟਰੀ ਦੀ ਗੱਲ ਤੁਰ ਰਹੀ ਸੀ ਕਿ ਦੂਸਰਾ ਫੇਜ਼ ਤਾਂ ਅਜੇ ਅਸਲੀ ਔਖਾ ਹੋਣਾ, ਉਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੱਕ ਆਪਣਾ ਪੋਸਚਰ ਬਦਲਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਫਲਸਤੀਨੀ ਨੇ ਗਜ਼ਾ ਚੋਂ ਬੇਘਰੇ ਹੋਏ ਉਹਨਾਂ ਨੂੰ ਇਜਿਪਟ ਤੇ ਜਾਰਡਨ ਇਹ ਲੈ ਲੈਣ ਤਾਂ ਕਿ ਉਹ ਪੀਸ ਨਾਲ ਰਹਿ ਸਕਣ। ਔਰ ਗਜ਼ਾ ਦੇ ਵਿੱਚ ਜਿਹੜਾ ਉਹ ਤਾਂ ਖੰਡਰਾਤ ਬਣਿਆ ਹੋਇਆ, ਉਹ ਇਜ਼ਰਾਈਲ ਨੂੰ ਆਕੂਪਾਈ ਕਰਨ ਦਿੱਤਾ ਜਾਏ, ਇਸ ਕਿਸਮ ਦੀ ਲਾਈਨ ਲਈ। ਹੁਣ ਇਹਨੇ ਸਭ ਦੇ ਕੰਨ ਖੜੇ ਕਰ ਦਿੱਤੇ ਕਿ ਵੀ ਇਹ ਤਾਂ ਆਲਰੇਡੀ ਜਿਹੜੀਆਂ 2 ਚੀਜ਼ਾਂ ਅਲਟੀਮੇਟ ਅਮਰੀਕਾ ਐਜ਼ ਏ ਪਾਲਿਸੀ ਕਮਿਟਡ ਹੈ 2 ਸਟੇਟ ਫਾਰਮੂਲਾ ਕਿ ਵੀ ਇਜ਼ਰਾਈਲ ਤਾਂ ਆਲਰੇਡੀ ਐਜ਼ ਏ ਕੰਟਰੀ ਹੈ ਹੀ ਹੈ, ਨਿਊਕਲੀਅਰ ਪਾਵਰ ਹੈ ਰਾਦਰ, ਕਿ ਫਲਸਤੀਨੀਆਂ ਨੂੰ ਵੀ ਆਪਣਾ ਹੱਕ ਹੋਏਗਾ। ਔਰ ਇਹੀ ਜਿਹੜਾ ਯਾਸਰ ਅਰਾਫਾਤ ਦੇ ਨਾਲ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦਾ ਸਮਝੌਤਾ ਜਾਂ ਜੋ ਸਾਰਾ ਪਾਰਟ ਇੰਟਰਨੈਸ਼ਨਲੀ ਜਿਹਦੇ ਕਰਕੇ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ, ਉਹ ਤਾਂ ਇਹੀ ਸੀ ਕਿ ਫਲਸਤੀਨ ਐਜ਼ ਏ ਸਟੇਟ ਬਰਾਬਰ ਅਲੋਂਗ ਸਾਈਡ ਇਜ਼ਰਾਈਲ ਹੋਏਗਾ ਔਰ ਈਸਟ ਜੈਰੂਸ਼ਲਮ ਜਿਹੜੀ ਹੈ ਉਹਦੀ ਕੈਪੀਟਲ ਹੋਏਗੀ। ਲੇਕਿਨ ਸ਼ਾਇਦ ਬਹੁਤਿਆਂ ਨੂੰ ਯਾਦ ਨਾ ਹੋਏ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਜਿਹੜੀ ਇਜ਼ਰਾਈਲ ਦੀ ਰਾਜਧਾਨੀ ਹੈ ਜਿਹੜਾ ਕਿ ਉਹਨਾਂ ਨੇ ਅਲਟੀਮੇਟਲੀ ਜੈਰੂਸ਼ਲਮ ਨੂੰ ਬਣਾਉਣਾ, ਹੁਣ ਤਾਂ ਤੇਲ ਅਵੀਵ ਹੈ, ਲੇਕਿਨ ਅਮਰੀਕਾ ਨੇ ਆਪਣੀ ਐਮਬੈਸੀ ਤੇਲ ਅਵੀਵ ਤੋਂ ਮੂਵ ਕਰਕੇ ਜੈਰੂਸ਼ਲਮ ਖੋਲ੍ਹ ਦਿੱਤੀ। ਹਾਲਾਂਕਿ ਯੂਐਸ ਕਾਂਗਰਸ ਨੇ ਤਾਂ ਉਹ 30 ਸਾਲ ਪਹਿਲਾਂ ਦਾ ਪਾਸ ਕੀਤਾ ਹੋਇਆ ਸੀ ਹੋਏ, ਲੇਕਿਨ ਕੋਈ ਵੀ ਇੰਪਲੀਮੈਂਟ ਨਹੀਂ ਸੀ ਕਰਦਾ ਵੀ ਜਦੋਂ ਇਹ 2 ਸਟੇਟ ਬਣ ਜਾਏਗੀ, ਫਲਸਤੀਨੀ ਸਟੇਟ ਵੀ ਬਣ ਜਾਏਗੀ, ਉਦੋਂ ਇਹਨੂੰ ਇੰਪਲੀਮੈਂਟ ਕੀਤਾ। ਪਰ ਪ੍ਰੋ ਇਜ਼ਰਾਈਲ ਸਟਾਂਸ ਲੈਂਦਿਆਂ ਟਰੰਪ ਨੇ ਇਹ ਲਾਈਨ ਲਈ ਸੀ। ਦੂਸਰਾ ਪਾਰਟ, ਟਰੰਪ ਨੇ ਆਪਣੀ ਪਹਿਲੀ ਟਰਮ ਦੇ ਐਂਡ ਵਾਲੇ ਸਾਲ ਦੇ ਵਿੱਚ ਅਬਰਾਹਮ ਅਕੋਰਡ ਦੇ ਨਾਂ ਥੱਲੇ, ਅਬਰਾਹਮ ਹੁਣ ਜਦੋਂ ਅਕੋਰਡ ਇਹ ਮਜ਼ਹਬੀ ਲਾਈਨ ਹੈ, ਜਿਹੜੇ ਫਾਦਰ ਅਬਰਾਹਮ ਜੂਡਾਇਜ਼ਮ ਦੇ ਵੀ ਵੱਡੇ ਪ੍ਰੋਫਿਟ ਨੇ, ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ, ਕ੍ਰਿਸਚੀਅਨਿਟੀ ਦੇ ਵੀ ਉਹ ਪ੍ਰੋਫਿਟ ਨੇ। ਸੋ ਇਹ ਪ੍ਰਭਾਵ ਦਿੰਦੇ ਆ ਕਿ ਜੀ ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਇਸਲਾਮ ਇਹ ਤਾਂ ਤਿੰਨੋਂ ਹੀ ਫਾਦਰ ਅਬਰਾਹਮ ਦੇ ਹੀ ਰਿਲੀਜਨ ਨੇ ਔਰ ਉਹਨਾਂ ਨੂੰ ਸੈਮਿਟਿਕ ਰਿਲੀਜਨ ਕਿਹਾ ਜਾਂਦਾ, ਅਦਰਵਾਈਜ਼ ਇਹ ਜਿਹੜੇ ਨੇ ਮਜ਼ਹਬ। ਲੇਕਿਨ ਇਹਨੇ ਅਬਰਾਹਮ ਨੇ ਇੱਕ ਰਿਲੀਜਨਸ ਕਹਿ ਕੇ ਅਕੋਰਡ ਦਾ ਨਾਂ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਰੇ ਜਿਹੜੇ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਗੇ। ਔਰ ਪਰ ਉਦੋਂ ਕੀ ਜਿਹੜਾ ਇਹ ਗੱਲ ਅੱਗੇ ਸੈਕੰਡ ਟਰਮ ਤਾਂ ਮਿਲੀ ਨਹੀਂ ਔਰ ਇਸ ਦੇ ਉੱਤੇ
ਇਵੇਂ ਲੱਗ ਰਿਹਾ ਸੀ ਕਿ ਅਲਟੀਮੇਟਲੀ ਸਾਊਦੀ ਅਰੇਬੀਆ, ਜਾਰਡਨ, ਇਜਿਪਟ ਔਰ ਇਹ ਸਾਰੇ ਜਿਹੜੇ ਨੇ ਇਹ ਰਿਕਗਨਾਈਜ਼ ਕਰ ਲੈਣਗੇ ਇਜ਼ਰਾਈਲ ਨੂੰ ਔਰ ਅਲਟਰਨੇਟ ਫਲਸਤੀਨੀ ਸਟੇਟ ਵੀ ਹੋਂਦ 'ਚ ਆਏਗੀ ਕਿਉਂਕਿ ਸਾਊਦੀ ਅਰੇਬੀਆ ਵੀ ਕਮਿਟਡ ਹੈ ਫਲਸਤੀਨੀਅਨ ਸਟੇਟ ਨੂੰ। ਅਦਰਵਾਈਜ਼ ਉਹਨਾਂ ਦੇ ਆਪਣੇ ਜਿਹੜੇ ਸ਼ਹਿਰੀ ਨੇ ਮੁਸਲਮਾਨ ਉਹ ਬਗਾਵਤ 'ਤੇ ਆ ਜਾਣਗੇ। ਲੇਕਿਨ ਹੁਣ ਫਿਰ ਇਹਦੇ ਪੈਰਲਲ ਜਿਹੜੀ ਇੱਕ ਜੂਡੀਓ ਕ੍ਰਿਸਚੀਅਨ ਰੂਟਸ ਦੇ ਨਾਂ ਥੱਲੇ ਜਿਹੜੀ ਅਮਰੀਕਾ ਦੇ ਵਿੱਚ ਇੱਕ ਫਿਲਾਸਫੀ ਜਿਹਨੂੰ ਸਾਊਥ ਦਾ ਜਿਹੜਾ ਚਰਚ ਹੈ ਬਾਈਬਲ ਬੈਲਟ ਉਹ ਹਮੇਸ਼ਾ ਪ੍ਰਮੋਟ ਕਰਦਾ ਰਿਹਾ ਹੈ, ਓਲਡ ਟੈਸਟਾਮੈਂਟ ਜਾਂ ਬਾਈਬਲ ਨੂੰ ਬੇਸ ਬਣਾ ਕੇ ਗ੍ਰੇਟਰ ਇਜ਼ਰਾਈਲ ਜਿਸ ਦੇ ਵਿੱਚ ਸਾਰਾ ਫਲਸਤੀਨ, ਗਜ਼ਾ ਔਰ ਇਹ ਸਾਰਾ ਇਜ਼ਰਾਈਲ ਜਿਹੜਾ ਉਹਨਾਂ ਦਾ ਕੋਈ ਇਮੈਜਨਰੀ ਜਿਵੇਂ ਹਿੰਦੂਆਂ ਦਾ ਅਖੰਡ ਭਾਰਤ ਹੈ ਇਸ ਕਿਸਮ ਦੇ ਕਨਸੈਪਟ ਥੱਲੇ। ਹੁਣ ਇਵੇਂ ਲੱਗਦਾ ਹੈ ਕਿ ਵੀ ਇੱਕ ਪਾਸੇ ਤਾਂ ਇਹ ਸਾਰੇ ਪੀਰੀਅਡ ਦੇ ਵਿੱਚ ਬੜੇ ਫਖਰ ਨਾਲ ਸਾਊਦੀ ਅਰੇਬੀਆ ਨੇ ਕਿਹਾ ਕਿ ਜੀ ਅਸੀਂ $650 ਬਿਲੀਅਨ ਅਮਰੀਕਾ 'ਚ ਇਨਵੈਸਟ ਕਰਾਂਗੇ। ਡੈਵੋਸ ਵਰਲਡ ਇਕਨੋਮਿਕਲ ਫੋਰਮ ਦੇ ਉੱਤੇ ਬੈਠੇ ਨੂੰ ਟਰੰਪ ਨੇ ਜਿਹੜਾ ਉਹ ਮਾਰ ਕੇ ਜਿਵੇਂ ਕਹਿੰਦੇ ਨੇ ਕਿ ਵੀ ਹੂਰਾ ਤਾਂ ਉਹਨੂੰ ਕਿਹਾ ਨਹੀਂ $650 ਬਿਲੀਅਨ ਨਹੀਂ, ਤੁਸੀਂ $1 ਟ੍ਰਿਲੀਅਨ ਜਿਹੜਾ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਉਹ ਇਨਵੈਸਟ ਕਰਨਾ। ਹੁਣ ਇੱਕ ਪਾਸੇ ਤੁਸੀਂ $1 ਟ੍ਰਿਲੀਅਨ ਇਨਵੈਸਟ ਕਰਾ ਰਹੇ ਹੋ, ਦੂਸਰੇ ਪਾਸੇ ਤੁਸੀਂ ਫਲਸਤੀਨੀ ਜਿਹੜੇ ਲੱਖ ਦੇ ਨੇੜੇ ਤੇੜੇ ਮਾਰ ਦਿੱਤੇ, ਕਿੰਨੇ ਬੇਘਰੇ ਕਰ ਦਿੱਤੇ, 2/3 ਉਹਨਾਂ 'ਚ ਬੱਚੇ ਔਰ ਔਰਤਾਂ ਨੇ, ਉਹਨਾਂ ਦੀ ਥਾਂ ਤੋਂ ਹੀ ਡਿਪਰਾਈਵ ਕਰਕੇ ਉੱਥੇ ਇਜ਼ਰਾਈਲ ਦਾ ਕਬਜ਼ਾ ਕਰਾ ਰਹੇ ਹੋ ਔਰ ਉਹਨਾਂ ਨੂੰ ਕਹਿ ਰਹੇ ਹੋ ਇਜਿਪਟ ਨੂੰ ਔਰ ਜਾਰਡਨ ਨੂੰ ਕਿ ਜੀ ਇਹ ਫਲਸਤੀਨੀ ਤੁਸੀਂ ਰੱਖ ਲਓ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਇਹ ਇੰਪੋਰਟੈਂਟ ਹੁੰਦਾ ਹੈ ਕਿ ਅਮਰੀਕੀ ਪ੍ਰੈਜ਼ੀਡੈਂਟ ਜਿਹੜਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲਾਂ ਕਿਸ ਦੇਸ਼ ਦਾ ਟੂਰ ਕਰਦਾ ਜਾਂ ਪਹਿਲਾਂ ਕਿਹਨੂੰ ਐਜ਼ ਏ ਮਹਿਮਾਨ ਸਮਝਦਾ, ਇਹ ਸ਼ੋਅ ਕਰ ਰਿਹਾ ਹੁੰਦਾ ਹੈ ਕਿ ਉਹਦੇ ਲਈ ਉਸ ਮੁਲਕ ਜਿਸ ਮੁਲਕ 'ਚੋਂ ਵਿਜ਼ਿਟ ਕਰਦਾ ਉਹ ਕਿੰਨਾ ਅਹਿਮ ਹੈ ਤੇ ਜਿਸ ਮੁਲਕ ਦਾ ਜਿਹੜਾ ਜਿਹਨੂੰ ਸੱਦਿਆ ਗਿਆ ਵਾਈਟ ਹਾਊਸ ਮੁਲਾਕਾਤ ਲਈ ਉਹ ਕਿੰਨਾ ਅਹਿਮ ਹੈ। ਸੋ ਟਰੰਪ ਨੇ ਤਾਂ ਕਿਹਾ ਸੀ ਕਿ ਜੀ ਜੇ ਕਰਾਊਨ ਪ੍ਰਿੰਸ ਜਿਹੜਾ ਉਹ $1 ਟ੍ਰਿਲੀਅਨ ਕਰੇ ਇਨਵੈਸਟ ਤਾਂ ਮੈਂ ਪਹਿਲਾਂ ਸਾਊਦੀ ਅਰੇਬੀਆ ਚਲਾ ਜਾਣਾ। ਉਹ ਤਾਂ ਅਜੇ ਨਹੀਂ ਐਲਾਨ ਹੋਇਆ ਪਰ ਜਿਹੜਾ ਅੱਜ ਵਾਈਟ ਹਾਊਸ ਵੱਲੋਂ ਐਲਾਨ ਹੋਇਆ, ਡੋਨਲਡ ਟਰੰਪ ਇਨਵਾਈਟਸ ਇਜ਼ਰਾਈਲਸ ਨੈਤਨਯਾਹੂ ਟੂ ਮੀਟ ਵਿਦ ਹਿਮ ਐਟ ਦਾ ਵਾਈਟ ਹਾਊਸ ਨੈਕਸਟ ਵੀਕ। ਉਹ ਪਹਿਲਾ ਬਣ ਗਿਆ ਜਿਹਨੂੰ 4 ਫਰਵਰੀ ਨੂੰ ਨੈਤਨਯਾਹੂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਜਿਹੜਾ ਹੈ ਜਿਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨਿਆ ਹੋਇਆ ਔਰ ਜਿਹਦੇ 'ਚ ਕੋਈ ਸ਼ੱਕ ਨਹੀਂ ਹੈ ਵਰਸਟ ਵਾਰ ਕ੍ਰਾਈਮ ਔਰ ਵਿਦਨ ਕੰਟਰੀ ਵੀ ਉਹਦੇ 'ਤੇ ਇੰਨੇ ਕਰਪਸ਼ਨ ਦੇ ਚਾਰਜ ਨੇ ਕਿ ਉਹਦੇ ਲਈ ਲੜਾਈ ਜਾਰੀ ਰੱਖਣਾ ਇਸ ਲਈ ਵੀ ਇੰਪੋਰਟੈਂਟ ਹੈ। ਅਦਰਵਾਈਜ਼ ਜਿਹੜਾ ਇਜ਼ਰਾਈਲ ਦਾ ਸੁਪਰੀਮ ਕੋਰਟ ਦੇ ਥੱਲੇ ਉਹ ਗਿਲਟੀ ਹੋਏਗਾ, ਆਲਰੇਡੀ ਗਿਲਟੀ ਹੈ, ਉਹ ਤਾਂ ਇਹਨੂੰ ਆਪਣੇ ਦਿਨ ਵਧਾ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਆਲਰੇਡੀ ਇਹ ਡਿਬੇਟ ਸ਼ੁਰੂ ਹੋ ਗਈ ਸੀ ਔਰ ਅਸੀਂ ਭਾਵੇਂ ਇਸ ਦੇ ਉੱਤੇ ਗੱਲ ਨਹੀਂ ਕੀਤੀ ਕਿ ਵੀ ਜੇ ਇੰਨੇ ਆਲਮੋਸਟ ਅਕਤੂਬਰ ਮਹੀਨੇ 'ਚ ਉਹਨਾਂ ਨੇ ਅਗਵਾ ਕੀਤੇ 1200 ਇਜ਼ਰਾਈਲੀ ਮਾਰਿਆ, 250-300 ਲੈ ਗਏ, 1.5 ਸਾਲ 'ਚ ਇਹਨਾਂ ਨੇ ਲਬਨਾਨ, ਗਜ਼ਾ, ਯਮਨ ਫਲੈਟ ਕਰ ਦਿੱਤਾ ਲਬਨਾਨ ਨੂੰ ਵੀ ਔਰ ਖਾਸ ਤੌਰ 'ਤੇ ਗਜ਼ਾ ਨੂੰ ਵੀ, ਪਰ ਨਾ ਤਾਂ ਉਹ ਆਪਣੇ ਛਡਾ ਸਕੇ ਜਿਹੜੇ ਅਗਵਾ ਕੀਤੇ ਸੀ। ਇੱਕ ਪਾਸੇ ਉਹਨਾਂ ਦਾ ਮਿਸ਼ਨ ਸੀ ਕਿ ਅਸੀਂ ਹਮਾਸ ਨੂੰ ਬਿਲਕੁਲ ਸਾਫ਼ ਕਰ ਦੇਣਾ, ਪਰ ਉਸੇ ਹਮਾਸ ਦੇ ਨਾਲ ਹੀ ਫਿਰ ਪੀਸ ਡੀਲ ਵੀ ਸਾਈਨ ਹੁੰਦੀ ਭਾਵੇਂ ਉਹ ਅਮਰੀਕਨ ਪ੍ਰੈਸ਼ਰ ਥੱਲੇ ਹੋਈ। ਲੇਕਿਨ ਇਸ ਸਾਰੇ ਚੋਂ ਜਿਹੜੇ ਐਕਸਪਰਟ ਜਾਂ ਐਨਾਲਿਸਟ ਨੇ ਉਹ ਇਹ ਕਹਿੰਦੇ ਨੇ ਕਿ ਵੀ ਇਜ਼ਰਾਈਲ ਜੇਤੂ ਨਹੀਂ ਹੋਇਆ ਕਿ ਜੇ ਉਹ ਨਾ ਹਮਾਸ ਦੀ ਹੋਂਦ ਮੁੱਕ ਸਕੀ ਔਰ ਈਵਨ ਇਹ ਵੀ ਕਿਹਾ ਗਿਆ ਕਿ ਪਿਛਲੇ 1 ਸਾਲ 'ਚ ਇਹਨਾਂ ਦੀ ਸ਼ਾਇਦ ਇੰਟੈਲੀਜੈਂਸ ਰਿਪੋਰਟ ਹੈ ਕਿ 50,000 ਨਵੇਂ ਗੁਰੀਲੇ ਹਮਾਸ ਦੇ ਵਿੱਚ ਸ਼ਾਮਲ ਹੋਏ। ਹੁਣ ਜਿਨ੍ਹਾਂ ਦੀਆਂ ਮਾਵਾਂ ਮਾਰੀਆਂ ਗਈਆਂ ਜਾਂ ਪਿਓ ਮਾਰੇ ਗਏ ਜਾਂ ਸਾਹਮਣੇ ਤੁਸੀਂ ਇੰਨਾ ਜ਼ੁਲਮ, ਉਹਨਾਂ ਦੇ ਲਈ ਤਾਂ ਹੁਣ ਕੋਈ ਹੋਰ ਰਾਹ ਨਹੀਂ ਹੈ, ਉਹ ਫਿਰ ਇਸ ਰਸਤੇ ਤੇ ਹੀ ਆਣਗੇ। ਔਰ ਇਸ ਤੋਂ ਬਾਅਦ ਹੁਣ ਇਹ ਲੱਗਦਾ ਸੀ ਕਿ ਵੀ ਜੇ ਈਵਨ ਟਰੰਪ ਨੇ ਇਹਨੂੰ ਨੈਤਨਯਾਹੂ ਦੀ ਬਾਂਹ ਮਰੋੜ ਕੇ ਉਹਦੇ ਤੋਂ ਇਹ ਸੀਜ਼ਫਾਇਰ ਔਰ ਗੱਲਬਾਤ ਕਰਵਾਈ ਹੈ, ਇਹਦਾ ਮਤਲਬ ਹੈ ਵੀ ਹਮਾਸ ਹੀ ਜੇਤੂ ਰਿਹਾ ਕਿਉਂਕਿ ਇਸ ਸਭ ਦੇ ਬਾਵਜੂਦ ਇੰਨੀ ਤਬਾਹੀ ਲੈ ਕੇ ਵੀ ਅਲਟੀਮੇਟਲੀ ਉਹਦੀ ਹੋਂਦ ਖਤਮ ਨਹੀਂ ਹੋਈ ਔਰ ਇਜ਼ਰਾਈਲ ਨੇ ਉਹਦੇ ਨਾਲ ਸਮਝੌਤਾ ਕੀਤਾ। ਔਰ ਇਹ ਗੱਲ ਅੱਜ ਈਵਨ ਈਰਾਨ ਦੇ ਆਇਤੁੱਲਾ ਅਲੀ ਖਮੀਨੀ ਨੇ ਵੀ ਕਿਹਾ। ਈਰਾਨ's Ayatollah Ali Khamenei says Gaza brought Israel to its knees. The small limited Gaza brought the Zionist regime
armed to the teeth and fully supported by America to its knees, says Iran's supreme leader Ayatollah Ali Khamenei ਕਿ ਭਾਈ ਗੋਡਿਆਂ ਪਰਨੇ ਲੈ ਆਂਦਾ। ਔਰ ਹੁਣ ਦੂਸਰੇ ਪਾਸੇ ਕਤਰ ਜਿਹੜਾ ਅਮਰੀਕਾ ਦਾ ਜਿੱਥੇ ਬਹੁਤ ਵੱਡਾ ਬੇਸ ਹੈ, ਔਰ ਈਵਨ ਇਸ ਸਮਝੌਤੇ ਦੇ ਵਿੱਚ ਵੀ ਜਿਹੜਾ ਸੀਜ਼ ਫਾਇਰ ਦਾ ਹੋਇਆ ਉਹਦੇ ਵਿੱਚ ਕਤਰ ਔਰ ਇਜਿਪਟ ਨੇ ਮੇਨ ਰੋਲ ਅਦਾ ਕੀਤਾ ਹੈ। ਕਤਰ ਰੀਟਰੇਟ ਸਪੋਰਟ ਫॉर ਟੂ ਸਟੇਟ ਸੋਲੂਸ਼ਨ ਆਫਟਰ ਟਰੰਪ ਕਾਲਸ ਫॉर ਮੂਵਿੰਗ ਗਾਜ਼ਨ ਕਿ ਗਾਜ਼ਾ ਦੇ ਲੋਕਾਂ ਨੂੰ ਜਿਹੜਾ ਕਿਹਾ ਹੈ ਕਿ ਜੀ ਉੱਥੇ ਉਹਨੇ ਕਿਹਾ ਜੀ ਨਹੀਂ, ਇਹ ਜਿਹੜਾ ਟੂ ਸਟੇਟ ਫਾਰਮੂਲਾ ਹੋਣਾ ਚਾਹੀਦਾ ਹੈ। ਔਰ ਇਹ ਜਿਹੜਾ ਹੁਣ ਇਹ ਵਿਜ਼ਿਟ ਬੜੀ ਇੰਪੋਰਟੈਂਟ ਹੈ। ਇਹ ਮਿਡਲ ਈਸਟ ਦੇ ਦਾ ਫਿਊਚਰ ਕੋਰਸ ਕੀ ਹੋਏਗਾ, ਵੈਦਰ ਇਜ਼ਰਾਈਲ ਦੀ ਜਿਹੜੀ ਕਿਲਿੰਗ ਮਸ਼ੀਨਰੀ ਹੈ ਇਵੇਂ ਹੀ ਸਾਰਿਆਂ ਨੂੰ ਖਾਲੀ ਕਰਾ ਲਏਗੀ, ਔਰ ਇਹਨਾਂ ਨੂੰ ਜਿਹੜਾ ਉਹ ਫਲਸਤੀਨੀਆਂ ਨੂੰ ਜਿਵੇਂ ਟਰੰਪ ਨੇ ਕਿਹਾ ਕਿ ਜੀ ਇਜਿਪਟ ਤੇ ਫਲਾਣਾ ਉਧਰ ਨੂੰ ਜਾਏਗਾ, ਜਾਂ ਟੂ ਸਟੇਟ ਫਾਰਮੂਲਾ ਇਹ ਹੋਏਗਾ। ਇਸ ਨੂੰ ਜਿਹੜਾ ਸਾਰੀ ਦੁਨੀਆ ਦੀਆਂ ਨਜ਼ਰਾਂ ਹੋਣਗੀਆਂ, ਕਿਉਂਕਿ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਜਾਂ ਜਿਸ ਕਿਸਮ ਦਾ ਇਹ ਨੇਤਨਯਾਹੂ ਜਿਸ ਨੂੰ ਵਾਰ ਕ੍ਰਿਮੀਨਲ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਐਲਾਨਿਆ, ਔਰ ਜਿਸ ਕਿਸਮ ਦਾ ਉਸ ਦਾ ਨਫ਼ਰਤ ਭਰਿਆ ਏਜੰਡਾ ਇਹ ਕੁੱਲ ਇਨਸਾਨੀਅਤ, ਕਿਉਂਕਿ ਇਸ ਵੇਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੁਨੀਆ ਦਾ ਹਰ ਹਿੱਸਾ ਦੂਸਰੇ ਨਾਲ ਜੁੜਿਆ ਹੋਇਆ ਹੈ, ਔਰ ਅਮਰੀਕਨ ਪਾਲਿਸੀ ਜਿਹੜੀ ਹੈ ਉਹ ਇੱਕ ਡਿਸਾਈਡਿੰਗ ਪਾਲਿਸੀ ਹੋਏਗੀ, ਉਹ ਭਾਵੇਂ ਮਿਡਲ ਈਸਟ ਦੇ ਹਵਾਲੇ ਨਾਲ ਹੋਏ ਜਾਂ ਈਵਨ ਅੱਜ ਰਸ਼ੀਆ ਦੇ ਪੁਤਿਨ ਨੇ ਵੀ ਕਿਹਾ ਜੀ ਅਸੀਂ ਯੂਕਰੇਨ ਦੇ ਮੁੱਦੇ ਤੇ ਗੱਲਬਾਤ ਲਈ ਤਿਆਰ ਹੈ ਪਰ ਜ਼ੈਲੈਂਸਕੀ ਨਾਲ ਨਹੀਂ। ਸੋ ਇਹ ਹੁਣ ਟਰੰਪ ਨੇ ਜਿਸ ਕਿਸਮ ਦੇ ਜਿਹੜਾ ਜੋ ਮਾਹੌਲ ਆਉਣ ਵਾਲੇ ਦਿਨਾਂ 'ਚ ਫੋਰਨ ਪਾਲਿਸੀ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਬਣਾਏਗਾ, ਉਹ ਕੁੱਲ ਇਨਸਾਨੀਅਤ ਦੇ ਲਈ ਪੀਸ ਦਾ ਬਣਦਾ ਹੈ ਜਾਂ ਟਕਰਾਅ ਦੇ ਹੋਰ ਦਰਵਾਜ਼ੇ ਖੁੱਲਦੇ ਨੇ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਫਿਰ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੇ ਫ੍ਰੈਜ਼ਨੋ ਸ਼ਹਿਰ ਵਿੱਚ ਅਗਲੇ ਸਾਲ ਖੁੱਲਣ ਜਾ ਰਹੇ ਨਵੇਂ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਂ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਵੇਗਾ ਔਰ ਇਸ ਸੰਬੰਧੀ ਸੈਂਟਰ ਯੂਨੀਫਾਈਡ ਸਕੂਲ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਟੋਰਾਂਟੋ ਤੋਂ ਭਾਊ ਸੰਤੋਖ ਸਿੰਘ ਜੀ ਹੋਰਾਂ ਦੀ ਨਜ਼ਮ ਹੈ ਉਹ ਵੀ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਲਾਈਵ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਜ਼ਬਾਨ ਤੇ ਆਂਦਾ ਹੈ ਤੇ ਇੱਕਦਮ ਇੱਕ ਫਕੀਰ, ਗੁਰੂ ਦਾ ਪਿਆਰਾ, ਇੱਕ ਬਹਾਦਰ ਸਿੰਘ ਔਰ ਸਾਡੇ ਉਸ ਧਰਤੀ ਦੇ ਖਿੱਤੇ 'ਚ
ਜਿਨ੍ਹਾਂ ਨੂੰ ਮਨੁੱਖੀ ਹੱਕਾਂ ਦਾ ਮਸੀਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਸਰਦਾਰ ਜਸਵੰਤ ਸਿੰਘ ਖਾਲੜਾ, ਤੁਹਾਡਾ ਸਿਰ ਆਪਣੇ ਆਪ ਹੀ ਝੁਕ ਜਾਂਦਾ ਹੈ ਉਹਨਾਂ ਦੀ ਕੁਰਬਾਨੀ ਦੇ ਅੱਗੇ, ਉਹਨਾਂ ਦੇ ਹੌਸਲੇ ਦੇ ਅੱਗੇ ਔਰ ਉਹਨਾਂ ਦੇ ਕੰਮ ਦੇ ਅੱਗੇ। ਬਿਲਕੁਲ 30 ਸਾਲ ਪਹਿਲਾਂ ਠੀਕ ਜਿਹੜਾ ਹੈ ਉਹਨਾਂ ਨੂੰ 6 ਸਤੰਬਰ 1995 ਨੂੰ ਘਰੋਂ ਚੁੱਕ ਕੇ ਗਾਇਬ ਕਰ ਦਿੱਤਾ ਗਿਆ। ਔਰ ਜਿਵੇਂ ਉਹਨਾਂ ਦੀ ਬੇਟੀ ਨੇ ਵੀ ਆਪਣੀ ਇੱਕ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਮੇਰੇ ਪਿਤਾ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਅਤੇ ਖੁਦ ਵੀ ਅਣਪਛਾਤੀ ਲਾਸ਼ ਬਣ ਗਏ। ਇਹ ਛੋਟੀ ਗੱਲ ਨਹੀਂ ਹੈ, ਇਸ ਜੁਮਲੇ ਦੇ ਵਿੱਚ ਬਹੁਤ ਕੁਝ ਆ ਜਾਂਦਾ ਔਰ ਇਹ ਇੱਕ ਪਾਸੇ ਅਸੀਂ ਉਸ ਮੁਲਕ ਦੇ ਨਾਲ ਜੂਝ ਰਹੇ ਹਾਂ ਆਪਣੇ ਹੱਕਾਂ ਦੇ ਲਈ, ਜਿੱਥੇ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਵਾਲੀਆਂ ਫਿਲਮਾਂ, ਉਹ ਕੇਰਲਾ ਫਾਈਲਸ ਹੋਏ, ਕਸ਼ਮੀਰ ਫਾਈਲਸ ਹੋਏ, ਐਕਸੀਡੈਂਟਲ ਪ੍ਰਾਈਮ ਮਿਨਿਸਟਰ ਹੋਏ, ਐਮਰਜੈਂਸੀ ਦੇ ਹੋਏ, ਜਿਹੜੀਆਂ ਸਿੱਖ ਵਿਰੋਧੀ, ਮੁਸਲਮਾਨ ਵਿਰੋਧੀ, ਈਸਾਈ ਵਿਰੋਧੀ ਨੇ, ਉਹਨਾਂ ਨੂੰ ਧੂਮ ਧੜੱਕੇ ਨਾਲ ਰਿਲੀਜ਼ ਕੀਤਾ ਜਾਂਦਾ ਹੈ, ਟੈਕਸ ਮੁਆਫ ਕੀਤਾ ਜਾਂਦਾ ਹੈ, ਪੂਰਾ ਪ੍ਰਚਾਰਿਆ ਜਾਂਦਾ ਹੈ। ਪਰ ਦੂਸਰੇ ਪਾਸੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਜਾਂ ਉਹਨਾਂ ਦੇ ਜੀਵਨ ਨੂੰ ਸਮਰਪਿਤ ਬਣੀ ਜਿਹੜੀ ਬਾਇਓਪਿਕ ਹੈ, ਨਾ ਉੱਥੇ ਰਿਲੀਜ਼ ਹੋਣ ਦਿੱਤੀ ਜਾਂਦੀ ਹੈ, ਨਾ ਅਜੇ ਤੱਕ ਨੈਟਫਲਿਕਸ ਤੇ ਰਿਲੀਜ਼ ਹੋਣ ਦਿੱਤੀ ਗਈ। ਇਹ ਉਹ ਜਮਹੂਰੀਅਤ ਹੈ ਜਿੱਥੇ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਘੱਟ ਗਿਣਤੀਆਂ ਦੇ ਲਈ ਔਰ ਖ਼ਾਸ ਤੌਰ 'ਤੇ ਸਿੱਖਾਂ ਨੂੰ ਉਹਨਾਂ ਨੇ ਨਿਸ਼ਾਨੇ 'ਤੇ ਲਿਆ ਹੋਇਆ ਔਰ ਉਹ ਕਿਲਿੰਗ ਮਸ਼ੀਨਰੀ ਉਹਨਾਂ ਦੀ ਇਹਨਾਂ ਮੁਲਕਾਂ 'ਚ ਆ ਕੇ ਵੀ ਸਾਡੀ ਜ਼ਿੰਦਗੀ ਨੂੰ ਜਿਹੜਾ ਉਹ ਅਜ਼ਾਬ ਬਣਾ ਦਿੱਤਾ ਹੈ। ਉਹਨਾਂ ਨੇ ਉਹ ਟਾਰਗੇਟ ਕਿਲਿੰਗਸ ਦੇ ਉੱਤੇ ਉਤਰੇ ਹੋਏ ਨੇ। ਦੂਸਰੇ ਪਾਸੇ ਇੱਕ ਮੁਬਾਰਕ ਖਬਰ ਹੈ, ਜਦੋਂ ਅਸੀਂ ਫਰੈਜ਼ਨੋ ਬੈਲਟ ਦੀ ਗੱਲ ਕਰਦੇ ਹਾਂ, ਸੈਂਟਰਲ ਵੈਲੀ ਹੈ, ਇੱਕ ਪਾਸੇ LA ਹੈ, ਸਾਊਦਰਨ ਕੈਲੀਫੋਰਨੀਆ, ਇੱਕ ਪਾਸੇ ਉਹਨਾਂ ਦੇ ਵਿਚਕਾਰ, ਔਰ ਇਹੀ ਉਹ ਬੈਲਟ ਹੈ ਜਿੱਥੇ ਯੂਬਾ ਸਿਟੀ ਤੋਂ ਲੈ ਕੇ ਫਰੈਜ਼ਨੋ ਤੱਕ ਐਗਰੀਕਲਚਰ ਬੈਲਟ, ਜਿੱਥੇ ਸਿੱਖ 100-125 ਸਾਲ ਪਹਿਲਾਂ ਆਏ। ਔਰ ਉੱਥੋਂ ਹੀ ਪਹਿਲਾਂ ਇੱਕ ਬਹੁਤ ਚੰਗੀ ਖਬਰ ਕੁਝ ਸਮਾਂ ਪਹਿਲਾਂ ਆਈ ਸੀ ਕਿ ਫਰੈਜ਼ਨੋ ਦੀ ਸਿਟੀ ਨੇ, ਕਿਉਂਕਿ ਉੱਥੇ ਜੋ ਵੀ ਸਕੂਲ ਹੋਏ, ਪਾਰਕ ਹੋਏ, ਕੋਈ ਹੋਰ ਮੋਨੂਮੈਂਟ ਹੋਏ, ਉਹ ਉਹਨਾਂ ਦਾ ਬੋਰਡ ਹੁੰਦੇ ਨੇ, ਉਹ ਮਤਾ ਪਾਸ ਕਰਦੇ ਨੇ, ਫਿਰ ਉਹਨਾਂ ਦੇ ਨਾਂ ਰੱਖੇ ਜਾਂਦੇ ਨੇ। ਸੋ ਉਹਨਾਂ ਨੇ ਆਲਰੇਡੀ ਜਿਹੜਾ ਇੱਕ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਹੋਇਆ। ਅੱਜ ਜਿਹੜੀ ਖਬਰ ਸਾਰੇ ਸੋਸ਼ਲ ਮੀਡੀਆ ਤੇ ਵੀ ਹੈ ਕਿ ਉਹਨਾਂ ਨੇ ਜਿਹੜਾ ਸਕੂਲ ਬੋਰਡ ਹੈ, ਸੈਂਟਰਲ ਯੂਨੀਫਾਈਡ ਸਕੂਲ ਬੋਰਡ, ਉਹਨਾਂ ਨੇ 6-1 ਦੇ ਫਰਕ ਨਾਲ, ਉਹਨਾਂ ਦਾ ਬੋਰਡ ਹੁੰਦਾ ਹੈ, ਇਹ ਮਤਾ ਪਾਸ ਕੀ, ਇੱਕ ਨੇ ਐਬਸਟੇਨ ਕੀਤਾ, ਨਾ ਪੱਖੀ ਵੋਟ ਨਹੀਂ ਪਾਈ, 6 ਨੇ ਹੱਕ ਚ ਪਾਈ ਕਿ ਅਗਲੇ ਸਾਲ ਜਿਹੜਾ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦਾ ਇਹ ਫੈਸਲਾ ਹੋਇਆ ਕਿ ਜਿਹੜਾ ਫਰੈਜ਼ਨੋ ਸ਼ਹਿਰ 'ਚ ਸਰਕਾਰੀ ਐਲੀਮੈਂਟਰੀ ਸਕੂਲ ਖੁੱਲ੍ਹੇਗਾ, ਉਸ ਦਾ ਨਾਂ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ। ਸੋ ਇਹ ਬੜੀ ਵੱਡੀ ਖਬਰ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਲਈ ਜ਼ਾਹਰ ਹੈ ਕੋਈ ਆਪਣੇ ਆਪ ਹੀ ਨਹੀਂ ਹੁੰਦਾ। ਜਿਹੜੇ ਉੱਥੇ ਵੈਲਵਿਸ਼ਰ ਨੇ, ਪੰਥ ਦੇ ਕੌਮੀ ਐਕਟਿਵਿਸਟ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਹੋਏਗੀ, ਪਹਿਲਾਂ ਬੋਰਡ ਮੈਂਬਰਾਂ ਦੇ ਨਾਲ ਲੌਬੀ ਕੀਤੀ ਹੋਏਗੀ, ਫਿਰ ਇਹ ਮਤਾ ਲਿਆਂਦਾ ਹੋਏਗਾ। ਸੋ ਅਸੀਂ ਜਿੱਥੇ ਉਹਨਾਂ ਸਾਰੇ ਆਪਣੇ ਪੰਥਕ ਐਕਟਿਵਿਸਟ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਇੱਕ ਮਸੀਹੇ ਨੂੰ ਮਨੁੱਖੀ ਹੱਕਾਂ ਦੇ ਰੈਕਗਨਾਈਜ਼ ਕਰਦੇ ਹਾਂ, ਸਕੂਲ ਦਾ ਨਾਂ ਰੱਖਿਆ ਉਹਨਾਂ ਦੇ ਨਾਂ ਤੇ। ਔਰ ਹੁਣ ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਥਾਂ ਦਈਏ, ਉਹਦੇ 'ਚ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ, ਜਿਨ੍ਹਾਂ ਦੀਆਂ ਨਜ਼ਮਾਂ ਨੂੰ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਜਾਂਦਾ ਹੈ, ਉਹਨਾਂ ਨੇ ਲੇਟੈਸਟ ਆਪਣੀ ਨਜ਼ਮ ਅਰਦਾਸ ਸਾਨੂੰ ਭੇਜੀ ਹੈ। ਉਹਦੇ 'ਚ ਉਹਨਾਂ ਦੀ ਇਹ ਨਜ਼ਮ ਹੈ, ਕਰਾਂ ਅਰਦਾਸ ਮੈਂ ਸੀਸ ਝੁਕਾ ਦਾਤੇ, ਤੇਰੇ ਦਰ ਤੇ ਮੇਰੀ ਪ੍ਰਵਾਨ ਹੋਵੇ, ਕਰਦਾ ਰਹਾ ਮੈਂ ਸਿਫਤ ਸਲਾਹ ਤੇਰੀ, ਪੱਕੀ ਦਿਲ ਵਿੱਚ ਤੇਰੀ ਯਾਦ ਹੋਵੇ, ਪਰਾਏ ਬਾਰ ਤੇ ਦੇਈ ਨਾ ਬੈਠਣੇ ਨੂੰ, ਘੋੜਾ ਚੜ੍ਹਨੇ ਕੋ ਉਡਾਣੇ ਕੋ ਬਾਜ ਹੋਵੇ, ਨਿਮਾਣੇ ਸਿੱਖ ਦਾ ਸੁਪਨਾ ਸਾਕਾਰ ਕਰ ਦੇ, ਤੇਰੇ ਪੰਥ ਦੇ ਸਿਰ ਤੇ ਤਾਜ ਹੋਵੇ। ਕਰਾਂ ਅਰਦਾਸ ਮੈਂ ਸੀਸ ਝੁਕਾ ਦਾਤੇ, ਤੇਰੇ ਦਰ ਤੇ ਮੇਰੀ ਪ੍ਰਵਾਨ ਹੋਵੇ, ਕਰਦਾ ਰਹਾ ਮੈਂ ਸਿਫਤ ਸਲਾਹ ਤੇਰੀ,
ਪੱਕੀ ਦਿਲ ਵਿੱਚ ਤੇਰੀ ਯਾਦ ਹੋਵੇ। ਪਰਾਏ ਬਾਰ ਤੇ ਦੇਈ ਨਾ ਬੈਠਣੇ ਨੂੰ, ਘੋੜਾ ਚੜ੍ਹਨੇ ਕੋ ਉਡਾਣੇ ਕੋ ਬਾਜ ਹੋਵੇ। ਨਿਮਾਣੇ ਸਿੱਖ ਦਾ ਸੁਪਨਾ ਸਾਕਾਰ ਕਰ ਦੇ, ਤੇਰੇ ਪੰਥ ਦੇ ਸਿਰ ਤੇ ਤਾਜ ਹੋਵੇ। ਸਦਾ ਸੱਚ ਦਾ ਹੋਵੇ ਬੋਲਬਾਲਾ, ਸਾਡੀ ਧਰਤੀ ਤੇ ਖਾਲਸਾ ਰਾਜ ਹੋਵੇ। ਦੇਗ ਤੇਗ ਫਤਿਹ ਸਦਾ ਚਲੇ ਇੱਥੇ, ਦੇਗਾਂ ਭਰੀਆਂ ਤੇ ਮਿਆਨ ਤਲਵਾਰ ਹੋਵੇ। ਊਚ ਨੀਚ ਦਾ ਵੱਢ ਕੇ ਫਾਹ ਇੱਥੋਂ, ਸਾਰੇ ਧਰਮਾਂ ਦਾ ਪੂਰਾ ਸਤਿਕਾਰ ਹੋਵੇ। ਝੂਠਾ ਹੋਵੇ ਨਾ ਪੁਲਿਸ ਮੁਕਾਬਲਾ ਕੋਈ, ਖਾਲਸਾ ਪੁਲਿਸ ਦਾ ਉੱਚਾ ਕਿਰਦਾਰ ਹੋਵੇ। ਬੱਚੇ ਬੀਬੀਆਂ ਨੌਜਵਾਨ ਬੁੱਢੇ ਆਜ਼ਾਦ ਘੁੰਮਣ, ਨਾ ਕੋਈ ਤਕਰਾਰ ਹੋਵੇ। ਸਦਾ ਘੁੱਗ ਵਸੇ ਦੇਸ਼ ਪੰਜਾਬ ਸਾਡਾ, ਪੰਜਾਬ ਵਿੱਚ ਨਾ ਦਿੱਲੀ ਦਲਾਲ ਹੋਵੇ। ਜੱਗ ਤੇ ਜਦੋਂ ਇਨਸਾਫ ਦੀ ਗੱਲ ਚੱਲੇ, ਸੱਚ ਵਾਸਤੇ ਖੜਾ ਸਰਦਾਰ ਹੋਵੇ। ਜਥੇਦਾਰ ਸਰਕਾਰੇ ਖਾਲਸਾ ਦਾ, ਜਿਹੜਾ ਦੁਨੀਆ ਦਾ ਸ਼ਾਹ ਸਵਾਰ ਹੋਵੇ। ਭਾਊ ਜਦੋਂ ਜਹਾਨ ਤੋਂ ਕੂਚ ਕਰੀਏ, ਮੁਖ ਉਜਲਾ ਵਿੱਚ ਦਰਬਾਰ ਹੋਵੇ। ਬਿਲਕੁਲ, ਸੋ ਨਾਈਸ, ਬਹੁਤ ਖੂਬਸੂਰਤ। ਹਾਂਜੀ, ਸੋ ਰਾਠਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਜ਼ ਮੈਸੇਜ ਨੇ ਲੈਣ ਜਾ ਰਹੇ ਹਾਂ। ਰਿੰਦਰਜੀਤ ਸਿੰਘ ਸੰਧੂ ਸਾਡੇ ਪਹਿਲੇ ਵਿਊਅਰ ਨੇ ਔਰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੋਨਮਾਲ ਜੀ, ਫਿਰ ਇਸੇ ਤਰ੍ਹਾਂ ਬਲਜੀਤ ਫਰੈਦ ਜੀ, ਇੱਕ ਸਿੰਘ ਜੀ, ਫਿਰ ਇਸੇ ਤਰ੍ਹਾਂ ਐਸ਼ ਸ਼ਾਹ ਜੀ, ਔਰ ਇਸੇ ਤਰ੍ਹਾਂ ਜਰਨੈਲ ਸਿੰਘ ਗਰੇਵਾਲ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਔਰ ਕਮਾਂਡੋ ਫੋਰਸ ਜੀ, ਨੂਪਾ ਜੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਯਾਕੂਬ ਜੀ ਸਾਡੀ ਅੱਜ ਦੋਨਾਂ ਦੇ ਜਿਹੜੇ ਆਪਾਂ ਡਰੈਸ ਅਪ ਹੋਏ ਆ ਬੜੀ ਤਾਰੀਫ ਕੀਤੀ ਹੈ, ਥੈਂਕ ਯੂ ਸੋ ਮਚ। ਐਂਡ ਇੰਦਰਜੀਤ ਸਿੰਘ ਜੀ, ਫਿਰ ਐਮ ਕੌਰ ਜੀ, ਫਿਰ ਇਸ ਤਰ੍ਹਾਂ ਸੁਰਿੰਦਰ जी और फिर इस तरह सरजीत कौर जी, मोहम्मद याकूब जी कहते हैं जब खालिस्तान बनेगा तो आप दोनों का किरदार हमेशा याद रखा जाएगा। डॉक्टर साहब और मिस नीलम सच्चो सच, थैंक यू सो मच, बहुत शुक्रिया याकूब साहब। हाँ जी, सतनाम सिंह जी, एम कौर जी, वी विल गेट खालिस्तान टुडे और टुमारो, यस। और मोहम्मद याकूब जी, हाँ जी सच्चो सच उन्होंने क्या टीवी 84। एंड धर्म सिंह जी फतेह बुलांदे ने। याकूब जी कहते डॉक्टर साहब हम खालिस्तान की बात करते हैं और आरएसएस एंड बीजेपी अखंड भारत का सोच रहे हैं। और जी अमन जी फतेह बुलांदे ने, हरदीप खान जी, और इसी तरह नहीं हबीब खान, हाँ जी, जसकीरत सिंह जी जिंदाबाद, निहंग सिंह जी भी, और मोहम्मद याकूब जी कहते क्या आपको पता है कि दुनिया में सबसे ज्यादा बीफ इंडिया एक्सपोर्ट करता है और अब तो बहुत ज्यादा हिंदू बीफ खाने लगे हुए हैं। हाँ, सैकंड ਵੱਡਾ ਐਕਸਪੋਰਟਰ ਹੈ ਬੀਫ ਦਾ, ਔਰ ਉਸ ਦੇ ਈਵਨ ਜਿਹੜੇ ਬੀਫ ਕਰਨ ਵਾਲੇ ਵੱਡੇ 10 ਘਰਾਣੇ ਨੇ ਉਹਨਾਂ ਚੋਂ 8 ਹਿੰਦੂਆਂ ਦੇ ਹੀ ਨੇ ਜੀ। ਔਰ ਇਸੇ ਤਰ੍ਹਾਂ ਨਿੱਪਾ ਜੀ ਕਹਿੰਦੇ ਕਿ ਇਹਨਾਂ ਦਾ ਮੈਸੇਜ ਓਕੇ ਠੀਕ ਹੈ, ਜਿੱਦਾਂ ਲੋਕ ਅਮਰੀਕਾ ਕੈਨੇਡਾ ਦਾ ਖਾ ਕੇ ਉਹਨਾਂ ਦੀ ਹੀ ਪੀਐਮ ਜਸਟਨ ਟਰੂਡੋ ਨਾਲ ਨਫ਼ਰਤ ਕਰਦੇ ਆ, ਕਹਿੰਦੇ ਆ ਕਿ ਇੱਧਰ ਨਹੀਂ, ਤੇ ਪਤਾ ਨਹੀਂ ਕੀ ਇਹਨਾਂ ਦਾ ਕਹਿਣ ਦਾ ਮਤਲਬ ਹੈ। ਉਹਨਾਂ ਨੇ ਕਿਹਾ ਵੀ ਜੋ ਕੈਨੇਡਾ 'ਚ ਕਰ ਰਹੇ ਨੇ ਇਸੇ ਤਰ੍ਹਾਂ ਜੇ ਅਮਰੀਕਾ 'ਚ ਵੀ ਫੁੱਟਬਾਲ ਮੈਚ ਹੋਏ ਅਮਰੀਕਾ ਦੀ ਧਰਤੀ ਤੇ ਪਤਾ ਲੱਗ ਜਾਏਗਾ, ਕਿਉਂਕਿ ਕਾਮਨ ਅਮਰੀਕਨ ਤਾਂ ਅਮਰੀਕਾ ਨਾਲ ਖਲੋਣਗੇ, ਇਹ ਜਿਹੜੇ ਹਿੰਦੂ ਤਵੀ ਨੇ ਭਾਰਤ ਮਾਤਾ ਦੇ ਝੰਡੇ ਲੈ ਕੇ ਆਏ ਹੋਣਗੇ। ਬਿਲਕੁਲ ਠੀਕ ਕਹਿ ਰਹੇ ਹੋ, ਇਹਨਾਂ ਦੀ ਇਹ ਕੋਈ ਲਾਇਲ ਨਹੀਂ ਹੈਗੇ ਇੱਥੋਂ ਦੇ ਜੀ। और फिर राजनप्रीत जी और जसपाल सिंह कैले जी, फिर इस तरह परनीत सेठी व्लॉग जी और अलमाइटी, हाँ जी, फिर इसी तरह धर्म सिंह जी और दानवीर सिंह वड़ैच जी कहते डॉक्टर साहब सत श्री अकाल। पन्नू सारे भारतीयों ਨੂੰ ਕੰਮ ਲਈ ਰੱਖਿਆ ਹੈ, ਇਹ ਲੋਕ ਆਪਣੇ ਲੋਕਾਂ ਨੂੰ ਕਈ ਸਹੀ ਖਬਰ ਨਹੀਂ ਦਿੰਦੇ, ਕੋਈ ਸਹੀ ਖਬਰ ਨਹੀਂ ਦਿੰਦਾ। ਖਾਲਸਾ ਜ਼ਿੰਦਾਬਾਦ, ਮਿਸ ਇਨਫੋਰਮੇਸ਼ਨ ਕੈਂਪੇਨ, हाँ जी। और फिट एंड हेल्दी कहते सत श्री अकाल अंकल जी, वाहिगुरू चढ़दी कला रखे। और शकील मिर्जा जी, फिर इसी तरह बिरहार सिंह कंग जी और गुरजीत सिंह जी, कुलदीप सिंह जी, कुलदीप कौर जी, मोहन सिंह जी, पाल सिंह जी, मनप्रीत सिंह ढिल्लों जी, सुखजीवन बच्चू जी गुरजाब कहते ने, परमिंदर जी, मोहम्मद याकूब जी साडा शुक्रिया अदा करते हैं। और फिर इसी तरह कृपाल एस तुहाडे जीवन का हर दुख दर्द पीड़ा ते बीमारी गरीबी करके नहीं बल्कि गुलामी करके
दुर्जन के मारबे को कष्ट निवारवे को असुर सिंघारबे को खालसा जग दुबारबे को खालसा बनाओ है। ਹਾਂਜੀ और इसी तरह हरविंदर सिंह जी पक्का हल पंजाब दा खालसा नहीं है। और फिर इस तरह मोहम्मद याकूब जी कहते हैं कि फ़लस्तीन बिल्कुल अकेला है, सारी दुनिया फ़लस्तीन की तबाही का तमाशा देख रही है। ਬਹੁਤ ਅਫਸੋਸ ਹੁੰਦਾ ਹੈ ਜਿਸ ਲੈਵਲ ਦੀ ਨਸਲਕੁਸ਼ੀ ਫਲਸਤੀਨੀਆਂ ਦੀ ਇਜ਼ਰਾਈਲ ਨੇ ਕੀਤੀ ਹੈ। ਦੁਨੀਆ ਤਾਂ ਚੁੱਪ ਹੈ ਹੀ ਹੈ, ਪਰ ਜਿਹੜੇ 57 ਮੁਲਕ OIC ਦੇ ਜਿਨ੍ਹਾਂ ਨੇ ਮੂੰਹ 'ਚ ਘੁੰਗੜੀਆਂ ਪਾਈਆਂ ਹੋਈਆਂ, ਇਹ ਹੋਰ ਵੀ ਅਫਸੋਸ ਹੁੰਦਾ ਹੈ ਵੀ ਉਹਨਾਂ ਨੂੰ ਆਪਣੇ ਹਮ ਮਜ਼ਹਬਾਂ ਦੀ कोई चिंता फिक्र नहीं है। बिल्कुल गुरविंदर सिंह जी, फिर इस तरह मामा जी और लखवीर सिंह जी सब सानू फतेह बुलाने ने, खालसा जिंदाबाद कहते सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@tv4.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनू ते अपना सलाह गया दो। देखते रहो TV 84 बुला दे फतेह। वाहिगुरू जी का खालसा, वाहिगुरू जी की फतेह। रब रखा।